ਕਿ ਇੰਡੀਆ ਸਾਡੇ ਤੋਂ ਬਹੁਤ ਅੱਗੇ ਚਲਾ ਗਿਆ ਹੈ। ਕਬੱਡੀ ਦੇ ਵਿੱਚ ਉਹਦਾ ਇੱਕ ਜਿਵੇਂ ਕਹਿੰਦੇ ਨੇ ਕਿ ਸਿਸਟਮ ਹੀ ਅਲੱਗ ਹੋ ਗਿਆ, ਲੇਕਿਨ ਅਸੀਂ ਆਪਣੇ ਆਪ ਨੂੰ ਬਹੁਤ ਪਿੱਛੇ ਲੈ ਗਏ। ਇਹਦੀ ਕੀ ਵਜ੍ਹਾ ਹੈ? ਦੀ ਵਜ੍ਹਾ ਕਿ ਨੈਗੇਟਿਵਿਟੀ, ਆਪਣੇ ਲੋਕਾਂ ਦੇ ਵਿੱਚ ਨੈਗੇਟਿਵਿਟੀ, ਮੁਨਾਫਕਤ ਬਹੁਤ ਪਾਈ ਜਾਂਦੀ। ਉਹ ਜਿਹੜੇ ਆਪਣੀ ਗੇਮ ਦੇ ਨਾਲ ਇਮਾਨਦਾਰ ਆ, ਮੁਖਲਸ ਆ, ਉਹ ਆਪਣੀ ਮਿਹਨਤ ਨਾਲ ਅੱਗੇ ਜਾਂਦੇ ਆ, ਨਾ ਕਿ ਉਹ ਕਿਸੇ ਦੀਆਂ ਲੱਤਾਂ ਖਿੱਚ ਕੇ ਅੱਗੇ। ਅਸੀਂ ਤਾਂ ਮੁਸਲਮਾਨ ਆ, ਇਮਾਨਦਾਰੀ ਤਾਂ ਸਾਨੂੰ ਵਰਤਣੀ ਚਾਹੀਦੀ। ਮੁਸਲਮਾਨੇ ਵਾਲੀ ਚੀਜ਼ ਆਪਣੇ ਕਿਹੜੀ ਪਾਈ ਜਾਂਦੀ ਆ। ਆਪਾਂ ਹੱਕ ਆਪਾਂ ਖਾਣੇ, ਦਿਹਾਤੀ ਜ਼ੁਲਮ ਆਪਾਂ ਖਾਣੇ, ਪਰ ਰਹਿਣ ਜਿੱਥੇ ਨੇ ਮੁਸਲਮਾਨਾਂ ਦੇ ਕੰਟਰੀ 'ਚ ਕੌਣ ਆ ਮੁਸਲਮਾਨ? ਤੁਹਾਡਾ ਯਕਦਮ ਪੂਰੀ ਦੁਨੀਆ 'ਚ ਨਾਮ ਵਜਿਆ, ਉਸ ਵਕਤ ਤੁਸੀਂ ਜ਼ਖਮੀ ਹੋਏ ਤਾਂ ਤੁਸੀਂ ਡਿੱਗ ਪਏ। ਕਿਹੜੀ ਚੀਜ਼ ਸੀ ਜਿਹਨੇ ਤੁਹਾਨੂੰ ਫਿਰ ਹੌਸਲਾ ਦਿੱਤਾ, ਫਿਰ ਮਲਕ ਵੀ ਨਹੀਂ ਉੱਠਿਆ? ਮੇਰੇ ਗੋਡੇ ਦੇ ਨਾਲ ਸੱਟ ਲੱਗਦੀ, ਮੇਰਾ ਮਸਲ ਟੁੱਟ ਜਾਂਦਾ, ਪੀਸੀਐਲ ਮਸਲ ਟੁੱਟ ਜਾਂਦਾ, ਜਿਹੜਾ ਏਸੀਐਲ ਆ ਉਹ ਹਾਫ ਬ੍ਰੇਕ ਹੋ ਜਾਂਦਾ। ਖੈਰ ਮੈਚ ਖੇਲਦੇ ਰਹੇ, ਮੈਚ ਖੇਲ ਕੇ ਆਏ, ਮੈਂ ਆ ਕੇ ਐਮਆਰਆਈ ਕਰਾਈ। ਜਦੋਂ ਮੈਂ ਕਰਾਈ ਉਹਨਾਂ ਨੇ ਕਿਹਾ ਤੇਰਾ ਆਪਰੇਟ ਆ ਸਕਾ ਕਰੀ। ਮੇਰੇ ਪੈਰਾਂ ਤੋਂ ਨਾ ਵੀ ਜ਼ਮੀਨ ਨਿਕਲ ਗਈ। ਜਦੋਂ ਬੰਦੇ ਦੇ ਸੱਟ ਵੱਜਦੀ ਹੈ ਨਾ, ਫੈਨ ਨਾ ਉਹ ਵੀ ਤੁਹਾਨੂੰ ਫੋਨ ਕਰਕੇ ਨਹੀਂ ਪੁੱਛਦਾ ਕੀ ਹਾਲ ਚਾਲ ਆ, ਕਿਦਾਂ ਠੀਕ ਆ। ਨਾ ਤੁਹਾਡੇ ਨਾਲ ਕੋਈ ਕੋਚ ਖੜਦਾ, ਨਾ ਕੋਈ ਪਲੇਅਰ ਖੜਦਾ, ਤੁਸੀਂ ਹੁੰਦੇ ਜੇ, ਇੱਕ ਤੁਹਾਡੀ ਫੈਮਿਲੀ ਹੁੰਦੀ ਆ। ਤੁਸੀਂ ਕਬੱਡੀ ਦਾ ਮੈਚ ਕਿਤੇ ਟੂਰਨਾਮੈਂਟ ਖੇਡ ਰਹੇ ਹੋ, ਲੋਕੀ ਪੈਸੇ ਦਿੰਦੇ ਨੇ, ਪੈਸਾ ਏਦਾਂ ਦਿੱਤਾ ਜਾ ਰਿਹਾ ਹੁੰਦਾ ਜਿਵੇਂ ਤੁਸੀਂ ਚਲੇ ਜਾਓ ਮੇਲਿਆਂ ਤੇ, ਜਿਵੇਂ ਉਹ ਕਹਿੰਦੇ ਨਾ ਅਸੀਂ ਕੋਈ ਡਾਂਸਰਾਂ ਡਾਂਸ ਕਰ ਰਹੀਆਂ ਨੇ। ਸਾਰਿਆਂ ਤੋਂ ਨਫ਼ਰਤ ਜਿਹੜੀ ਹੈ ਨਾ, ਮੈਨੂੰ ਖਾਸ ਤੌਰ ਤੇ, ਬਾਕੀ ਕਿਸੇ ਦਾ ਪਤਾ ਨਹੀਂ ਇਸ ਚੀਜ਼ ਤੋਂ ਆ, ਕਿ ਤੁਸੀਂ ਜਾਣਦੇ ਜੇ ਤੁਹਾਨੂੰ ਪੈਸੇ ਫੜਾਉਂਦੇ ਹੋ, ਦਿਲ ਕੀਤਾ ਪੈਸਾ ਥੋੜਾ ਜਿਹਾ ਅੱਗੇ ਕਰ ਲੈ, ਤੁਸੀਂ ਮਗਰ ਉਹਦੇ। ਮੇਰਾ ਮੁੰਡਾ ਦੋਸਤ ਹੀ ਆ, ਤੇ ਮੈਂ ਨਾ ਇਦਾਂ ਗੱਲਾਂ ਡਿਆ ਕਿ ਸ਼ੁਗਰ ਲਾਉਣਿਆ ਕਿ ਬੜੀ ਕਬੱਡੀ ਵਾਲਿਆਂ ਦੀ ਰਿਸਪੈਕਟ ਤੇ ਜੇ ਉਹ ਮੈਨੂੰ ਅੱਗੋਂ ਬੰਦੇ ਨੇ ਕਿਹਾ, ਕਹਿੰਦਾ 500 ਰੁਪਿਆ ਨਾ 500 ਦਾ ਨੋਟ ਕੱਢ ਕੇ, ਕਹਿੰਦਾ ਉਹ ਫਲਾਣਾ ਭਾਵੇਂ ਕੋਈ ਵੀ ਬੰਦਾ ਇਦਾਂ ਕਰਦੇ, ਕਹਿੰਦਾ ਕਬੱਡੀ ਵਾਲਾ ਪਲੇਅਰ ਉੱਧਰ ਨੂੰ ਤੁਰ ਪੈਣਾ। ਇਹ ਜਿਹੜਾ ਇਲਜ਼ਾਮ ਲੱਗਦਾ ਵੇ ਕਿ ਬਈ ਜੀ ਸੋਸ਼ਲ ਮੀਡੀਆ ਤੇ ਬਹੁਤਾ ਧਿਆਨ ਹੈ, ਗੇਮ ਵੱਲ ਧਿਆਨ ਘੱਟ ਹੈ, ਔਰ ਇਸ ਵਜ੍ਹਾ ਤੋਂ ਪਲੇਅਰ ਉੱਪਰ ਸਾਡੀ ਕਬੱਡੀ ਉੱਠ ਨਹੀਂ ਰਹੀ। ਇਹ ਸੋਸ਼ਲ ਮੀਡੀਆ ਨੂੰ ਦੁਆਵਾਂ ਦੇਣ ਕਬੱਡੀ ਵਾਲੇ ਜਿੰਨੇ ਵੀ ਹੈ ਨਾ, ਜਿਹੜੇ ਉੱਠ ਕੇ ਗੱਲਾਂ ਕਰਨ ਲੱਗ ਪੈਂਦੇ ਨਾ, ਕਿ ਤੁਹਾਡੀ ਕਬੱਡੀ ਜਿਹੜੀ ਸੋਸ਼ਲ ਮੀਡੀਆ ਨੇ ਕਿੱਤੇ ਦੀ ਕਿੱਤੇ ਚੁੱਕ ਕੇ ਦੇਤੀ। ਤੁਹਾਡਾ ਸੋਸ਼ਲ ਮੀਡੀਆ ਤੁਸੀਂ ਆਪ ਚਲਾਉਂਦੇ ਹੋ ਕਿ ਬੰਦੇ ਰੱਖੇ ਨੇ? ਨਹੀਂ, ਮੈਂ ਨਹੀਂ ਚਲਾਉਣਾ, ਕੋਈ ਦੋਸਤ ਆਪਣੇ ਨਾਲ। ਤੇ ਆਪ ਤੁਹਾਡੇ ਨਾਲ ਜਿਮ ਵੀ ਤੁਸੀਂ ਮਿਲਣਾ ਹੀ ਹੁੰਦਾ, ਤੇ ਤੁਸੀਂ ਦੇਖਿਆ ਹੀ ਆ ਕਿੰਨੀ ਉੱਥੇ ਜਿਮ ਕਰਨੀ ਹੁੰਦੀ, ਆਉਣਾ ਤੋਂ 3 ਘੰਟੇ ਜਿਮ ਕਰਨੀ ਆ। ਜੇ 3 ਘੰਟੇ ਜਿਮ ਕਰ ਲਈ, ਤੁਸੀਂ 10 ਮਿੰਟ ਆਪਣੀ ਵੀਡੀਓ ਨੂੰ ਸੋਸ਼ਲ ਮੀਡੀਆ ਨਾਲ ਟਾਈਮ ਦੇਤਾ, ਇਹਦੇ 'ਚ ਕੋਈ ਪ੍ਰੋਬਲਮ ਤੇ ਕੋਈ ਨਹੀਂ। ਠੀਕ ਹੈ। ਤੇ ਜਿਹੜਾ ਮੈਸੇਜ ਆ ਵਧੀਆ ਜਾਂਦਾ ਲੋਕਾਂ ਤੱਕ ਨਾ। ਦੂਜੇ ਸੀਜ਼ਨ ਦੇ ਪਹਿਲੇ ਪੰਜਾਬੀ ਪੋਡਕਾਸਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਖੁਸ਼ਾਮਦੀਦ। ਸਾਡੇ ਅੱਜ ਦੇ ਪਹਿਲੇ ਮਹਿਮਾਨ ਨੇ ਪਾਕਿਸਤਾਨ ਕਬੱਡੀ ਦਾ ਬਹੁਤ ਵੱਡਾ ਨਾਮ, ਤੇ ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਨਾਮ ਦੀ ਜੋ ਹੈ ਗੂੰਜ ਹੈ। ਮਲਕ ਬਿਨਯਾਮੀਨ ਸਾਹਿਬ ਅੱਜ ਸਾਡੇ ਨਾਲ ਨੇ। ਮਲਕ ਸਾਹਿਬ, ਵੈਲਕਮ ਟੂ ਦਾ ਪੋਡਕਾਸਟ। ਇਹ ਸਾਡਾ ਪਹਿਲਾ ਪੰਜਾਬੀ ਦਾ ਤੁਹਾਨੂੰ ਸ਼ਰਫ ਹਾਸਲ ਹੋ ਰਿਹਾ ਹੈ ਕਿ ਤੁਸੀਂ ਸਾਡੇ ਪਹਿਲੇ ਮਹਿਮਾਨ ਜਿਹੜੇ ਬਣ ਰਹੇ ਹੋ, ਕਿਉਂਕਿ ਤੁਸੀਂ ਮੈਨੂੰ ਪਤਾ ਕਿ ਅਪ੍ਰੈਲ ਦੇ ਵਿੱਚ ਜਿਹੜਾ ਨਾ ਕਮ ਸੇ ਕਮ 7-8 ਮਹੀਨਿਆਂ ਵਾਸਤੇ ਜਾ ਰਹੇ ਹੋ ਖੇਡਣ ਵਾਸਤੇ। ਤੇ ਅਸੀਂ ਇਹ ਚਾਹੁੰਦੇ ਹਾਂ ਕਿ ਕਮ ਸੇ ਕਮ ਪਾਕਿਸਤਾਨ ਦੀ ਜਿਹੜੀ ਸਾਡੀ ਆਵਾਮ, ਕਿਉਂਕਿ ਕਬੱਡੀ ਨੂੰ ਬਹੁਤ ਪਸੰਦ ਕਰਦੀ ਹੈ, ਤੇ ਕੁਝ ਚੀਜ਼ਾਂ ਨੇ ਜਿਹੜੀਆਂ ਖਾਸ ਤੌਰ ਤੇ ਕਬੱਡੀ ਦੇ ਬਾਰੇ ਨਾਲ ਅਸੀਂ ਤੁਹਾਡੇ ਨਾਲ ਡਿਸਕਸ ਕਰਨਾ ਚਾਹਾਂਗੇ। ਤੁਸੀਂ ਲਾਜ਼ਮੀ ਗੱਲ ਹੈ ਕਿ ਇਸ ਮੁਲਕ ਦਾ ਵੱਡਾ ਨਾਮ ਹੋ ਔਰ ਬਹੁਤ ਅੱਛੀ ਕਬੱਡੀ ਖੇਡ ਰਹੇ ਹੋ, ਲੇਕਿਨ ਇੱਕ ਚੀਜ਼ ਜਿਹੜੀ ਸਾਨੂੰ ਤੰਗ ਕਰਦੀ ਹੈ, ਜਾਂ ਜਿਹੜੀ ਸਾਨੂੰ ਕਿਸਮ ਦਾ ਅਸੀਂ ਵੇਖਦੇ ਹਾਂ ਆਮ ਤੌਰ ਤੇ, ਕਿ ਇੰਡੀਆ ਸਾਡੇ ਤੋਂ ਬਹੁਤ ਅੱਗੇ ਚਲਾ ਗਿਆ ਹੈ ਕਬੱਡੀ ਦੇ ਵਿੱਚ। ਉਹਦਾ ਇੱਕ ਜਿਵੇਂ ਕਹਿੰਦੇ ਨੇ ਕਿ ਸਿਸਟਮ ਹੀ ਅਲੱਗ ਹੋ ਗਿਆ। ਜਿੱਥੇ ਅਸੀਂ ਖਾਸ ਤੌਰ ਤੇ ਕੋਈ 4-5 ਸਾਲ ਪਿੱਛੇ ਚਲੇ ਜਾਈਏ ਤੇ ਸਾਡਾ ਨਾਂ ਸੀ, ਇੱਕ ਸਾਡਾ ਮੁਕਾਮ ਸੀ, ਲੇਕਿਨ ਅਸੀਂ ਆਪਣੇ ਆਪ ਨੂੰ ਬਹੁਤ ਪਿੱਛੇ ਲੈ ਗਏ। ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਕਿ ਨੈਗੇਟਿਵਿਟੀ। ਆਪਣੇ ਲੋਕ ਜਿਹੜੇ ਨਾ, ਆਪਾਂ ਆਪਣੇ 'ਚ ਨੈਗੇਟਿਵਿਟੀ ਬਹੁਤ ਪਾਈ ਜਾਂਦੀ, ਕਿ ਆਪਾਂ ਕਿਸੇ ਦੇ ਨਾਲ ਵੀ ਤੁਰਨੇ ਆ ਨਾ, ਮੈਂ ਇਹ ਮਤਲਬ ਕਿ ਤੁਹਾਡੇ ਨਾਲ ਤੁਰਨਿਆ ਵਾ, ਨਾਲ ਵੀ ਤੁਰਨਿਆ, ਮੈਂ ਤੁਹਾਨੂੰ ਮੁਖਲਸ ਵੀ ਨਹੀਂ ਆ। ਜਿੱਦੋਂ ਹੀ ਤੁਸੀਂ ਪਰੇ ਹੋਣਾ, ਮੈਂ ਤੁਹਾਡੀਆਂ ਪਿੱਛੋਂ ਜੜ੍ਹਾਂ ਵੱਢਣ ਲੱਗ ਪੈਣੀਆਂ, ਗੱਲਾਂ ਕਰਨ ਲੱਗ ਪੈਣੀਆਂ। ਤੇ ਇਦਾਂ ਹੀ ਆਪਣੇ ਲੋਕਾਂ ਦੇ ਵਿੱਚ ਨੈਗੇਟਿਵਿਟੀ, ਮੁਨਾਫਕਤ ਬਹੁਤ ਪਾਈ ਜਾਂਦੀ। ਤੇ ਉਹਦੀ ਵਜ੍ਹਾ ਤੋਂ ਕਿ ਉਹ ਜਿਹੜੇ ਆਪਣੀ ਗੇਮ ਦੇ ਨਾਲ ਇਮਾਨਦਾਰ ਆ, ਮੁਖਲਸ ਆ, ਉਹ ਮਿਹਨਤ ਕਰਦੇ ਆ, ਤੇ ਮਿਹਨਤ ਕਰਨ ਦੇ ਨਾਲ ਨਾਲ ਉਹ ਆਪਣੀ ਮਿਹਨਤ ਨਾਲ ਅੱਗੇ ਜਾਂਦੇ ਆ, ਨਾ ਕਿ ਉਹ ਕਿਸੇ ਦੀਆਂ ਲੱਤਾਂ ਖਿੱਚ ਕੇ ਅੱਗੇ ਜਾਂਦੇ। ਅਸੀਂ ਤਾਂ ਮੁਸਲਮਾਨ ਆ, ਇਮਾਨਦਾਰੀ ਤਾਂ ਸਾਨੂੰ ਵਰਤਣੀ ਚਾਹੀਦੀ। ਆਪਾਂ ਮੁਸਲਮਾਨ ਹੈਗੇ ਆ, ਲੇਕਿਨ ਆਪਣਾ 'ਚ ਕੋਈ ਬਹੁਤ ਘੱਟ ਚੀਜ਼ਾਂ ਵਾ। ਆਪਾਂ ਇੱਕ ਕਲਮਾ ਪੜਿਆ, ਤੇ ਆਪਾਂ ਜਦੋਂ ਕਿਤੇ ਕੋਈ ਗੱਲ ਹੁੰਦੀ ਆ, ਉਦੋਂ ਮੁਸਲਮਾਨ ਖੜਾ ਹੋ ਜਾਂਦਾ ਕਿ ਮੈਂ ਮੁਸਲਮਾਨ ਆ, ਹਨਾ, ਕਿ ਮੈਂ ਮੁਸਲਮਾਨ ਆ। ਹਾਲਾਂਕਿ ਮੁਸਲਮਾਨੇ ਵਾਲੀ ਚੀਜ਼ ਆਪਣੇ 'ਚ ਕਿਹੜੀ ਪਾਈ ਜਾਂਦੀ ਆ। ਆਪਾਂ ਹੱਕ ਆਪਾਂ ਖਾਣੇ, ਦਿਹਾਤੀ ਜ਼ੁਲਮ ਆਪਾਂ ਖਾਣੇ। ਆਪਣੀ ਜਿਹੜੀ ਆ ਲੜਕੀ, ਉਹ ਕੱਲੀ ਆਪਾਂ ਕਾਲਜ ਜਾਂ ਬਾਹਰ ਸ਼ਹਿਰ ਘੱਲ ਸਕਦੇ ਆਪਾਂ? ਨਹੀਂ ਘੱਲ ਸਕਦੇ। ਆਪਾਂ ਸਿਕਿਉਰ ਹੀ ਨਹੀਂ ਹੈ, ਆਪਣੀ ਲਾਈਫ ਨਹੀਂ ਸਿਕਿਉਰ ਹੈਗੀ, ਤੇ ਆਪਾਂ ਰਹਿਣ ਕਿੱਥੇ ਨੇ ਮੁਸਲਮਾਨਾਂ ਦੇ ਕੰਟਰੀ 'ਚ? ਕੌਣ ਆ ਮੁਸਲਮਾਨ?
ਤੇ ਉਹ ਜਿਹੜੇ ਲੋਕ ਆ ਉਹਨਾਂ ਨੇ ਮਿਹਨਤ ਕੀਤੀ, ਸਟਰਗਲ ਕੀਤੀ, ਆਪਣੇ ਜਿਹੜੇ ਕੰਮ ਆ ਉਹਨਾਂ ਦਾ ਪ੍ਰੋਫੈਸ਼ਨਲ ਕੋਈ ਵੀ ਉਹਨਾਂ ਦਾ ਕੰਮ ਆ, ਗੇਮ ਆ, ਕੋਈ ਵੀ ਉਹਦੇ ਨਾਲ ਉਹ ਮੁਖਲਸ ਆ। ਇਸ ਵਜ੍ਹਾ ਤੋਂ ਅੱਜ ਅੱਗੇ ਅੱਛਾ, ਇਹ ਕਬੱਡੀ ਦੇਖੋ ਨਾ 4-5 ਸਾਲਾਂ ਦੇ ਵਿੱਚ ਮਲਿਕ ਬਿਨਯਾਮੀਨ ਸਾਹਿਬ ਐਡਾ ਵੱਡਾ ਫਰਕ, ਇੱਕ ਕਿਸਮ ਦੀ ਐਡੀ ਖਲੀਜ ਕਿਵੇਂ ਪੈ ਸਕਦੀ ਹੈ ਕਿ ਇੱਕ 4-5 ਸਾਲ ਪਹਿਲੇ ਪਾਕਿਸਤਾਨ 2020 ਦੇ ਇੱਕ ਕਿਸਮ ਦਾ ਚੈਂਪੀਅਨ ਹੈ, ਪੂਰੀ ਇੰਡੀਆ ਦੇ ਵਿੱਚ ਵਰਲਡ ਕੱਪ ਜਿੱਤ ਕੇ ਤੁਹਾਡਾ ਉੱਥੋਂ ਤਾਂ ਨਾਮ ਚੜਿਆ, ਉੱਥੋਂ ਤਾਂ ਮਲਿਕ ਬਿਨਯਾਮੀਨ ਦੀ ਪਹਿਚਾਣ ਹੋਈ ਕਿ ਮਲਿਕ ਬਿਨਯਾਮੀਨ ਬਈ ਇਸ ਮੁਲਕ ਦਾ ਬਹੁਤ ਵੱਡਾ ਸਟਾਰ ਹੈ। ਤੇ ਯਕਦਮ ਫਿਰ ਇੱਕ ਕਾਇਆ ਪਲਟ ਜਾਣਾ 4-5 ਸਾਲਾਂ ਦੇ ਵਿੱਚ, ਇਸ ਗੱਲ ਦੀ ਨਹੀਂ ਸਮਝ ਆਉਂਦੀ ਕਿ ਆ ਸਾਡੀ ਜਿਹੜੀ ਫੈਡਰੇਸ਼ਨਾਂ ਨੇ ਇਹਨਾਂ ਦਾ ਕੋਈ ਕਸੂਰ ਹੈ ਜਾਂ ਕੋਈ ਸਾਡੇ ਕਬੱਡੀ ਦੇ ਪਲੇਅਰਾਂ ਦਾ ਜਾਂ ਕਬੱਡੀ ਦੇ ਪ੍ਰਮੋਟਰਾਂ ਦਾ? ਸਾਡੇ ਪ੍ਰਮੋਟਰਾਂ ਦਾ ਵੀ ਕਸੂਰ ਆ ਤੇ ਪਲੇਅਰਾਂ ਦਾ ਵੀ ਕਸੂਰ ਆ। ਉਹਦੀ ਵਜ੍ਹਾ ਹੈ ਕਿ ਆਪਾਂ ਨਵੇਂ ਮੁੰਡਿਆਂ ਨੂੰ ਮੌਕਾ ਨਹੀਂ ਦਿੰਦੇ। ਜਿਹੜੇ ਨਵੇਂ ਆਪਣਾ ਜਿਹੜਾ ਮੁਸਤਕਬਲ ਨਵੇਂ ਮੁੰਡੇ ਹੀ ਆ, ਅਸੀਂ ਹੋਰ 2 ਸਾਲ 4 ਸਾਲ 5 ਸਾਲ ਖੇਡ ਲਾਂਗੇ। ਜਿਹੜੇ ਵੀ ਮੁੰਡੇ ਸਾਡੇ ਤੋਂ ਪਹਿਲਾਂ ਜਿਹੜੇ ਖੇਡਦੇ ਉਹ ਵੀ ਛੱਡ ਕੇ ਬਹਿ ਗਏ, ਅਸੀਂ ਪਿੱਛੋਂ ਆਏ, ਸਾਡਾ ਵੀ ਪਤਾ ਨਹੀਂ 2 ਸਾਲ 3 ਸਾਲ 4 ਸਾਲ ਆ ਕਿੰਨੀ ਥੱਲੋਂ ਜਿਹੜੇ ਮੁਸਤਕਬਲ ਆ ਕੌਣ ਆ, ਕੋਈ ਵੀ ਨਹੀਂ, ਉਹਨੂੰ ਨਾ ਕੋਈ ਸਪੋਰਟ ਕਰਦਾ, ਉੱਥੇ ਹੀ ਰੁਕ ਜਾਂਦਾ। ਕੋਈ ਪਲੇਅਰ ਅਸੀਂ ਜਦੋਂ ਪਿੱਛੇ ਦੇਖਦੇ ਹਾਂ ਕੋਈ ਪਲੇਅਰ ਨਹੀਂ ਆ ਬਣਨ ਡਿਆ ਜਿਹੜਾ ਆਉਣ ਵਾਲਾ ਫਿਊਚਰ ਆ ਸਾਡਾ। ਤੇ ਪ੍ਰਮੋਟਰ ਆ ਜਿਹੜੇ ਉਹ ਵੀ ਉੱਤੇ ਪੈਸੇ ਲਾਉਂਦੇ ਆ ਜਿਹੜਾ ਪਤਾ ਪੈਣ ਲੈਣ ਡਿਆ, ਜਿਹੜਾ ਨੰਬਰ ਲੈਂਦਾ ਨਾ, ਜਿਹਦੀ ਉਂਗਲ ਖੜੀ ਆ, ਜਿਹਦੇ ਪੱਟਾਂ 'ਚ ਜ਼ੋਰ ਆ, ਉਹਦੇ ਤੇ ਪੈਸੇ ਲਾਉਂਦੇ। ਹਾਲਾਂਕਿ ਪੱਟਾਂ 'ਤੇ ਜ਼ੋਰ ਪਾਓ ਨਾ, ਜਿਹੜੇ ਥੱਲੇ ਆ ਉਹਨਾਂ ਤੇ ਮਿਹਨਤ ਕਰੋ, ਪੈਸੇ ਲਾਓ ਉਹਨਾਂ ਨੂੰ। ਕਬੱਡੀ ਵਾਲਾ ਕੋਈ ਵੀ ਆ, ਕੋਈ ਤਗੜੇ ਘਰ ਤੋਂ ਤੇ ਹੁੰਦਾ ਨਹੀਂ, ਮਾੜੇ ਘਰ ਦਾ ਹੀ ਹੁੰਦਾ। ਕੋਈ ਵੀ ਤਕਰੀਬਨ ਸਪੋਰਟਸਮੈਨ ਹੀ ਮਾੜੇ ਘਰ ਦਾ ਹੁੰਦਾ, ਦੂਜੇ ਤਗੜੇ ਨੂੰ ਕਿੱਥੋਂ ਲੋੜ ਪੈਂਦੀ ਆਪਣੇ ਹੱਡ ਤੜਵਾਉਣ ਦੀ। ਤੇ ਇਤਲੀ ਸਟਰਗਲ ਕਰਨੀ ਪੈਂਦੀ 4 5 6 7 ਘੰਟੇ ਜਿਹੜੀ ਤੁਸੀਂ ਸਟਰਗਲ ਕਰਨੀ। ਜਿਹੜਾ ਤਗੜਾ ਬੰਦਾ ਉਹਨੂੰ ਲੋੜ ਹੀ ਨਹੀਂ ਪੈਂਦੀ, ਉਹ ਆਪਣਾ ਸੌਂਦਾ, ਏਸੀ ਚਲਾਉਂਦਾ, ਲੰਮੇ ਪੈ ਜਾਂਦਾ, ਉੱਠਦਾ, ਆਪਣੀ ਜ਼ਿੰਦਗੀ ਇੰਜੋਏ ਕਰਦਾ। ਤੇ ਸਪੋਰਟਸਮੈਨ ਕੋਈ ਵੀ ਹੋਊਗਾ ਉਹ ਮਾੜੇ ਘਰ ਦਾ ਹੋਊਗਾ। ਤੇ ਮਾੜੇ ਘਰ ਦੇ ਥੱਲੇ ਜਿਹੜੇ ਮੁੰਡੇ ਆ ਸਾਡੇ, ਜਿਹੜੇ ਕਬੱਡੀ ਦੇ ਪ੍ਰਮੋਟਰ ਨਾ, ਉਹਨਾਂ ਨੂੰ ਚਾਹੀਦਾ ਕਿ ਉਹਨਾਂ ਤੇ ਸਪੋਰਟ ਕਰਨ, ਉਹਨਾਂ ਤੇ ਹੱਥ ਰੱਖਣ। ਅੱਛਾ, ਆਪਾਂ ਅਕਸਰ ਦੇਖਿਆ ਕਿ ਅਸੀਂ ਨਾ ਮੈਚ ਖੇਲ ਕੇ ਆਏ ਨਾ, ਮੈਚ ਪਾਰਟ ਆਫ ਗੇਮ ਆ, ਤੁਸੀਂ ਚੰਗਾ ਵੀ ਖੇਲਣਾ ਮਾੜਾ ਵੀ ਖੇਲਣਾ, ਬੇਸ਼ੱਕ ਜੱਫੇ ਹੋ ਗਏ ਆ, ਆਪ ਘਰ ਨਹੀਂ ਆਏ, ਤੁਹਾਡੀਆਂ ਵੀਡੀਓ ਪੈਣ ਲੱਗ ਪਈਆਂ ਪਹਿਲਾਂ, ਤੁਹਾਨੂੰ ਉਹ ਚੀਜ਼ਾਂ ਤੁਹਾਡੀਆਂ ਦੱਸਣੀਆਂ ਉਹਨਾਂ ਨੇ ਕਿ ਜਿਹੜੀਆਂ ਤੁਹਾਨੂੰ ਨਹੀਂ ਪਤਾ ਨਾ ਤੁਹਾਡੇ 'ਚ ਚੀਜ਼ਾਂ ਹੈਗੀਆਂ। ਉਹ ਪਿੱਛੋਂ ਜਿਹੜੇ ਲੋਕ ਆ ਉਹਨਾਂ ਨੇ ਕਿ ਇਹ ਸੋਸ਼ਲ ਮੀਡੀਆ ਚਲਾਉਂਦਾ, ਟਿਕਟੋਕ ਬਣਾਉਂਦਾ, ਫੇਸਬੁੱਕ ਬਣਾਉਂਦਾ, ਇਹ ਏਦਾਂ ਕਰਦਾ, ਇਹ ਕਰਦਾ, ਉਹ ਸਾਨੂੰ ਵੀ ਨਹੀਂ ਪਤਾ ਨੇ ਜਿਹੜੀਆਂ ਲੋਕ ਦੱਸ ਦਿੰਦੇ ਗੱਲਾਂ। ਸਹੀ ਆ। ਹਾਲਾਂਕਿ ਤੁਸੀਂ ਜਿਹੜੇ ਗੱਲਾਂ ਕਰਦੇ ਆ ਨਾ, ਉਹਨਾਂ ਨੂੰ ਭਲਾ ਕੀ ਚਾਹੀਦਾ ਕਿ ਉਹ ਇੱਕ ਵਾਰੀ ਦੇਖਣ ਆਪਣੇ ਪਿੰਡ ਦੇ ਵਿੱਚ ਕੋਈ ਨਾ ਕੋਈ ਬੰਦਾ ਖੇਲਣ ਡਿਆ, ਸਹੀ ਆ, ਉਹਦੇ ਤੇ ਕਦੀ ਹੱਥ ਰੱਖ ਕੇ ਵੇਖਿਆ ਉਹਨਾਂ ਨੇ, ਉੱਤੇ ਹੱਥ ਰੱਖਿਆ, ਉਹਨੂੰ ਕਿਲੋ ਦੁੱਧ ਲੈ ਕੇ ਦਿੱਤਾ, ਉਹਨੂੰ ਕੋਈ ਸਪੋਰਟ ਕੀਤੀ ਕਿ ਤੂੰ ਨੂੰ ਪੁੱਛਿਆ ਤੈਨੂੰ ਕਿਤੇ ਸ਼ਾਇਦ ਹੀ ਲੋੜ ਆ ਕੀ ਆ। ਜਿਹੜੇ ਬੰਦੇ ਖੇਲਣ ਡੇ ਆ ਨਾ, ਉਹਨਾਂ ਤੇ ਉਂਗਲਾਂ ਚੁੱਕ ਸਕਦੇ ਹੋ, ਉਂਗਲਾਂ ਚੁੱਕਣ ਤੋਂ ਬਾਅਦ ਉਹਦੀ ਸਪੋਰਟ ਨਹੀਂ ਕਰਦੇ, ਹੈਲਪ ਨਹੀਂ ਕਰਦੇ। ਜਦੋਂ ਪਲੇਅਰ ਬਣ ਜਾਂਦਾ ਉਹਦੀ ਮੁਖਾਲਫਤ ਕਰਨਾ ਪੈਂਦਾ। ਮਤਲਬ ਸਾਹਿਬ ਤੁਹਾਡੇ ਤੇ ਵੀ ਇਹ ਵਕਤ ਆਇਆ, ਮੈਂ ਕਿਉਂਕਿ ਇਸ ਵਾਰ ਵੇਖਿਆ ਤੁਸੀਂ ਜ਼ਖਮੀ ਹੋਏ, ਤੁਹਾਡਾ ਯਕਦਮ ਪੂਰੀ ਦੁਨੀਆ 'ਚ ਨਾਮ ਵੱਜਿਆ, ਉਸ ਵਾਰ ਤੁਸੀਂ ਜ਼ਖਮੀ ਹੋਏ ਤੇ ਤੁਸੀਂ ਡਿੱਗ ਪਏ। ਅੱਛਾ, ਡਿੱਗੇ ਤੁਸੀਂ, ਉਹ ਵਕਤ ਮੈਨੂੰ ਥੋੜਾ ਜਿਹਾ ਦੱਸਣਾ ਕਿ ਉਸ ਵਕਤ ਕੌਣ ਸੀ ਜਿਹਨੇ ਤੁਹਾਡਾ ਸਾਥ ਦਿੱਤਾ ਔਰ ਕਿਹੜੀ ਚੀਜ਼ ਸੀ ਜਿਹਨੇ ਤੁਹਾਨੂੰ ਫਿਰ ਹੌਸਲਾ ਦਿੱਤਾ, ਫਿਰ ਮਲਕ ਵੀ ਉੱਠਿਆ? ਅੱਛਾ, ਮੈਂ ਨਾ ਇੱਕ ਚੀਜ਼ ਤੁਹਾਨੂੰ ਦੱਸਦਾ ਕਿ ਮੈਂ 2023 ਦਾ ਸੀਜ਼ਨ ਖੇਲਣ ਆਇਆ ਸੀ ਕੈਨੇਡਾ, ਸਰੀ ਦੇ ਵਿੱਚ ਨਾ, ਮੇਰੇ ਗੋਡੇ ਦੇ ਨਾਲ ਸੱਟ ਲੱਗਦੀ, ਮੇਰਾ ਮਸਲ ਟੁੱਟ ਜਾਂਦਾ, PCL ਮਸਲ ਟੁੱਟ ਜਾਂਦਾ, ਜਿਹੜਾ ACL ਆ ਉਹ ਹਾਫ ਬ੍ਰੇਕ ਹੋ ਜਾਂਦਾ। ਖੈਰ ਮੈਚ ਖੇਲਦੇ ਰਹੇ, ਮੈਚ ਖੇਲ ਕੇ ਆਏ, ਮੈਂ ਆ ਕੇ MRI ਕਰਾਈ। ਜਦੋਂ ਮੈਂ ਕਰਾਈ ਉਹਨਾਂ ਨੇ ਕਿਹਾ ਤੇਰਾ ਆਪਰੇਟ ਆ ਸਿੱਧਾ। ਜਦੋਂ ਆਪਰੇਟ ਇੱਕ ਵਾਰੀ ਮੇਰੇ ਪੈਰਾਂ ਤੋਂ ਵੀ ਨੀਂਦ ਨਿਕਲ ਗਈ। ਕਿ ਮੈਂ ਕਿਹਾ, ਮੈਂ ਸੁਣਦਾ ਹੁੰਦਾ ਸੀ ਅਕਸਰ ਕਿ ਜਦੋਂ ਬੰਦੇ ਦੇ ਸੱਟ ਵੱਜਦੀ ਹੈ ਨਾ, ਤੇ ਉਦੋਂ ਤਾਂ ਨਾ ਜਿਹੜਾ ਤੁਹਾਡਾ ਫੈਨ ਹੈ ਨਾ, ਉਹ ਵੀ ਤੁਹਾਨੂੰ ਫੋਨ ਕਰਕੇ ਨਹੀਂ ਪੁੱਛਦਾ ਕੀ ਹਾਲ ਚਾਲ ਆ, ਕਿੱਦਾਂ ਠੀਕ ਆ। ਤੁਹਾਡਾ ਫੋਨ ਏਦਾਂ ਪਿਆ ਹੁੰਦਾ, ਤੁਹਾਨੂੰ ਕੋਈ ਹਾਲ ਨਹੀਂ ਪੁੱਛਦਾ ਤੁਹਾਡਾ। ਮੈਂ ਕਿਹਾ ਐਵੇਂ ਗੱਲਾਂ ਮਾਰਦੇ, ਕਿੱਥੋਂ ਕੋਈ ਏਦਾਂ ਹੁੰਦਾ। ਮੈਂ 4 ਅਕਤੂਬਰ ਨੂੰ 2023 ਮੇਰੀ ਸਰਜਰੀ। ਡੇਟਾਂ ਵੀ ਯਾਦ ਨੇ ਤੁਹਾਨੂੰ? ਮੈਂ ਕਹਿਣਾ ਮੇਰੇ ਦਿਲ ਤੇ ਟਾਈਮ ਹੀ ਲਿਖਿਆ ਸਾਰਾ ਕੁਝ। ਮੇਰੇ 4 ਅਕਤੂਬਰ ਨੂੰ ਮੇਰੀ ਸਰਜਰੀ ਹੁੰਦੀ ਆ, ਤੇ ਸਰਜਰੀ ਕਰਾ ਕੇ ਨਾ ਤੇ ਮੈਂ ਘਰ ਜਾਣਾ। ਮੈਂ ਪਹਿਲੋਂ ਤਾਂ ਬੜੀ ਚਾਅ ਨਾਲ ਕਰਾ ਲਈ, ਮੈਨੂੰ ਡਾਕਟਰ ਨੇ ਕਿਹਾ ਮਹੀਨਾ ਲੱਗਣਾ ਇੱਕ ਰਿਕਵਰ ਹੋ ਕੇ ਤੂੰ ਖੇਲਣਾ। ਮੈਂ ਕਿਹਾ ਮੈਂ ਅੱਗੇ ਨੂੰ ਸੈੱਟ ਹੋ ਜਾਣਾ, 2 ਮਹੀਨਿਆਂ ਦੇ ਵਿੱਚ ਗਰਾਊਂਡ ਵਾਪਸ ਹੋਣਾ। ਹੁਣ ਇਹ ਸਰਜਰੀ ਆ, ਆਪਰੇਸ਼ਨ ਆ, ਕੋਈ ਇਹ ਵੀ ਚੀਜ਼ ਆ, ਤੁਸੀਂ ਆ ਫਿੰਗਰ ਦਾ ਕਰਾਉਂਦੇ, ਉਂਗਲ ਦਾ ਕਰਾਉਂਦੇ, ਜੋ ਵੀ ਆਪਰੇਸ਼ਨ ਆ ਹਨਾ। ਮੈਂ ਜਦੋਂ ਆਪਰੇਸ਼ਨ ਕਰਾਇਆ ਮੇਰੇ ਤਕਰੀਬਨ ਸਾਲ 1 ਲੱਗ ਗਿਆ ਰਿਕਵਰ ਹੁੰਦਿਆਂ, 8 ਮਹੀਨੇ ਦੇ ਲੱਗ ਹੀ ਗਏ। ਮੇਰੇ ਦਰਦ ਹੋਣੀ, ਮੈਂ ਘਰ ਲੰਮੇ ਪਏ ਹੋਣਾ, ਨਾ ਫੋਨ ਆਉਣਾ ਕਿਸੇ ਦਾ। ਤੁਹਾਡਾ ਇੱਕ ਤੁਸੀਂ ਰਹਿ ਜਾਂਦੇ ਜੇ, ਤੇ ਇੱਕ ਤੁਹਾਡੀ ਫੈਮਿਲੀ ਰਹਿ ਜਾਂਦੀ। ਜਦੋਂ ਤੁਸੀਂ ਸੱਟ ਵੱਜਦੀ ਹੈ ਨਾ, ਨਾ ਤੁਹਾਡੇ ਨਾਲ ਕੋਈ ਕੋਚ ਖੜਦਾ, ਨਾ ਕੋਈ ਪਲੇਅਰ ਖੜਦਾ, ਕੋਈ ਨਹੀਂ ਖੜਦਾ। ਇੱਕ ਤੁਸੀਂ ਹੁੰਦੇ ਜੇ, ਇੱਕ ਤੁਹਾਡੀ ਫੈਮਿਲੀ ਹੁੰਦੀ ਆ। ਉਹ ਫੈਮਿਲੀ ਤੁਹਾਡੀ ਜਾਣੇ ਤੇ ਤੁਸੀਂ ਜਾਣੇ, ਕਿਉਂ ਉਹ ਵੀ ਤੁਹਾਨੂੰ ਛੱਡ ਨਹੀਂ ਸਕਦੀ। ਜੇ ਛੱਡ ਸਕਦੀ ਨਹੀਂ, ਉਹਨਾਂ ਨੇ ਤੁਹਾਨੂੰ ਛੱਡ ਦੇਣਾ ਸੀ। ਸਹੀ ਆ।
ਤੁਸੀਂ ਜਦੋਂ ਬਿਸਤਰੇ ਤੇ ਲੰਮੇ ਪਏ ਹੁੰਦੇ ਜੇ ਤੁਹਾਡੇ ਕੋਲ ਫੋਨ ਹੁੰਦਾ, ਉਹੀ ਫੋਨ ਤੇ ਤੁਹਾਨੂੰ 1000 ਫੋਨ ਆਉਣ ਡਿਆ ਰੋਜ਼ ਦਾ, ਉਹੀ ਫੋਨ ਤੇ ਤੁਹਾਨੂੰ ਫੋਨ ਹੀ ਕੋਈ ਨਹੀਂ ਆਉਣ ਡਿਆ, ਮੈਸੇਜ ਨਹੀਂ ਕੋਈ ਵੀ ਆਉਣ ਡਿਆ। ਉਹ ਫਿਰ ਬੰਦੇ ਨੂੰ ਨਾ ਥੋੜਾ ਜਿਹਾ ਆਪਣੇ ਆਪ ਤੇ ਫੀਲ ਹੁੰਦਾ ਕਿ ਇੱਕ ਮੈਂ ਤੁਹਾਨੂੰ ਨਾ ਛੋਟੀ ਜੀ, ਮੈਂ ਨਾਂ ਨਹੀਂ ਦੱਸਦਾ, ਮੈਂ ਨਾ ਪਿੰਡ ਮੈਚ ਹੋਵੇ ਸਾਡੇ ਤੇ ਉਹਨਾਂ ਮੈਂ ਕੋਚ ਸਾਹਿਬ ਸੀ ਤੇ ਮੈਂ ਉਦੋਂ ਨਾ ਪਿੰਡ ਮੇਰੇ ਸੱਟ ਗੋਡੇ ਦਾ ਆਪਰੇਸ਼ਨ ਹੋਇਆ। ਉਹੋ ਹੀ ਕੋਚ ਸਾਹਿਬ ਹੁੰਦੇ ਸੀ ਕਿ ਮੈਂ ਉੱਥੇ ਬੈਠਾ ਤੇ ਲਾਗੋਂ ਦੀ ਵੀ ਲੰਘਣਾ ਤੇ ਲਾਲਾ ਬੁੱਢਾ ਚੱਕ ਪਿੰਡ ਨਾ ਤੇ ਜੜ੍ਹਾਂ ਵਾਲੇ ਵੀ ਹੋਣਾ ਫੋਨ ਕਰਨਾ ਕਿ ਅਸੀਂ ਲੰਘਣ ਲੱਗੇ ਇੱਧਰੋਂ ਦੀ। ਈਦ ਆਈ ਥਿੰਕ ਈਦ ਤੋਂ ਨਾ ਈਦ ਵਾਲਾ ਦਿਨ ਸੀ ਜਾਂ ਈਦ ਤੋਂ ਅਗਲਾ ਦਿਨ ਸੀ, ਪਿੰਡ ਮੈਚ ਹੋਵੇ ਤੇ ਮੈਨੂੰ ਬਾਅਦ ਚ ਪਤਾ ਲੱਗਦਾ, ਮੈਂ ਵੀਡੀਓ ਵੇਖਦਾ ਕੋਚ ਸਾਹਿਬ ਵੀ ਆਏ, ਟੀਮ ਵੀ ਆਈ ਸਾਰੀ। ਤੁਹਾਨੂੰ ਕਿਸੇ ਨੇ ਪੁੱਛਿਆ ਵੀ ਨਹੀਂ, ਫੋਨ ਵੀ ਨਹੀਂ ਕੀਤਾ? ਅੱਲਾ, ਇੱਕ ਸਿਰਫ ਜ਼ਖਮੀ ਹੋਣ ਤੋਂ ਬਾਅਦ ਮੈਂ ਕਿਹਾ ਫੋਨ ਤੱਕ ਨਹੀਂ ਕੀਤਾ। ਉਹ ਫਿਰ ਉੱਠ ਕੇ ਹਰ ਇੱਕ ਬੰਦਾ ਨਾ ਤੁਹਾਡੇ ਤੇ ਉਂਗਲਾਂ ਚੱਕਣ ਲੱਗ ਪੈਂਦਾ ਕਿ ਤੁਸੀਂ ਲਾਲਚੀ ਜੇ, ਜਦੋਂ ਕਿਸੇ ਹੋਰ ਕਲੱਬ ਵੱਲੋਂ ਖੇਡਦੇ ਜੇ ਨਾ। ਹਾਂ ਅੱਛਾ, ਇਹ ਵੀ ਤੁਹਾਡੇ ਤੇ ਇਲਜ਼ਾਮ ਲਾਇਆ ਗਿਆ ਤੁਸੀਂ ਇੱਕ ਕਲੱਬ ਨੂੰ ਛੱਡ ਕੇ ਦੂਜੇ ਕਲੱਬ ਵੱਲ ਤੁਸੀਂ ਚਲੇ ਗਏ, ਇਹ ਕੀ ਮਾਜਰਾ ਸੀ? ਮੈਂ ਮੈਚ ਖੇਲਿਆ ਰਾਇਲ ਕਿੰਗ ਵੱਲੋਂ, ਸਹੀ ਆ, ਰਾਇਲ ਕਿੰਗ ਵੱਲੋਂ ਮੈਚ ਖੇਲਿਆ, ਲੇਕਿਨ ਮੈਂ ਪੰਦੇਸ਼ਾ ਕਲੱਬ ਵੱਲੋਂ BRB ਪੰਦੇਸ਼ਾ ਰਾਇਲ ਬੈਲਜੀਅਮ ਜਿਹੜੀ ਉਧਰੋਂ ਖੇਡਲਾ। ਲੇਕਿਨ ਸਾਰੇ ਬੰਦਾ ਕੋਈ ਵੀ ਨਾ, ਮੈਨੂੰ ਸੱਟ ਤੋਂ ਬਾਅਦ ਅਹਿਸਾਸ ਇਹ ਹੋਇਆ ਕਿ ਤੁਹਾਡੀ ਫੈਮਿਲੀ ਤੇ ਤੁਸੀਂ ਜੇ ਆਪਣੇ ਨਾਲ ਜਿਹੜੇ ਖੜੇ ਰਹਿਣਾ, ਤੁਸੀਂ ਜੇ ਬਸ, ਤੁਹਾਡੇ ਨਾਲ ਕੋਈ ਕੋਚ ਨਹੀਂ, ਕੋਈ ਕਲੱਬ ਨਹੀਂ, ਕੋਈ ਚੀਜ਼ ਨਹੀਂ। ਸਹੀ ਆ। ਅੱਛਾ, ਕਲੱਬ ਨੇ ਵੀ ਸਾਥ ਛੱਡਤਾ? ਮੈਂ ਕਹਿਣਾ ਮੈਨੂੰ ਇੱਕ, ਹਾਲਾਂਕਿ ਮੈਂ ਕਲੱਬ ਵੀ ਖੇਡਦਾ ਰਿਹਾ ਨਾ, ਚੱਲ ਮੈਨੂੰ ਦੇਣਾ ਕੀ ਕਿਸੇ ਨੇ, ਰੱਬ ਦਾ ਸ਼ੁਕਰ ਆ, ਪੈਸਾ ਹਰ ਚੀਜ਼ ਆ, ਇੰਨਾ ਕੁ ਆਪਣੇ ਲਈ ਕਮਾਇਆ ਕਿ ਆਪਣੇ ਸੱਟ ਲੱਗ ਜਾ ਆਪਣੇ ਰਿਕਵਰ ਕਰ ਸਕਦੇ। ਸਹੀ ਆ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਤੈਨੂੰ ਕਿਸੇ ਸ਼ਾਇਦ ਦੀ ਨਹੀਂ ਲੋੜ, ਤੇਰੇ ਸੱਟ ਲੱਗੀ ਆ, ਤੂੰ ਮੰਜੀ ਤੇ ਪਿਆ, ਲੰਮੇ ਬਿਸਤਰੇ ਤੇ ਬੈੱਡ ਤੇ ਆ, ਤੈਨੂੰ ਕਿਸੇ ਸ਼ਾਇਦ ਦੀ ਨਹੀਂ ਲੋੜ, ਅਸੀਂ ਤੇਰੀ ਹੈਲਪ ਕਰੀਏ, ਸਪੋਰਟ ਕਰੀਏ। ਨਹੀਂ, ਮੈਂ ਬੈਠਾ ਇੱਥੇ। ਹਾਂ, ਇੱਕ ਚੀਜ਼ ਆ, ਕੋਈ ਵੀ ਰਿਐਲਿਟੀ ਆ ਨਾ, ਰਮਜ਼ਾਨ ਦਾ ਮਹੀਨਾ, ਮੈਨੂੰ ਬਲਾਲ ਗਿੱਲ ਆ, ਉਹਨੂੰ ਭਾਵੇਂ ਸਾਰੇ ਮਾੜਾ ਕਹੀ ਜਾਣ, ਬਲਾਲ ਜਿਹੜੇ ਪਿਛਲੇ ਕੰਟਰੋਵਰਸੀ ਨੇ ਬਲਾਲ ਅਸਲਮ ਗਿੱਲ, ਹਾਂ, ਉਹਨੂੰ ਮਾੜਾ ਕਹੀ ਜਾਣ, ਉਹਨੂੰ ਸਾਰਾ ਕੁਝ ਕਹੀ ਜਾਣ। ਹਾਂ, ਉਹਨੇ ਫੋਨ ਕੀਤਾ ਸੀ, ਮੈਨੂੰ ਯਾਦ ਆ ਨਵੰਬਰ ਚ ਕੱਪ ਸੀ, ਅਕਤੂਬਰ ਚ ਆਪਰੇਸ਼ਨ ਹੁੰਦਾ ਮੇਰਾ ਤੇ ਨਵੰਬਰ ਨੂੰ ਕੱਪ ਹੁੰਦਾ। ਮੈਨੂੰ ਇਹਦਾ ਫੋਨ ਆਉਂਦਾ ਬਲਾਲ ਗਿੱਲ ਦਾ ਕਿ ਭਰਾ ਇਕਬਾਲ ਸਟੇਡੀਅਮ ਮੈਚ ਆ ਤੇ ਆ ਤੇਰਾ ਨਾ ਅਸੀਂ 2 ਲੱਖ ਨਾ 3 ਨਾ 4 ਨਾ ਸਨਮਾਨ ਕਰਨਾ। ਮੇਰਾ ਜ਼ਮੀਰ ਨੀ ਗਵਾਰਾ ਕੀਤਾ, ਮੈਂ ਕਿਹਾ ਮੇਰੇ ਤੇ ਏਦਾਂ ਮੇਰੇ ਸੱਟ ਵੱਜੀ ਤੇ ਮੈਂ ਜਾਊਂਗਾ, ਮੇਰਾ ਜ਼ਮੀਰ ਹੀ ਨੀ ਗਵਾਰਾ ਕੀਤਾ ਕਿ ਮੈਂ ਜਾਊਂਗਾ, ਖਲੋਤਾ ਹੂੰ ਬਾਹਰ, ਲੋਕ ਖੇਲਣ ਦੇ ਹੋਣਗੇ ਤੇ ਮੈਂ ਪੈਸੇ ਲੈ ਕੇ ਆਊਂ, ਮੈਂ ਨਹੀਂ ਗਿਆ। ਨਹੀਂ, ਬਾਕੀ ਉਹਨੇ ਸੁਲਾਹ ਮਾਰੀ, ਮੈਨੂੰ ਫੋਨ ਕੀਤਾ ਮੈਨੂੰ ਬਲਾਲ ਗਿੱਲ ਨੇ। ਬੜੀ ਗੱਲ ਹੈ ਇਹ, ਉਹਦਾ ਵੱਡੀ ਗੱਲ ਆ। ਲੈਣਾ ਮੈਂ ਕਿਸੇ ਕੋ ਕੁਝ ਨਹੀਂ ਸੀਗਾ ਕਿ ਦਿੰਦਾ ਵੀ ਆਪਾਂ, ਤੁਸੀਂ ਵੀ ਅਨਖ ਦਿਖਾਈ ਨਾ ਪੂਰੀ ਕਿ ਨਹੀਂ, ਮੈਂ ਕਿਸੇ ਕੋ ਵੀ ਨਹੀਂ ਲੈਣਾ ਸੀ। ਬਾਕੀ ਇੱਕ ਚੀਜ਼ ਆ ਕਿ ਇੰਨਾ ਕੁ ਹੋਇਆ ਕਿ ਕੋਈ ਬੰਦਾ ਤੁਹਾਡਾ ਪਿੱਛੇ, ਤੁਹਾਡਾ ਮੇਰੇ ਕੋਲ ਲਾਲਾ ਨਹੀਂ, ਮੈਂ ਇੰਨੀ ਫੈਸਿਲਿਟੀ ਹੁੰਦੀਆਂ ਨਾ, ਸਹੂਲਤ ਨਾ ਹੁੰਦੀ ਤੇ ਮੇਰਾ ਤੇ ਸੋਚਿਆ ਸੀ ਉਹਨੇ। ਸਹੀ ਆ। ਬਾਕੀ ਲੋਕ ਤੁਹਾਨੂੰ ਕਹਿਣ ਲੱਗ ਪੈਂਦੇ ਕਿ ਤੂੰ ਫਲਾਣੀ ਕਲੱਬ ਵੱਲੋਂ ਖੇਲਦਾ, ਫਲਾਣੀ ਵੱਲੋਂ, ਜਦੋਂ ਤੁਹਾਡੀ ਸੱਟ ਵੱਜਦੀ ਆ ਉਦੋਂ ਕਿੱਥੇ ਉਹ ਲੋਕ ਹੁੰਦੇ ਆ, ਤੁਹਾਨੂੰ ਉਦੋਂ ਤੇ ਪੁੱਛਦਾ ਕੋਈ ਨਹੀਂ। ਉਦੋਂ ਕਦੀ ਕਿਸੇ ਨੇ ਪੁੱਛਿਆ? ਬਾਅਦ ਚ ਕਮੈਂਟਾਂ ਚ ਆ ਜਾਂਦੇ ਆ ਕਹਿਣ ਕਿ ਤੂੰ ਲੋਟਾ, ਲਾਲਚੀ, ਪੈਸਿਆਂ ਲਈ ਵੇਖਿਆ। ਤਾਂ ਕਮੈਂਟ ਅਸੀਂ ਵੀ ਰੀਡ ਕਰਦੇ ਆ। ਸਹੀ ਆ, ਉਹ ਕਹਿਣ ਲੱਗ ਪੈਂਦੇ, ਲੇਕਿਨ ਉਦੋਂ ਕਿੱਥੇ ਹੁੰਦੇ ਪਲੇਅਰ ਜਦੋਂ ਪਲੇਅਰ ਤੇ ਸੱਟ ਵੱਜੀ ਹੁੰਦੀ ਆ। ਹੁਣ ਵੀ ਕਈ ਪਲੇਅਰ ਆ ਜਿਨ੍ਹਾਂ ਦੇ ਸੱਟ ਵੱਜੀ, ਕਿੰਨਾ ਕੁ ਨਾਂ ਲੈਂਦੇ। ਮੈਂ 50 ਕ ਨਾਂ ਦਿੰਦਾ, ਕਦੀ ਕਿਸੇ ਨੇ ਨਾਂ ਵੀ ਲਿਆ ਹੋਵੇ, ਕਮੈਂਟ ਚ ਵੀ ਨਾਂ ਲਿਆ ਹੋਵੇ। ਅੱਛਾ, ਇੱਕ ਹੋਰ ਬੜਾ ਵੱਡਾ ਅਲਮੀਆ ਵੀ ਖਾਸ ਤੌਰ ਤੇ ਪਾਕਿਸਤਾਨ ਦੇ ਵਿੱਚ ਹੀ ਮੈਂ ਚੀਜ਼ਾਂ ਦੇਖੀਆਂ ਨੇ ਕਿ ਜਦੋਂ ਵੀ ਤੁਸੀਂ ਕਬੱਡੀ ਦਾ ਮੈਚ ਕਿਤੇ ਟੂਰਨਾਮੈਂਟ ਖੇਡ ਰਹੇ ਹੋ, ਅੱਛਾ ਲੋਕੀ ਆਉਂਦੇ ਨੇ, ਲੋਕੀ ਪੈਸੇ ਦਿੰਦੇ ਨੇ। ਅੱਛਾ, ਪੈਸਾ ਏਦਾਂ ਦਿੱਤਾ ਜਾ ਰਿਹਾ ਹੁੰਦਾ ਜਿਵੇਂ ਤੁਸੀਂ ਚਲੇ ਜਾਓ ਮੇਲਿਆਂ ਤੇ, ਜਿਵੇਂ ਉਹ ਕਹਿੰਦੇ ਨਾ, ਅਸੀਂ ਕੋਈ ਡਾਂਸਰਾਂ ਡਾਂਸ ਕਰ ਰਹੀਆਂ ਨੇ, ਕੋਈ ਅਜੀਬੋ ਗਰੀਬ। ਅੱਛਾ, ਇਸ ਤਰ੍ਹਾਂ ਕਰਕੇ ਦੇਣਾ ਪੈਸੇ ਨੂੰ, ਇੱਕ ਵਿਖਾਣਾ, ਇਹ ਤੁਸੀਂ ਕੀ ਗੱਲ ਹੈ, ਇਸ ਤੋਂ ਇਹ ਤਰੀਕਾ ਕਾ ਠੀਕ ਸਮਝਦੇ ਹੋ? ਮੈਂ ਇਹ ਚੀਜ਼ ਦੱਸਦਾ ਕਿ ਸਾਰਿਆਂ ਤੋਂ ਨਫ਼ਰਤ ਜਿਹੜੀ ਹੈ ਨਾ, ਮੈਨੂੰ ਖਾਸ ਤੌਰ ਤੇ, ਬਾਕੀ ਕਿਸੇ ਦਾ ਪਤਾ ਨਹੀਂ ਇਸ ਚੀਜ਼ ਤੋਂ ਆ। ਸਹੀ ਆ ਕਿ ਤੁਸੀਂ ਜਾਣਦੇ ਜੇ ਤੁਹਾਨੂੰ ਪੈਸੇ ਫੜਾਉਂਦੇ ਹੋ, ਦਿਲ ਕੀਤਾ ਪੈਸਾ ਥੋੜਾ ਜਿਹਾ ਅੱਗੇ ਕਰ ਲੈ, ਤੁਸੀਂ ਮਗਰ ਉਹਦੇ। ਯਾਰ ਅਸੀਂ ਇੱਕ, ਤੁਸੀਂ ਮੁਲਕ ਦਾ ਵੱਡਾ ਸਟਾਰ, ਬਿਲਕੁਲ, ਅਸੀਂ ਨਹੀਂ ਵੀ ਥੱਲੋਂ ਵੀ ਜੂਨੀਅਰ ਮੁੰਡੇ ਵੀ ਜਿਹੜੇ, ਸਹੀ ਆ, ਕੋਈ ਵੀ ਆ, ਉਹਦੀ ਜਿਹੜੀ ਵੀਡੀਓ ਵਾ ਉਹਦੀ ਫੈਮਿਲੀ ਤੱਕ ਵੀ ਜਾਣੀ ਆ। ਬੇਸ਼ੱਕ ਉਹਦੀ ਫੈਮਿਲੀ ਆ, ਉਹਦੇ ਯਾਰ ਦੋਸਤ, ਪਿਆਰ ਕਰਨ ਵਾਲੇ, ਜਿਨ੍ਹਾਂ ਦੇ ਵਿੱਚ ਉਹ ਜਾ ਕੇ ਦੱਸਦਾ ਕਿ ਮੇਰਾ ਬੜਾ ਵੱਡਾ ਨਾਂ ਹੋ ਗਿਆ। ਮੈਂ ਨਾ ਇੱਕ ਚੀਜ਼ ਦੱਸਦਾ, ਇੱਕ ਮੇਰਾ ਮੁੰਡਾ ਦੋਸਤ ਹੀ ਆ ਤੇ ਮੈਂ ਨਾ ਏਦਾਂ ਗੱਲਾਂ ਡਿਆ ਕਿ ਸ਼ੂਗਰ ਲਾਉਣਿਆ ਕਿ ਬੜੀ ਕਬੱਡੀ ਵਾਲਿਆਂ ਦੀ ਰਿਸਪੈਕਟ ਤੇ ਜੇ ਉਹ ਮੈਨੂੰ ਅੱਗੋਂ ਬੰਦੇ ਨੇ ਕਿਹਾ, ਕਹਿੰਦਾ 500 ਰੁਪਇਆ ਨਾ 500 ਦਾ ਨੋਟ ਕੱਢ ਕੇ, ਕਹਿੰਦਾ ਉਹ ਫਲਾਣਾ ਭਾਵੇਂ ਕੋਈ ਵੀ ਬੰਦਾ ਏਦਾਂ ਕਰਦੇ, ਕਹਿੰਦਾ ਕਬੱਡੀ ਵਾਲਾ ਪਲੇਅਰ ਉੱਧਰ ਨੂੰ ਤੁਰ ਪੈਣਾ। ਓਏ ਸਹੀ ਆ। ਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਕਿ ਤੁਸੀਂ ਪੈਸੇ ਲਾਉਣੇ ਆ
ਤੁਸੀਂ ਲੱਖ ਲਾਉਣਾ, 2 ਲੱਖ ਲਾਉਣਾ, 50,000 500 ਲਾਉਣਾ, ਉਹ ਕਮੈਂਟਰੀ ਵਾਲਾ ਵਾ ਗਰਾਊਂਡ ਚ ਆਓ। ਬਾਹਰ ਵੀ ਤਾਂ ਹੁੰਦਾ ਵੇ। ਨਹੀਂ, ਬਾਹਰ ਮੈਂ ਗਿਆ, ਆਸਟ੍ਰੇਲੀਆ ਗਿਆ 2023 ਦੇ ਅਕਤੂਬਰ ਚ ਗਿਆ। 8 ਅਕਤੂਬਰ ਨੂੰ ਮੈਚ ਹੋਵੇ, ਉਤਰਿਆ ਮੈਂ, ਉੱਥੇ ਪੈਸੇ ਲੱਗੇ ਮੇਰੇ ਤੇ ਜੀ 3 ਰੇਡਾਂ ਤੇ $9200। ਅੱਛਾ। ਮੈਂ ਜਿੱਤਿਆ। ਮੈਂ ਕਿਹਾ ਉਹ ਬੰਦੇ ਨੇ ਆਪਣੇ ਹੱਥ 'ਚ ਨਹੀਂ ਫੜੇ, ਜਿੰਨੇ ਪੈਸੇ ਬੱਲ ਇੰਡੀਆ ਦਾ, ਉਹਨੇ ਆਪਣੇ ਹੱਥ 'ਚ ਨਹੀਂ ਫੜੇ। ਕਮੈਂਟਰੀ ਵਾਲੇ ਨੂੰ ਪਹਿਲੋਂ ਪੈਸੇ ਫੜਾਏ ਹੁੰਦੇ, ਤੁਹਾਨੂੰ ਪੈਸੇ ਕਮੈਂਟਰੀ ਵਾਲੇ ਨੇ ਦੇਣੇ ਗਿਣ ਕੇ। ਅੱਛਾ, ਉਹ ਏਦਾਂ ਨਹੀਂ ਅਵੇਲਾ ਨਹੀਂ ਕਰਾਂਗੇ। ਮੈਂ ਕਿਹਾ ਨਾ ਕਦੀ ਸੋਚਿਓ ਬਣਾ ਕੇ ਬਾਹਰ ਇਹ ਚੀਜ਼ ਹੋ ਜੂਗੀ, ਜੇ ਹੋ ਜੇ ਤੇ ਕੋਈ ਪੈਸਾ ਹੀ ਨਾ ਲੈਣ ਜਾਵੇ ਉਹਨਾਂ ਕੋਲ। ਅੱਛਾ, ਉਹ ਰਿਸਪੈਕਟ ਆ, ਉਹਨੂੰ ਮਾਂ ਖੇਡ ਸਮਝਦੇ ਆ ਜਿਹੜੇ ਨਾ ਲੋਕ ਚੜ੍ਹਦੇ ਪੰਜਾਬ ਵਾਲੇ, ਇੰਡੀਆ ਵਾਲੇ ਲੋਕ ਆ, ਇਹਨੂੰ ਮਾਂ ਖੇਡ ਸਮਝਦੇ। ਤੇ ਮਾਂ ਜਿਹੜੀ ਆ, ਮਾਂ ਨੂੰ ਆਪਾਂ ਕਿਹੜਾ ਰੁਤਬਾ ਦਿੱਤਾ? ਆਪਣਾ ਰੁਤਬਾ ਬੜਾ, ਮਾਂ ਦਾ ਰੁਤਬਾ। ਜਿਹੜੀ ਮਾਂ ਦਾ ਰੁਤਬਾ ਦਿੱਤਾ ਨਾ ਆਪਾਂ, ਉਹ ਉਹਨੂੰ ਮਾਂ ਸਮਝਦੇ, ਮਾਂ ਖੇਡ। ਤੇ ਮਾਂ ਖੇਡ ਦਾ ਮਜ਼ਾਕ ਥੋੜੀ ਬਣਾ ਸਕਦੇ। ਸਾਡੇ ਲੋਕ ਆ, ਇਹ ਆਰਟੀਫਿਸ਼ਲ ਫੈਨ ਆ ਪਿਆਰ ਕਰਨ ਵਾਲੇ ਕਬੱਡੀ ਨੂੰ। ਸਹੀ ਆ, ਇਹ ਇੱਕ ਦਿਨ ਕਰ ਲਿਆ ਪਿਆਰ, ਜਦੋਂ ਆਈ ਵੀਡੀਓ, ਜਿੱਦਾਂ ਨੀ ਆਪਾਂ ਕਹਿੰਦੇ ਕਿ ਇੱਕ ਕਮੈਂਟ ਵੇਖਿਆ ਕਿਸੇ ਨੇ ਮਾੜਾ ਕੀਤਾ, ਉਹਦੇ ਥੱਲੇ ਸਾਰਿਆਂ ਨੇ ਕਮੈਂਟ ਕਰੀ ਜਾਣਾ। ਕਿਸੇ ਨੇ ਇੰਨੇ ਉਹਦੀ ਤਸਦੀਕ ਕਰਨੀ, ਕਿਉਂ ਕਰਨ ਡਿਆ ਮਾੜਾ? ਉਹਦੀ ਆਪਸ ਚ ਨਾ ਕੋਈ ਉਹਦੀ ਰੰਜਿਸ਼ ਹੋਵੇ ਜਿੱਥੇ ਜਦੋਂ ਕੰਡਿਆ, ਹਨਾ। ਉਹ ਸਾਡੇ ਲੋਕ ਤਸਦੀਕ ਨਹੀਂ ਕਰਦੇ, ਚਲਾ ਦਿੰਦੇ ਉਦਾਂ ਹੀ। ਹਾਲਾਂਕਿ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਤੁਸੀਂ ਜਿਹੜੇ ਕਬੱਡੀ ਵਾਲੇ ਪਲੇਅਰ ਆ ਨਾ, ਉਹਨਾਂ ਨੇ ਘਰੋਂ ਖਾਧਾ ਹੁੰਦਾ, ਘਰੋਂ ਪੀਤਾ ਹੁੰਦਾ, ਮਿਹਨਤ ਕੀਤੀ ਹੁੰਦੀ ਸਾਰੀ ਆਪਣੇ ਘਰੋਂ। ਤਜ਼ਲੀਲ ਹੈ, ਵੇਖਿਆ ਜਾਵੇ ਨਾ, ਇੱਕ ਪਲੇਅਰ ਦੀ, ਕੋਈ ਵੀ ਛੋਟਾ ਪਲੇਅਰ, ਤਜ਼ਲੀਲ ਭਾਈ ਇਸ ਤਰ੍ਹਾਂ ਪੈਸਾ ਜਿਵੇਂ ਵੇਲਾਂ ਕਰਾ ਰਹੇ ਨੇ। ਇਹ ਪਾਕਿਸਤਾਨ ਚ ਇਹਦੇ ਤੇ ਕੌਣ ਐਸਾ ਬੰਦਾ ਜਿਹੜਾ ਨੂੰ ਰੋਕ ਲਾ ਸਕਦਾ? ਜਾਂ ਤੁਹਾਡੀ ਫੈਡਰੇਸ਼ਨ ਜਿਹੜਾ ਮੈਚ ਕਰਾਉਂਦਾ, ਮੈਂ ਦੱਸਦਾ, ਮੈਚ ਕੋਈ ਵੀ ਕਰਾਉਣ ਡਿਆ ਨਾ, ਮੈਚ ਦੇ ਵਿੱਚ ਪਬਲਿਕ ਨੂੰ ਰੋਕ ਸਕਦੇ ਨਾ ਆਉਣ ਤੋਂ। ਪਬਲਿਕ ਨੂੰ ਗਰਾਊਂਡ ਚ ਨਹੀਂ ਆਉਣ ਦਿੰਦੇ। ਕਿੰਨੀ ਪਬਲਿਕ ਹੁੰਦੀ ਆ, 75 ਫੁੱਟ ਦਾ ਦਾਇਰਾ ਹੁੰਦਾ, ਸਾਰੀ ਪਬਲਿਕ ਬਾਹਰ ਖੜੀ ਹੁੰਦੀ ਹੈ ਨਾ। ਉਹ ਰੋਕ ਸਕਦੇ, ਪਬਲਿਕ ਨੂੰ ਰੋਕ ਸਕਦੇ, ਇਹਨਾਂ ਬੰਦਿਆਂ ਨੂੰ ਵੀ ਰੋਕ ਸਕਦੇ ਕਿ ਤੁਸੀਂ ਜੇ ਪੈਸਾ ਦੇਣਾ, ਉਹਨੂੰ ਗਰਾਊਂਡ 'ਚ ਜਾ ਕੇ ਦੋ ਪੈਸਾ, ਉਹਨੂੰ ਰਿਸਪੈਕਟ ਦੋ। ਹਾਲਾਂਕਿ ਤੁਸੀਂ ਉਹਦੀ ਰਿਸਪੈਕਟ ਜਿਹੜੀ ਤੁਹਾਨੂੰ ਡਿਸਰਿਸਪੈਕਟ ਕਰੋ। ਹਾਂ। ਅੱਛਾ, ਨਾਲੇ ਫਿਰ ਐਵੇਂ ਕੋਈ ਖਾਸ ਪਰਸਨੈਲਿਟੀ ਵਾਲਾ ਬੰਦਾ ਵੀ ਨਹੀਂ, ਕੋਈ ਐਵੇਂ ਉੱਠਦਾ 500 ਜੇਬ 'ਚ ਕੱਢਿਆ ਤੇ ਬਸ ਆਪਣਾ ਨਾਮ ਬਣਾਉਣ ਵਾਸਤੇ ਉੱਥੇ ਖੜਾ ਹੋ ਗਿਆ ਜੀ। ਯਾਰ ਅਕਸਰ ਤੁਸੀਂ ਵੀ ਵੇਖਦੇ ਹੋ ਸੋਸ਼ਲ ਮੀਡੀਆ ਦੇ ਵੀਡੀਓ, ਇੱਥੇ ਪੈਸੇ ਚੁੱਕੇ ਹੁੰਦੇ ਆ, ਉਹ ਪਲੇਅਰ ਜਾਂਦਾ ਥੱਲੋਂ। ਯਾਰ ਪਲੇਅਰ ਆ, ਉਹਨੇ ਮਿਹਨਤ ਕੀਤੀ ਆ, ਉਹਨੇ ਕਿਹੜਾ ਇਸ ਕੰਮ ਲਈ ਮਿਹਨਤ ਕੀਤੀ ਪਲੇਅਰ ਨੇ? ਤੇ ਜਿਹੜਾ ਸੋਸ਼ਲ ਮੀਡੀਆ ਵੇ, ਅੱਛਾ ਤੁਸੀਂ ਜ਼ਾਰੀ ਬਾਤ ਹੈ, ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ, ਤੁਹਾਡੇ ਮਿਲੀਅਨ ਲੋਕ ਨੇ ਜਿਹੜੇ ਤੁਹਾਨੂੰ ਆਪਣਾ ਫਾਲੋ ਕਰਦੇ ਨੇ। ਇਹ ਜਿਹੜਾ ਇਲਜ਼ਾਮ ਲੱਗਦਾ ਵੇ ਕਿ ਬਈ ਜੀ ਸੋਸ਼ਲ ਮੀਡੀਆ ਤੇ ਬਹੁਤਾ ਧਿਆਨ ਹੈ, ਗੇਮ ਵੱਲ ਧਿਆਨ ਘੱਟ ਹੈ, ਔਰ ਇਸ ਵਜ੍ਹਾ ਤੋਂ ਪਲੇਅਰ ਉੱਪਰ ਸਾਡੀ ਕਬੱਡੀ ਉੱਠ ਨਹੀਂ ਰਹੀ। ਇਹਨੂੰ ਕਿਵੇਂ ਤੁਸੀਂ ਵੇਖਦੇ ਹੋ? ਜਿਹੜੀ ਕਬੱਡੀ ਹੈ ਨਾ, ਕਬੱਡੀ ਸਾਡੀ, ਤੁਹਾਨੂੰ ਪਤਾ ਹੀ ਆਪਣੀ ਪਈ, ਸਹੀ ਦੱਸਿਓ, ਅੱਜ ਤੋਂ 5 ਸਾਲ 20 ਵਾਲੇ ਵਰਲਡ ਕੱਪ ਤੋਂ ਕਿੰਨਾ ਕਬੱਡੀ ਨੂੰ ਜਾਣਦੇ ਨਹੀਂ, ਇਸ ਨਾਲ ਜਾਣਦੇ ਨਹੀਂ। ਉਹ ਕਿੱਦਾਂ ਆਈ ਆ? ਸੋਸ਼ਲ ਮੀਡੀਆ ਤੇ ਕਬੱਡੀ ਆ ਗਈ। ਸੋਸ਼ਲ ਮੀਡੀਆ ਤੇ ਕਬੱਡੀ ਆ ਗਈ। ਕਬੱਡੀ ਅੱਗੇ ਸੀ ਪਿੰਡਾਂ ਤੱਕ, ਪਿੰਡਾਂ ਦੇ ਲੋਕ ਗੱਲੇ ਵੇਖਦੇ ਕਬੱਡੀ ਨੂੰ ਨਾ, ਪਿੰਡਾਂ ਦੇ ਵਿੱਚ ਵੇਖ ਲਿਆ ਜਾਣਾ। ਹੁਣ ਤਾਂ ਸ਼ਹਿਰਾਂ ਦੇ ਵਿੱਚ ਫੋਨ ਭਰ ਜਾਂਦੇ ਨੇ। ਮੈਂ ਕਿਹਾ ਹੁਣ ਉਹ ਜਿਹੜੀ ਸੋਸ਼ਲ ਮੀਡੀਆ ਨੇ ਕਬੱਡੀ ਲੋਕਾਂ ਦੇ ਘਰਾਂ ਦੇ ਵਿੱਚ ਵਾਰਤੀ, ਸ਼ਹਿਰਾਂ ਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਵਾਰਤੀ ਕਬੱਡੀ, ਹੈ ਨਾ। ਹਰ ਇੱਕ ਬੰਦੇ ਨੂੰ ਪੁੱਛ ਕੇ ਵੇਖ, ਉਹਨੂੰ ਪਤਾ ਉਹ ਕਬੱਡੀ ਕੀ ਆ, ਕਬੱਡੀ ਕਿੱਦਾਂ ਖੇਲਣੀ, ਕਬੱਡੀ ਦਾ ਕੀ ਰੂਲ ਆ। ਮੈਂ ਨਾ ਪਹਿਲੋਂ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਬੱਡੀ ਚੀਜ਼ ਕੀ ਆ। ਇਹ ਸੋਸ਼ਲ ਮੀਡੀਆ ਨੂੰ ਦੁਆਵਾਂ ਦੇਣ ਕਬੱਡੀ ਵਾਲੇ ਜਿੰਨੇ ਵੀ ਆ ਨਾ, ਜਿਹੜੇ ਉੱਠ ਕੇ ਗੱਲਾਂ ਕਰਨ ਲੱਗ ਪੈਂਦੇ ਨਾ, ਉਹ ਸੋਸ਼ਲ ਮੀਡੀਆ ਨੂੰ ਦੁਆਵਾਂ ਦੇਣ ਕਿ ਤੁਹਾਡੀ ਕਬੱਡੀ ਜਿਹੜੀ ਸੋਸ਼ਲ ਮੀਡੀਆ ਨੇ ਕਿੱਥੇ ਦੀ ਕਿੱਥੇ ਚੁੱਕ ਕੇ ਦੇਤੀ। ਤੁਹਾਡਾ ਸੋਸ਼ਲ ਮੀਡੀਆ ਤੁਸੀਂ ਆਪ ਚਲਾਉਂਦੇ ਹੋ, ਕੋਈ ਬੰਦੇ ਰੱਖੇ ਨੇ? ਨਹੀਂ, ਮੈਂ ਨਹੀਂ ਚਲਾਉਣਾ, ਕੋਈ ਦੋਸਤ ਆਪਣੇ ਨਾਲ, ਜਿੰਨੇ ਵੇਖਿਆ ਫੋਨ ਓਪਨ ਆ ਲੋਕ ਨਾ, ਉਹ ਅਪਲੋਡ ਕਰ ਦੇਣੀ। ਅੱਛਾ, ਇਹਦਾ ਮਤਲਬ ਤੁਸੀਂ ਬਕਾਇਦਾ ਬੰਦੇ ਨਾਲ ਨਹੀਂ ਰੱਖੇ? ਨਹੀਂ, ਵੈਸੇ ਟੀਮ ਨਹੀਂ ਭਰਤੀ ਕੀਤੀ? ਨਹੀਂ। ਅੱਛਾ, ਆਪਾਂ ਇੱਕ, ਤੁਸੀਂ ਵੀ ਆਪਣੇ ਜਿਮ ਪਾਰਟਨਰ ਵੀ ਜੇ ਨਾ, ਤੇ ਆਪ ਤੁਹਾਡੇ ਨਾਲ ਜਿਮ ਵੀ ਤੁਸੀਂ ਮਿਲਣਾ ਹੀ ਹੁੰਦਾ। ਤੇ ਤੁਸੀਂ ਦੇਖਿਆ ਹੀ ਆ ਕਿੰਨੀ ਉੱਥੇ ਜਿਮ ਕਰਨੀ ਹੁੰਦੀ, ਆਉਣਾ ਤੋਂ 3 ਘੰਟੇ ਜਿਮ ਕਰਨੀ ਆ। ਸਹੀ ਆ, ਜੇ 3 ਘੰਟੇ ਜਿਮ ਕਰ ਲਈ, ਤੁਸੀਂ 10 ਮਿੰਟ ਆਪਣੀ ਵੀਡੀਓ ਨੂੰ ਸੋਸ਼ਲ ਮੀਡੀਆ ਨਾਲ ਟਾਈਮ ਦੇਤਾ, ਇਹਦੇ 'ਚ ਕੋਈ ਪ੍ਰੋਬਲਮ ਤੇ ਕੋਈ ਨਹੀਂ। ਤੇ ਜਿਹੜਾ ਮੈਸੇਜ ਆ ਵਧੀਆ ਜਾਂਦਾ ਲੋਕਾਂ ਤੱਕ ਨਾ, ਮੈਸੇਜ ਹੈਲਦੀ ਜਾਂਦਾ, ਹੈਲਦੀ ਮੈਸੇਜ ਆ। ਤੇ ਤੁਸੀਂ, ਮੇਰੇ ਖਿਆਲ ਨਾਲ ਜਿਹੜਾ ਹੈਲਦੀ ਮੈਸੇਜ ਆ ਉਹ ਜਾਣਾ ਚਾਹੀਦਾ, ਜਿਹੜਾ ਮੈਸੇਜ ਲੋਕਾਂ ਤੱਕ। ਮੈਂ ਤੁਹਾਡੀ ਖੁਰਾਕ ਤੇ ਵੀ ਸਵਾਲ ਕਰਨੇ ਨੇ, ਲੇਕਿਨ ਮੈਂ ਕਿਉਂਕਿ ਪ੍ਰਮੋਟਰਾਂ ਦੀ ਗੱਲ ਹੋ ਰਹੀ ਸੀ ਕਿ ਜੀ ਐਸਾ ਸਾਡੇ ਨਾਲ ਪ੍ਰਮੋਟਰਾਂ ਦਾ ਬੜਾ ਹੱਥ ਹੈ। ਅੱਛਾ, ਪਾਕਿਸਤਾਨੀ ਪ੍ਰਮੋਟਰਾਂ ਤੇ ਇੰਡੀਆ ਦੇ ਪ੍ਰਮੋਟਰਾਂ ਦੇ ਵਿੱਚ ਕੀ ਫਰਕ ਹੈ? ਕਿਉਂਕਿ ਸਾਡੇ ਪਾਕਿਸਤਾਨ ਦੇ ਜਿੰਨੇ ਵੀ ਪ੍ਰਮੋਟਰ ਨੇ, ਉਹਨਾਂ ਦੇ ਉੱਤੇ ਇਹ ਇਲਜ਼ਾਮ ਲੱਗਦਾ ਕਿ ਭਾਈ ਇਹ ਪੈਸਾ ਖਾ ਜਾਂਦੇ ਨੇ ਖਿਡਾਰੀਆਂ ਦਾ, ਖਿਡਾਰੀਆਂ ਨੂੰ ਪੂਰਾ ਪੈਸਾ ਵੀ ਨਹੀਂ ਦਿੰਦੇ। ਅੱਛਾ, ਇਹਦੇ ਬਾਰੇ ਥੋੜਾ ਡਿਫਾਈਨ ਕਰਨਾ। ਨਹੀਂ, ਇਹਦੇ ਤੇ ਮੈਂ ਉਦੋਂ ਗੱਲ ਕਰੂੰਗਾ ਪੈਸੇ ਖਾਣ ਵਾਲੀ, ਜਦੋਂ ਮੇਰੇ ਨਾਲ ਕੋਈ ਹੋਇਆ ਹੋਊਗਾ ਇਦਾਂ ਦਾ ਨਾ ਹੈਪਨ। ਮੇਰੇ ਨਾਲ ਕੋਈ ਨਹੀਂ ਹੋਇਆ, ਨਾ ਮੈਨੂੰ ਇਹਦੇ ਬਾਰੇ ਪਤਾ ਕਿ ਪੈਸੇ ਖਾਂਦੇ। ਲੇਕਿਨ ਇੰਨਾ ਕੁ ਫਰਕ ਆ ਕਿ ਸਾਡੇ ਪ੍ਰਮੋਟਰ ਨਾਲ ਜੇ ਕਿਸੇ ਨੂੰ 5000 ਰੁਪਇਆ ਦੇ ਦਿੱਤਾ ਨਾ, ਉਹਦੀਆਂ ਫਲੈਕਸਾਂ ਹੀ ਲੱਗੀ ਜਾਣੀਆਂ। ਅੱਛਾ, ਮੈਂ 5000 ਦੇ ਦਿੱਤਾ ਨਾ,
ਉਹ ਫਲੈਕਸਾਂ ਨਾਲ ਭਰ ਜਾਣਾ ਤੇ ਉਹ ਬੰਦਾ ਜਾਂ ਦੇ ਤੋਂ ਕੋਈ 5 ਕਰੋੜ ਜਾਂ ਕੋਈ ਪਲਾਟ ਦਿੱਤਾ ਤੇ ਲਾਈ ਜਾ 5000 ਦੀ ਫਲੈਕਸ ਹੀ ਲਾਈ ਜਾਣੀ। ਹਾਲਾਂਕਿ ਉਹਨੂੰ ਵੀ ਥੋੜੀ ਜਿਹੀ ਸ਼ਰਮ ਕਰਨੀ ਚਾਹੀਦੀ ਕਿ ਤੂੰ ਕਰ ਕੀ ਡਿਆ ਨਾ, ਪਲੇਅਰ ਦੀ ਸਪੋਰਟ ਕਰਨਾ, ਹੈਲਪ ਕਰਨਾ, ਜਿਹੜਾ ਵੀ ਕਰਨਾ, ਜਿਹਦੀ ਵੀ ਕਰਨਾ ਹੈਲਪ ਕਰ, ਕਿਸੇ ਤਰੀਕੇ ਨਾਲ ਕਰ ਨਾ। ਤੇ ਜਿਹੜੇ ਇੰਡੀਆ ਦੇ ਆ ਉਹਨਾਂ ਨੇ ਸਾਡੀ ਕਬੱਡੀ ਚੁੱਕਦੀ ਆ ਕੇ ਪਾਕਿਸਤਾਨ ਦੀ, ਪੰਜਾਬ ਦੀ ਕਬੱਡੀ ਜਿਹੜੀ ਹੈ ਨਾ, ਜਿਹਨੂੰ ਚੱਕਣ ਦੇ ਵਿੱਚ 90% ਰੋਲ ਜਿਹੜਾ ਉਹਨਾਂ ਦਾ। ਇਸ ਟਾਈਮ ਜ਼ਿਆਦਾਤਰ ਲੀਗਾਂ ਜਿਹੜੀ ਪੂਰੀ ਦੁਨੀਆ, ਜਿਸ ਤਰ੍ਹਾਂ ਤੁਸੀਂ ਆਸਟ੍ਰੇਲੀਆ ਚੱਲੇ ਹੋ, ਫਿਰ ਅਮਰੀਕਾ ਜਾਣਾ, ਫਿਰ ਕੈਨੇਡਾ ਜਾਣਾ, ਇਹ ਸਾਰੀਆਂ ਲੀਗਾਂ ਜਿਹੜੀਆਂ ਨੇ ਇਹ ਜਦੋਂ ਇਹਨਾਂ ਦਾ ਸਿਰਾ ਵੇਖਿਆ ਜਾਂਦਾ ਇੰਡੀਆ ਚੋਂ ਨਿਕਲਦਾ, ਬਈ ਇੰਡੀਆ ਇਹਨੂੰ ਪ੍ਰਮੋਟ ਕਰ ਰਿਹਾ। ਬਿਲਕੁਲ ਉਹ ਬੈਠੇ ਆ ਨਾ ਬਾਹਰ, ਬਾਹਰ ਦੇ ਕੰਟਰੀਆਂ 'ਚ ਬੈਠੇ। ਹੁਣ ਮੀਨ ਕਿ ਆਸਟ੍ਰੇਲੀਆ ਕੱਪ ਹੋਣੇ 26 ਤੋਂ ਆ, ਆਈ ਥਿੰਕ ਸੀ, ਪਹਿਲੋਂ ਥੋੜੇ ਅੱਗੇ ਚਲ ਗਿਆ, ਡਿਲੇ ਹੋ ਗਏ 26 ਨੂੰ ਆਉਣ ਕੱਪ ਨਾ। ਤੇ ਉਹਨਾਂ ਦੇ 26 ਤੋਂ ਸ਼ੁਰੂ ਹੁੰਦੇ, ਉਹ ਪੈਸੇ ਲਾਉਂਦੇ, ਬਹੁਤ ਪੈਸੇ ਲਾਉਂਦੇ। ਜਿੱਦਾਂ ਆਪਾਂ ਮਸੀਤਾਂ ਲਈ ਪੈਸੇ ਇਕੱਠੇ ਨਹੀਂ ਕਰਦੇ ਕਿ ਚੰਦਾ ਇਕੱਠਾ ਹੋ ਰਿਹਾ ਮਸੀਤਾਂ ਲਈ ਨਾ, ਜਾਂ ਕਿਸੇ ਦੀ ਸਪੋਰਟ ਕਰਨ ਲਈ, ਉਹ ਏਦਾਂ ਪੈਸੇ ਇਕੱਠੇ ਹੁੰਦੇ ਬਕਾਇਦਾ ਉਹਨਾਂ ਦੇ। 1000 $2,000 $5,000 ਜਿੰਨੇ ਜਿਹਦੇ ਵਿੱਚ ਜਿੰਨੀ ਹਸੀਅਤ ਨਾ, ਉਹਨੇ ਉਸ ਹਿਸਾਬ ਨਾਲ ਉਹਦੇ ਵਿੱਚ ਪਾਉਣੇ ਪੈਸੇ। ਜੇ ਕੋਈ $1,00,000 ਪਾ ਸਕਦਾ ਨੇ ਲੱਖ ਪਾਉਣਾ, ਜੇ ਕੋਈ 500 ਪਾ ਸਕਦਾ ਨੇ 500 ਪਾਉਣਾ ਵਿੱਚ। ਸਹੀ ਆ, ਉਹ ਇਕੱਠੇ ਕਰਦੇ। ਅਸੀਂ ਇੱਕ ਕਬੱਡੀ ਨੂੰ ਨਾ ਇੱਥੋਂ ਤੱਕ ਆ ਕਿ ਅਸੀਂ ਕਬੱਡੀ ਨੂੰ ਮਜ਼ਾਕ ਬਣਾਇਆ। ਸਹੀ ਆ, ਅਸੀਂ ਨਹੀਂ ਸੀਰੀਅਸ ਨਹੀਂ ਲਿਆ ਕਬੱਡੀ ਨੂੰ। ਜਿਹੜੇ ਸਾਡੇ ਕਬੱਡੀ ਦੇ ਪ੍ਰਮੋਟਰ ਆ ਤੇ ਸਾਡੇ ਜਿਹੜੇ ਸ਼ਾਇਕੀਨ ਆ, ਉਹਨਾਂ ਨੇ ਵੀ, ਉਹ ਵੀ ਜਾਂਦੇ ਆ। ਹਾਲਾਂਕਿ ਇਹਨਾਂ ਨੂੰ ਨਾ ਜਿਹੜੇ ਸ਼ਾਇਕੀਨ ਆ ਬਾਹਰ ਜਾਂਦੇ, ਸਾਰਿਆਂ ਨੂੰ ਨਹੀਂ ਕਹਿੰਦਾ, ਜਿਹੜੇ ਵਿੱਚ ਹੈਗੇ ਇੰਤਸ਼ਾਰ ਪਸੰਦ ਆ। ਹਾਲਾਂਕਿ ਮੈਂ ਮੇਰੀ ਫੈਮਿਲੀ ਘਰ ਬਹਿ ਕੇ ਮੈਚ ਵੇਖਣ ਦੀ। ਹੁਣ ਸਾਡਾ ਕੰਮ ਹੀ ਇੱਕ ਖੇਲਣਾ ਨਾ, ਕਬੱਡੀ ਖੇਲਣੀ। ਹੁਣ ਸਾਡੇ ਘਰਦਿਆਂ ਨੂੰ ਵੀ ਪਤਾ ਹੀ ਹੋਣਾ ਕਬੱਡੀ ਖੇਲਣੀ। ਹੁਣ ਉਹਨਾਂ ਨੂੰ ਸਾਡੇ ਤੋਂ ਬਹੁਤਾ ਪਤਾ ਕਬੱਡੀ ਦਾ ਨਾ। ਜਿੱਦਾਂ ਹੀ ਮੈਚ ਹੋਣਾ, ਉਹ ਸਾਡੀ ਨਾ ਛੋਟੀ ਮੇਰੀ ਭਤੀਜੀ ਹੈ ਇੱਕ, ਉਹਨੇ ਕਿਤੇ ਮੈਚ ਨੇ ਨਾ ਲੱਭਣਾ ਚੈਨਲ ਤੋਂ ਕਿਸੇ ਤੋਂ, ਉਹਨੇ ਲੱਭ ਲੈਣਾ ਮੈਚ ਐਂਡ ਕਿ ਚਾਚੂ ਦਾ ਮੈਚ ਹੋਣਾ ਵੇਖਣਾ, ਸਾਰੇ ਫੈਮਿਲੀ ਬੈਠੀ ਹੁੰਦੀ। ਜਦੋਂ ਉਹੀ ਤੁਹਾਡੇ ਲੋਕ ਜਿਹੜੇ ਤੁਹਾਨੂੰ ਵੇਖਣ ਆਏ ਆ ਲੋਕ ਨਾ, ਤੁਹਾਡੀ ਫੈਮਿਲੀ ਤੁਹਾਨੂੰ ਘਰ ਬਹਿ ਕੇ ਵੇਖਣ ਦੀ, ਉਹ ਲੋਕ ਤੁਹਾਨੂੰ ਪਿੱਛੋਂ ਜਿਹੜੇ ਤੰਜ਼ ਕਰਨ ਦੇ ਗੱਲਾਂ ਐਸੀਆਂ ਕਰਦੇ ਜਿਹੜੀ ਫੈਮਿਲੀ ਨਹੀਂ ਸੁਣ ਸਕਦੀ। ਸਹੀ ਆ, ਦੱਸੋ ਤੁਹਾਡੀ ਫੈਮਿਲੀ ਤੁਹਾਨੂੰ ਪਾਕਿਸਤਾਨ ਖੇਲਣ ਦਊਗੀ? ਮੈਨੂੰ ਤਾਂ ਨਹੀਂ ਖੇਲਣ ਦਿੰਦੀ, ਸਿੱਧੀ ਗੱਲ ਆ। ਮੇਰੀ ਵਾਲਦਾ ਪਾਕਿਸਤਾਨ ਦੇ ਵਿੱਚ ਜਿਹੜੀਆਂ ਲੀਗ ਜਿਸ ਤਰ੍ਹਾਂ ਦੇਖੋ ਇੰਟਰਨੈਸ਼ਨਲ ਹੁੰਦੀ ਹੈ, ਪਾਕਿਸਤਾਨ ਦੇ ਵਿੱਚ ਕਬੱਡੀ ਥੱਲੇ ਤੋਂ ਥੱਲੇ ਜਾ ਰਹੀ ਹੈ। ਇਹ ਕਿਉਂ ਨਹੀਂ ਉੱਠ ਰਹੀ? ਇੱਥੇ ਕਿਉਂ ਨਹੀਂ ਲੀਗਾਂ ਹੋ ਰਹੀਆਂ ਜਿਹੜੀਆਂ ਕਿ ਹੋਣੀਆਂ ਚਾਹੀਦੀਆਂ ਨੇ? ਇਹਦੀ ਕੀ ਵਜ੍ਹਾ? ਇਹ ਸਾਡੀ ਜਿਹੜੀ ਗਵਰਨਮੈਂਟ ਆ ਉਹ ਸਪੋਰਟ ਨਹੀਂ ਕਰਦੀ ਇਹਨੂੰ, ਤੇ ਜਿਹੜੇ ਸਾਡੇ ਲੋਕ ਆ ਉਹ ਕਬੱਡੀ ਨਾਲ ਪਿਆਰ ਨਹੀਂ ਕਰਦੇ। ਉਹ ਹੁਣ ਉਹਨਾਂ ਨੂੰ ਕਰੀ ਪਿਆਰ ਤੇ ਬਹੁਤ ਕਰਦੇ। ਦੇਖੋ ਸਟੇਡੀਅਮ ਮੈਚ ਇੱਥੇ ਸਾਡੇ ਇਕਬਾਲ ਸਿੰਘ ਭਾਜੀ ਉਹ ਸਿਰਫ ਮੈਚ ਦੇਖਦੇ ਆ। ਅੱਛਾ, ਮੈਚ ਹੁਣ ਇੱਕ ਦੇਖਣਾ ਹੋਰ ਚੀਜ਼ ਆ, ਮੈਚ ਦੇ ਉੱਤੇ ਪੈਸੇ ਲਾਉਣਾ ਹੋਰ ਚੀਜ਼ ਆ। ਸਹੀ ਆ, ਉੱਥੇ ਹੁਣ ਬਾਹਰ ਤੁਸੀਂ ਉੱਥੇ $50,000 ਟਿਕਟ ਰੱਖੀ ਹੁੰਦੀ ਉਹਨਾਂ ਨੇ, ਐਂਟਰੀ ਜਿਹੜੀ। ਇੱਥੇ ਫ੍ਰੀ ਐਂਟਰੀਆਂ, ਇੱਥੇ ਫ੍ਰੀ ਐਂਟਰੀਆਂ, ਉੱਥੇ $50,000 ਐਂਟਰੀ ਰੱਖੀ ਹੁੰਦੀ। ਲੋਕ ਜਾਂਦੇ, ਭੱਜਦੇ, ਵੇਖਦੇ ਮੈਚ। ਉਦਾਂ ਤੁਹਾਨੂੰ ਉੱਥੇ ਮੈਚ ਖੇਲਣ ਦੇ ਜੇ ਤੁਹਾਨੂੰ ਉੱਤੋਂ ਕਿੰਨੇ ਪੈਸੇ ਹੋ ਜਾਂਦੇ, $2,000 $3,000 ਹੋ ਜਾਂਦਾ ਉੱਤੋਂ। ਤੇ ਫਿਰ ਅਸੀਂ ਜਿਹੜਾ ਵਾ ਮੁਕਾਬਲਾ, ਉਹਨਾਂ ਨੇ ਮੁਕਾਬਲਾ ਕਰਦੇ ਹਨਾ। ਤੇ ਉਹ ਫਿਰ ਕੁਛ ਏਦਾਂ ਦੀਆਂ ਚੀਜ਼ਾਂ ਕਿ ਜਿਹੜੇ ਉੱਧਰੋਂ ਪ੍ਰਮੋਟਰ ਆਏ ਨਾ ਇੰਡੀਆ ਚੋਂ, ਕੁਛ ਹੈਗੇ, ਉਹ ਸਾਰਿਆਂ ਨੂੰ ਪਤਾ ਕਿਹੜੇ ਪ੍ਰਮੋਟਰ ਆ। ਉਹਨਾਂ ਨੇ ਆ ਕੇ ਪਾਕਿਸਤਾਨ ਦਾ ਨਿਜ਼ਾਮ ਹੀ ਖਰਾਬ ਕੀਤਾ, ਆ ਕੇ ਨਾ ਕੰਟਰੋਵਰਸੀ ਸ਼ੁਰੂ ਕੀਤੀ ਇਹਨਾਂ ਦੀ ਪਾਕਿਸਤਾਨ ਦੇ ਵਿੱਚ। ਹੈਗੇ ਆ 1-2 ਪ੍ਰਮੋਟਰ ਜਿਹੜੇ ਉੱਥੇ ਇੰਡੀਆ ਤੋਂ ਕੈਨੇਡਾ ਚੋਂ ਆਏ ਨਾ, ਉਹਨਾਂ ਨੇ ਆ ਕੇ ਇੱਥੇ ਨਿਜ਼ਾਮ ਖਰਾਬ ਕੀਤਾ। ਹਾਲਾਂਕਿ ਏਦਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਜਿਹੜੇ ਪਾਕਿਸਤਾਨ ਆ ਇਹਨੂੰ ਤੋੜੋ ਨਾ, ਜਿਹੜੇ ਪਲੇਅਰ ਆ ਇਹਨਾਂ ਨੂੰ ਜੋੜੋ, ਆਪਸ ਚ ਪਾਓ। ਸਹੀ ਆ, ਉਹ ਕਦੀ ਗਰੁੱਪਬੰਦੀ ਹੋ ਰਹੀ ਹੈ, ਗਰੁੱਪਬੰਦੀ। ਇੱਕ ਸਾਲ ਉਹ ਕਿਸੇ ਹੋਰ ਦੇ ਨਾਲ ਆ ਕੇ ਤਾਰੀਫਾਂ ਕਰਨ ਡਿਆ ਹੁੰਦਾ ਕਿ ਉਹ ਬੜਾ ਬੰਦਾ ਭਾਈ ਆ, ਉਹ ਏਦਾਂ ਦੇ ਏਦਾਂ ਬੜੀ ਗੇਮ ਆ, ਤੇ ਅਗਲੇ ਸਾਲ ਉਹ ਦੂਜੇ ਦੀਆਂ ਕਰਨ ਡਿਆ ਹੁੰਦਾ ਉਸੇ ਜ਼ੁਬਾਨ ਦੇ ਵਿੱਚੋਂ। ਤੀਸਰੇ ਸਾਲ ਉਹ ਕਿਸੇ ਦੀਆਂ ਕਰਨ ਡਿਆ ਹੁੰਦਾ। ਤੇ ਮੇਰੀ ਉਹਨਾਂ ਨੂੰ ਇਹ ਗੁਜ਼ਾਰਿਸ਼ ਆ ਕਿ ਪਾਕਿਸਤਾਨ ਦੀ ਕਬੱਡੀ ਨੂੰ ਰਹਿਣ ਦੋ, ਜੁੜਿਆ ਰਹਿਣ ਦੋ, ਇਕੱਠੀ ਰਹਿਣ ਦੋ, ਤੇ ਜਿਹੜੇ ਗਰੋਹ ਆ ਇਹ ਬੰਦ ਕਰ ਦੇਣੇ ਚਾਹੀਦੇ ਇਹਨਾਂ ਨੂੰ। ਤੇ ਸੋਚਣਾ ਚਾਹੀਦਾ ਆ ਵੀ ਤੁਸੀਂ ਖਾਣ ਡੇ ਜੇ, ਉੱਥੋਂ ਹੁੰਦੇ ਆ ਜਿਹੜੇ ਮੈਚ ਕਰਾਉਣੇ ਆ। ਉਹ ਕਬੱਡੀ ਨੂੰ, ਜਿਹੜਾ ਮੈਂ ਅੱਗੇ ਦੱਸਿਆ ਤੁਹਾਨੂੰ, ਕਿੱਦਾਂ ਆਪਾਂ ਮਸਜਿਦ ਨੂੰ ਪੈਸੇ ਨਹੀਂ ਦਿੰਦੇ, ਉਹ ਬੜੀ ਸਪੋਰਟ ਕਰਦੇ ਕਬੱਡੀ ਦੀ ਨਾ, ਪਿਆਰ ਕਰਦੇ। ਉਧਰੋਂ ਪੈਸੇ ਇਕੱਠੇ ਹੁੰਦੇ, ਗੁਰੂ ਨਾਨਕ ਸਾਹਿਬ ਦਾ ਜਿਹੜਾ ਕੱਪ, ਨਾਨਕਾਣਾ ਸਾਹਿਬ ਕੱਪ, ਤੇ ਉੱਥੇ ਪੈਸੇ ਹੋਣੇ ਇਕੱਠੇ, ਉਹਨਾਂ ਨੇ ਆ ਕੇ ਮੈਚ ਕਰਾਉਣੇ, ਲੋਕਾਂ ਨੇ ਬਹੁਤ ਦੇਣਾ ਹੁੰਦਾ। ਉਹ ਆ ਕੇ ਇੱਥੇ ਨਾ ਸ਼ੁਰੂ ਕਰ ਦਿੰਦੇ। ਕਿੰਨਾ ਕੁ ਪੈਸਾ ਲੱਗ ਜਾਂਦਾ ਇੱਕ ਕਬੱਡੀ ਦਾ ਮੈਚ? ਅਗਰ ਮਿਸਾਲ ਤੌਰ ਤੇ ਇੱਕ ਕਰਵਾਉਣਾ ਹੋਵੇ, ਟੂਰਨਾਮੈਂਟ ਕਰਵਾਉਣਾ ਹੋਵੇ, ਲੀਗ ਸਮਝ ਲਓ ਕਰਵਾਉਣੀ, ਇੱਕ ਦਿਨ ਦਾ ਮੈਚ ਜਿਹੜਾ ਨਾ ਤਕਰੀਬਨ ਤੁਸੀਂ ਭਾਵੇਂ 50 ਕਰੋੜ ਵੀ ਲਾ ਦੋ, ਉਹ ਤੁਹਾਡੇ ਤੇ ਨਾ
ਅੱਛਾ ਸਹੀ ਆ, 50 ਕਰੋੜ ਵੀ ਲਾ ਮਿਸਾਲ ਤੌਰ ਤੇ ਮੇਰੇ ਵਰਗਾ ਬੰਦਾ ਅਗਰ ਚਾਹੁੰਦਾ ਹੈ, ਸਪੋਜ਼ ਜਿਵੇਂ ਸਾਡਾ ਪ੍ਰਾਈਡ ਆਫ ਫੈਸਲਾਬਾਦ ਕਲੱਬ ਹਾਂ। ਵੀ ਅਸੀਂ ਕਰਵਾਉਣਾ ਚਾਹੁੰਦੇ ਹਾਂ, ਕੋਈ ਟੂਰਨਾਮੈਂਟ ਜਾਂ ਇੱਕ ਮੈਚ ਕਰਵਾਉਂਦੇ ਆ, ਤੇ ਕਿੰਨਾ ਕੁ ਖਰਚਾ ਆ ਜਾਂਦਾ ਹੈ, ਤਾਂ ਕਿ ਸਾਡੇ ਵਰਗੇ ਬੰਦੇ ਨੂੰ ਹੌਸਲਾ ਕਰਨ, ਯਾਰ ਕੋਈ ਥੋੜੇ ਹੀ ਪੈਸੇ ਲੱਗਣੇ ਨੇ। ਤੁਸੀਂ ਦੱਸਿਓ, ਤੁਹਾਡਾ ਉਦਾਂ ਹੀ ਕਰਵਾ ਦਾਂਗੇ। ਨਹੀਂ, ਅਸੀਂ ਕਿਉਂਕਿ ਇਸ ਸਾਲ ਅਸੀਂ ਚਾਹੁੰਦੇ ਹਾਂ ਨਾ ਕਿ ਇੱਕ ਅਸੀਂ ਜ਼ਰੂਰ ਇੱਕ ਐਸਾ ਆਪਣਾ ਨਾ ਇਸ ਪ੍ਰਾਈਡ ਆਫ ਫੈਸਲਾਬਾਦ, ਕਿਉਂਕਿ ਫੈਸਲਾਬਾਦ ਦਾ ਪ੍ਰਾਈਡ ਹੈ, ਕਿ ਸਾਰੇ ਪ੍ਰਾਈਡ ਨੂੰ ਜਮ੍ਹਾਂ ਕਰਕੇ ਅਸੀਂ ਇੱਕ ਨਾ ਵਧੀਆ ਜਿਹਾ ਮੈਚ ਕਰਾਈਏ, ਤੇ ਫਿਰ ਇਹਨੂੰ ਹਮੇਸ਼ਾ ਲੈ ਕੇ ਚੱਲੀਏ, ਹਰ ਸਾਲ ਕਰਾਈਏ। ਇਹਦੇ ਵਾਸਤੇ ਕਿੰਨਾ ਖਰਚਾ ਅੰਦਾਜ਼ਨ ਹੋ ਜਾਂਦਾ ਹੈ? ਅੰਦਾਜ਼ਨ ਜੇ ਤੇ ਤੁਸੀਂ ਕੋਈ ਜਿਹੜੇ ਇਨਾਮ ਆ ਉਹ ਵਧੀਆ ਰੱਖੋਗੇ, ਮਤਲਬ ਕਿ 50 ਲੱਖ 20 ਲੱਖ 30 ਲੱਖ ਨਾਮ ਰੱਖੋਗੇ, ਤਾਂ ਫਿਰ ਉਸ ਹਿਸਾਬ ਨਾਲ ਤੁਸੀਂ ਆਪ ਹੀ ਕਾਊਂਟ ਕਰ ਲਿਓ ਕਿੰਨੇ ਹੁੰਦੇ ਆ। ਤੇ ਬਾਕੀ ਵਧੀਆ ਮੈਚ ਜਿਹੜਾ ਤਕਰੀਬਨ 40 ਲੱਖ ਲੱਗ ਜਾਂਦਾ। 30-40 ਲੱਖ ਰੁਪਇਆ ਮੈਚ ਤੇ ਲੱਗ ਜਾਂਦਾ। ਹਾਂ, ਜਿੱਦਾਂ ਦਾ ਤੁਸੀਂ ਕਹਿੰਦੇ ਜੇ ਕਰਾਉਣਾ। ਨਾਜ਼ਰੀਨ, ਕਿੱਥੇ ਮਤ ਜਾਣਾ, ਇਹ ਤੁਹਾਨੂੰ ਬ੍ਰੇਕ ਤੋਂ ਬਾਅਦ ਕੁਝ ਚੀਜ਼ਾਂ ਜਿਹੜੀਆਂ ਇਹਨਾਂ ਦੀ ਖੁਰਾਕ ਤੇ ਹੋਰ ਬਹੁਤ ਸਾਰੀ ਕੰਟਰੋਵਰਸੀ ਜਿਹੜੀਆਂ ਇਹਨਾਂ ਨਾਲ ਜੁੜੀਆਂ ਨੇ, ਉਹਨਾਂ ਦੇ ਬਾਰੇ ਨਾਲ ਕੋਈ ਪੁੱਛਣਾ, ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਜੀ। ਮਲਿਕ ਬਿਨਯਾਮੀਨ ਸਾਹਿਬ, ਇੱਕ ਤੁਹਾਡੇ ਤੇ ਸਭ ਤੋਂ ਵੱਡੀ ਜਿਹੜੀ ਪਬਲਿਕ ਵੀ ਕਹਿੰਦੀ ਹੈ ਔਰ ਅਸੀਂ ਵੀ ਇਹ ਮਹਿਸੂਸ ਕੀਤਾ ਹੈ ਕਿ ਪਿਛਲੇ ਕਾਫੀ 2-3 ਸਾਲ ਤੋਂ ਤੁਸੀਂ ਤੁਹਾਡਾ ਰੁਝਾਨ ਜ਼ਿਆਦਾਤਰ ਬਾਹਰ ਹੈ। ਜਿਸ ਤਰ੍ਹਾਂ ਹੁਣ ਤੁਸੀਂ 6-7 ਮਹੀਨਿਆਂ ਵਾਸਤੇ ਬਾਹਰ ਚੱਲੇ ਹੋ, ਤੇ ਪਾਕਿਸਤਾਨ ਦੀ ਕਬੱਡੀ ਅਸੀਂ ਕਹਿੰਦੇ ਆ ਕਿ ਜੀ ਫਲॉप ਹੋ ਰਹੀ ਹੈ, ਥੱਲੇ ਡਿੱਗ ਰਹੀ ਹੈ। ਅੱਛਾ, ਕਿਵੇਂ ਨਾ ਡਿੱਗੇ? ਤੁਹਾਡੇ ਵਰਗੇ ਵੱਡੇ ਨਾਂ, ਤੁਹਾਡੇ ਵਰਗੇ ਵੱਡੇ ਪਲੇਅਰ ਇੱਕ ਕਿਸਮ ਦਾ ਸਾਰਾ ਕੁਝ ਹੀ ਬਾਹਰ ਲੈ ਜਾਣ ਤੇ ਬਾਹਰ ਹੀ ਖੇਡਣ, ਤੇ ਫਿਰ ਪਾਕਿਸਤਾਨ ਦੇ ਵਿੱਚ ਕਬੱਡੀ ਕਿਵੇਂ ਤਰੱਕੀ ਕਰ ਸਕਦੀ? ਤੇ ਇਹਦੀ ਕੀ ਵਜ੍ਹਾ ਕਿ ਤੁਸੀਂ ਬਾਹਰ ਜਾ ਕੇ ਜ਼ਿਆਦਾ ਖੇਲਣ ਨੂੰ ਪ੍ਰੈਫਰੈਂਸ ਦਿੰਦੇ ਹੋ, ਤਰਜੀਹ ਦਿੰਦੇ ਹੋ? ਬਾਹਰ ਜਾਣ ਦਾ ਪਹਿਲੋਂ ਬਾਹਰ ਨਹੀਂ ਸੀ, 2 ਸਾਲ ਹੋ ਗਏ 3 ਜਾਣ ਲੱਗੀ, ਪਹਿਲੋਂ ਨਹੀਂ ਸੀ ਵੀ ਜਾਂਦੇ ਨਾ ਬਾਹਰ। ਤੇ ਲੇਕਿਨ ਇੱਥੇ ਨਾ ਡਰ ਲੱਗਦਾ ਇੱਕ ਖੇਲਣ ਤੋਂ। ਅੱਗੇ ਵੀ ਤੁਹਾਨੂੰ ਦੱਸਿਆ ਕਿ ਜਿਹੜੀ ਲੋਕ ਨਾ ਆਪਣੀ ਇੱਜ਼ਤ ਬਣਾਉਣ ਲਈ ਸਾਰਾ ਕੁਝ ਕਰਦੇ, ਇੱਜ਼ਤ ਬਣਾਉਣ ਲਈ ਨਾ, ਰਿਸਪੈਕਟ ਬਣਾਉਣ ਲਈ ਸਾਰਾ ਕੁਝ ਕਰਦੇ, ਉਹ ਜਿਹੜੇ ਜਦੋਂ ਲੋਕ ਜਿਹੜੇ ਤੁਹਾਨੂੰ ਦੇਖਣ ਆਏ ਹੁੰਦੇ ਨਾ, ਉਹ ਹੀ ਤੁਹਾਨੂੰ ਡਿਸਰਿਸਪੈਕਟ ਕਰਦੇ ਨਾ। ਪਾਰਟ ਆਫ ਗੇਮ ਆ ਤੁਹਾਡਾ, ਚੰਗਾ ਖੇਲਿਆ ਜਾਣਾ, ਮਾੜਾ ਖੇਲਿਆ ਜਾਣਾ, ਸਹੀ ਆ, ਪਾਰਟ ਆਫ ਗੇਮ ਆ। ਮੈਂ ਕਹਿੰਦਾ ਕੋਈ ਐਸਾ ਪਲੇਅਰ ਨਹੀਂ ਆ ਕਿ ਕਦੀ ਜਿਹੜਾ ਹਰਿਆ ਨਾ ਹੋਊਗਾ, ਤੇ ਤਕਰੀਬਨ ਮੋਸਟਲੀ ਆ ਗੇਮ ਦਾ ਹਿੱਸਾ, ਤੁਸੀਂ ਹਰਨਾ ਹੀ ਹਰਨਾ, ਹਾਰ ਕੇ ਜਿੱਤਣਾ, ਹਨਾ। ਤੇ ਉਹ ਜਦੋਂ ਲੋਕ ਤੁਹਾਨੂੰ ਕਰਦੇ ਨਾ ਚੀਜ਼ਾਂ ਕਰਦੇ, ਉਹ ਤੁਹਾਡੀ ਜਿਹੜੀ ਫੈਮਿਲੀ ਆ ਨਾ, ਮੈਨੂੰ ਤੇ ਫੈਮਿਲੀ ਸਾਰਿਆਂ ਨੂੰ ਪਹਿਲਾਂ ਮੇਰੀ ਵਾਲਦਾ ਜਿਹੜੀ ਆ ਨਾ, ਉਹਨੇ ਮੈਨੂੰ ਪਹਿਲਾਂ ਇਹ ਕਹਿਣਾ ਕਿ ਆਪਾਂ ਨਹੀਂ ਖੇਲਣਾ। ਹੁਣ ਮੈਂ ਕਿੱਦਾਂ ਖੇਲੂੰਗਾ ਤੋਂ ਬਜ਼ੋਰ ਹੋ ਕੇ? ਹੁਣ ਉਹ ਦੇਖਦੀ ਆ, ਮੈਨੂੰ ਨਾ ਇੱਕ ਦਿਨ ਅੰਮੀ ਨਾਲ ਲੱਗਾ, ਮੈਂ ਕਿਹਾ ਅੰਮੀ ਦੇਖੋ ਨਾ, ਤੁਹਾਡੇ ਕੋਲ ਨਾ ਫੋਨ ਲੈ ਲੈਣਾ, ਆਈਪੈਡ ਆ ਨਾ ਕੋਲ ਨਾ, ਮੈਂ ਕਿਹਾ ਤੁਹਾਡੇ ਕੋਲ ਲੈ ਲੈਣਾ, ਤੇ ਤੁਸੀਂ ਨਾ ਫੇਸਬੁੱਕ ਤੇ ਉਹ ਦੇਖਦੀ ਰਹਿੰਦੀ ਸਾਰਾ ਕੁਛ ਹੀ ਨਾ, ਤੇ ਮੈਂ ਕਿਹਾ ਤੁਸੀਂ ਫਿਰ ਏਦਾਂ ਥੋੜਾ ਜਿਹਾ ਨਾ, ਤੁਹਾਡੀ ਤਬੀਅਤ ਤੁਸੀਂ ਟੈਨਸ਼ਨ ਦਿੰਦੇ ਜੇ। ਤੇ ਮੈਂ ਲੱਗਾ ਸੀ ਨਾ, ਤੇ ਉਹ ਮੇਰਾ ਬ੍ਰਦਰ ਆ ਭਾਈ ਸਾਨ ਦਾ ਸੋਤੀਆਂ ਦਾ, ਮੈਂ ਮੈਚ ਖੇਲਾਂ, ਉਹਨੇ ਮੈਨੂੰ ਕਹਿਣਾ ਤੈਨੂੰ ਪੈਸਿਆਂ ਦੀ ਲੋੜ ਆ, ਪੈਸੇ ਮੋਗੇ ਤੇ ਖੁਦ ਦੱਸ ਕਿੰਨੇ ਚਾਹੀਦੇ ਪੈਸੇ, ਮੈਂ ਦਵਾਉਂਦਾ ਤੈਨੂੰ। ਵਜ੍ਹਾ ਰੀਜ਼ਨ ਕੀ ਆ? ਕਿ ਰੀਜ਼ਨ ਇਹ ਕਿ ਤੁਹਾਨੂੰ ਨਾ ਇੱਕ ਆਪਣੇ ਜਿਹੜੇ ਜੂਨੀਅਰ ਪਲੇਅਰ ਆ ਨਾ, ਉਹਨਾਂ ਚੋਂ ਰਿਸਪੈਕਟ ਖਤਮ ਹੋ ਗਈ। ਜੱਫਾ ਲਾ ਲਿਆ, ਜੱਫਾ ਲਾ ਕੇ ਬੁਲਬੁਲੀਆਂ ਮਾਰੀ ਜਾਣੀਆਂ, ਥਾਪੀਆਂ ਮਾਰੀ ਜਾਣੀਆਂ, ਧੱਕੇ ਮਾਰੀ ਜਾਣੇ। ਉਹ ਬੰਦਾ ਯਾਰ ਉੱਥੇ ਕੀ ਕਰੂਗਾ? ਬੰਦਾ ਕਹਿੰਦਾ ਯਾਰ ਮੈਨੂੰ ਤਾਂ ਸਾਰਿਆਂ ਤੋਂ ਪਹਿਲਾਂ ਰਿਸਪੈਕਟ ਆ, ਗੇਮ ਦਾ ਹਿੱਸਾ, ਪਾਰਟ ਆਫ ਗੇਮ ਆ, ਪੜਿਆ ਜਾਣਾ ਜਿਹੜਾ। ਹਾਂ ਬੇਸ਼ੱਕ ਸਹੀ ਆ, ਪਾਰਟ ਆਫ ਗੇਮ ਆ। ਮੈਂ ਤੇ ਸਮਝਦਾ ਕਿ ਗੇਮ ਦਾ ਹਿੱਸਾ, ਇਸ ਤੋਂ ਬਗੈਰ ਅਨਕੰਪਲੀਟ ਆ ਗੇਮ, ਹਨਾ। ਉਹ ਜਦੋਂ ਫੜ ਲੈਂਦੇ ਆ, ਫੜ ਕੇ ਥਾਪੀਆਂ ਤੇ ਬੁਲਬੁਲੀਆਂ, ਤੇ ਉਹ ਘਰ ਨਹੀਂ ਆਉਣਾ, ਤੇ 500 ਬੰਦੇ ਨੇ ਉੱਤੇ ਵਲੋਗ ਬਣਾਇਆ ਹੁੰਦਾ, ਉਹਤੇ ਵਲੋਗ ਕੀਤਾ ਹੁੰਦਾ ਕਿ ਬੱਸ ਹੋ ਗਈ ਇਹਦੀ, ਇਹ ਹੋ ਗਿਆ, ਉਹ ਹੋ ਗਿਆ, ਏਦਾਂ। ਯਾਰ ਬੱਸ ਤੇ ਉਹਨੂੰ ਜਿੱਦਣ ਦੀ ਰੱਬ ਨੇ ਕਹਿੰਦੀ ਬੱਸ ਤੇ ਉਹਦੀ ਉਦਣ ਹੋਣੀ ਆ। ਸਹੀ ਆ। ਜਿਹੜਾ ਇਸ ਕਲਚਰ ਨੂੰ ਕਿਵੇਂ ਫਿਰ ਤੋੜਿਆ ਜਾ ਸਕਦਾ? ਕਿਉਂਕਿ ਇਹ ਤਾਂ ਜ਼ਾਹਰੀ ਬਾਤ ਹੈ ਨਾ, ਕੋਈ ਵੱਡਾ ਪਲੇਅਰ ਵੱਡਾ ਨਾਮ ਬਰਦਾਸ਼ਤ ਨਹੀਂ ਕਰੇਗਾ ਨਾ ਕਿ ਬਈ ਉਹਦੀ ਇਸ ਤਰ੍ਹਾਂ ਇਨਸਲਟ ਹੋਵੇ। ਇੱਕ ਵਾਰੀ ਅਗਰ ਉਹਨੂੰ ਜਾਫਾ ਪੈ ਗਿਆ, ਜਾਂ ਕੋਈ ਮਿਸਾਲ ਤੌਰ ਤੇ ਉਹ ਨਾਕਾਮ ਹੋ ਗਿਆ ਇੱਕ ਮੈਚ ਦੇ ਵਿੱਚ, ਤੇ ਉਹਨੂੰ ਪੂਰੇ ਦਾ ਪੂਰਾ ਦਾ ਕੈਰੀਅਰ ਦਾਅ ਤੇ ਲਾ ਦੇਣਾ। ਇਹ ਤੇ ਮੈਂ ਦੱਸਦਾ ਕਿ ਸਾਡੇ ਜਿਹੜੀ ਪਬਲਿਕ ਆ ਨਾ, ਆਵਾਮ ਆ, ਉਹਨੂੰ ਥੋੜਾ ਜਿਹਾ ਇਹ ਚਾਹੀਦਾ ਹੈ ਕਿ ਮੇਰੇ ਲਈ ਨਹੀਂ ਇਕੱਲਾ ਕਿ ਮੈਂ ਆਪਣੇ ਲਈ ਕਹਿਣਾ, ਸਾਰੇ ਜਿੰਨੇ ਵੀ ਆ ਨਾ, ਉਹਨਾਂ ਨੂੰ ਚਾਹੀਦਾ ਕਿ ਤੁਸੀਂ ਕਬੱਡੀ ਨੂੰ ਪਿਆਰ ਕਰੋ। ਠੀਕ ਆ, ਤੁਸੀਂ ਪਲੇਅਰਾਂ ਨੂੰ ਵੀ ਪਿਆਰ ਕਰਦੇ ਜੇ, ਤੁਸੀਂ ਕਬੱਡੀ ਨੂੰ ਪਿਆਰ ਕਰੋ ਜਿੰਨਾ ਵੀ ਹੋ ਸਕਦਾ। ਮੈਂ ਨਾ ਛੋਟੀ ਜੀ ਤੁਹਾਨੂੰ ਗੱਲ ਦੱਸਦਾ, ਮੈਂ ਕੈਨੇਡਾ ਗਿਆ, ਪਹਿਲਾ ਮੈਚ ਖੇਡਿਆ, ਪਹਿਲਾ ਮੈਚ ਨਾ ਮੇਰਾ ਜਿਹੜਾ ਬੜਾ ਮਾੜਾ ਲੱਗਾ ਨਾ, ਤੇ ਮੇਰੇ ਅਥਰੂ ਆਉਣ ਲੱਗ ਪਏ ਅੱਖਾਂ 'ਚ ਨਾ, ਆਂਸੂ ਆਉਣ ਲੱਗ ਪਏ, ਮੈਂ ਬੈਠਾ। ਅੱਛਾ। ਤੇ ਮੈਂ ਬੜੀ ਟੈਨਸ਼ਨ ਨਾਲ, ਤੇ ਹੁਣ ਮੈਂ ਦੱਸਾਂ, ਮਿੱਠੂ ਭਾਜੀ ਕੈਨੇਡਾ ਵਾਲਾ, ਉਹਨੇ ਬੜਾ ਹੌਸਲਾ ਦਿੱਤਾ, ਕੈਨੇਡਾ ਟੋਰਾਂਟੋ ਹੁੰਦਾ ਨਾ, ਮੈਨੂੰ ਆਇਆ, ਮੈਨੂੰ ਕਹਿੰਦਾ ਮਤਲਬ ਕੀ ਗੱਲ ਆ? ਮੈਂ ਥੋੜਾ ਸਾਈਡ ਤੇ ਹੋ ਕੇ ਬੈਠਾ। ਕਿਉਂ? ਜਦੋਂ ਤੁਸੀਂ ਮਿਹਨਤ ਕੀਤੀ ਨਾ, ਤੁਹਾਡੀ ਜਦੋਂ ਪਰਫਾਰਮ ਅੱਛੀ ਨਹੀਂ ਨਾ ਹੋਣੀ,
ਤੁਹਾਨੂੰ ਆਪਣੇ ਤੇ ਦੁੱਖ ਹੋਣਾ ਆਪਣੇ ਆਪ ਤੇ ਆਪਣੀ ਪਰਫਾਰਮੈਂਸ ਤੇ ਹੋਣਾ ਹੀ ਹੋਣਾ। ਤੇ ਫਿਰ ਜਦੋਂ ਤੁਸੀਂ ਪਿੱਛੋਂ ਦੇਖਣਾ ਨਾ ਆਪਣਾ ਪਾਕਿਸਤਾਨ ਕਿ ਉੱਥੇ ਕੀ ਬਣਨਾ ਤੇ ਤੁਸੀਂ ਨੇ ਮਰ ਜਾਣਾ ਉਦਾਂ ਹੀ। ਮੈਂ ਬੈਠਾ ਤੇ ਮੈਨੂੰ ਉਹਨੇ ਹੌਸਲਾ ਨੇ ਵੀ ਦਿੱਤਾ ਤੇ ਤੇਜੀ ਦਿਓਲ ਉਸਤਾਦ ਤੇਜੀ ਦਿਓਲ ਇੰਡੀਆ ਦਾ ਉਹ ਵੀ ਆਇਆ, ਉਹਨੇ ਵੀ ਖੈਰ ਬਾਬਾ ਐਪਰੀਸ਼ੀਏਟ ਕੀਤਾ, ਉੱਠ ਝੋਟਿਆ। ਤੇ ਜਿਹੜਾ ਬੰਦਾ ਉਹਨਾਂ ਦਾ ਆਵੇ ਇੰਡੀਆ ਦਾ ਉਹਨੇ ਆ ਕੇ ਮੈਨੂੰ ਆਇਆ, ਭਾਜੀ ਅਸੀਂ ਫੋਟੋ ਲੈਣੀ, ਭਾਜੀ ਸਿਰਾ ਕਰਤਾ ਤੁਸੀਂ, ਭਾਜੀ ਤੁਸੀਂ ਐਂਡ ਕਰਤਾ, ਭਾਜੀ ਤੁਸੀਂ ਹੱਥ ਕਰਾਤੀ ਭਾਜੀ। ਮੈਂ ਨਾ ਤੁਸੀਂ ਅੱਛਾ ਨਾਕਾਮ ਹੋਏ ਉਹਨੇ ਇੰਨਾ ਯਾਰ ਉਹਨਾਂ ਨੇ ਮੈਨੂੰ ਨਾ ਹੌਸਲਾ ਦਿੱਤਾ, ਐਪਰੀਸ਼ੀਏਟ ਕੀਤਾ ਕਿ ਮੈਂ ਨਾ ਬੈਠਾ ਸੀ, ਮੈਂ ਉੱਠ ਕੇ ਖੜਾ ਹੋ ਗਿਆ। ਮੈਨੂੰ ਯਾਦ ਆ ਸੀਨ ਮੇਰੀਆਂ ਅੱਖਾਂ ਦੇ ਅੱਗੇ ਆ ਬਿਲਕੁਲ, ਮੇਰੇ ਹੱਥ 'ਚ ਸ਼ਰਟ ਫੜੀ ਆ, ਸ਼ਰਟ ਵੀ ਨਹੀਂ ਪਾਈ, ਏਦਾਂ ਹੀ ਮੈਂ ਬੈਠਾ ਠੀਕ ਆ। ਮੈਂ ਉੱਠ ਕੇ ਫੋਟੋਆਂ ਲਈਆਂ, ਮੇਰਾ ਮੂਡ ਜਿਹੜਾ ਠੀਕ ਹੋਇਆ। ਉਸ ਤੋਂ ਬਾਅਦ ਮੈਨੂੰ ਹੁਣ ਜਦੋਂ ਮੈਂ ਬਾਅਦ 'ਚ ਦੇਖਿਆ ਕਿ ਮੇਰਾ ਪਾਕਿਸਤਾਨ ਕੀ ਬਣਨਾ, ਮੈਂ ਤਾਂ ਉਸਤਾਦ ਜੀ WhatsApp ਡਿਲੀਟ ਕਰਤਾ ਫੋਨ 'ਚੋਂ, ਟਿਕਟੋਕ WhatsApp ਸੋਸ਼ਲ ਮੀਡੀਆ ਡਿਲੀਟ ਕਰਤਾ। ਹੁਣ ਮੈਨੂੰ ਤੇ ਆਪਣਾ ਪਾਕਿਸਤਾਨ ਦਾ ਪਿੱਛੋਂ ਪਤਾ ਸੀ ਨਾ ਕਿ ਇਹਨਾਂ ਨੇ ਕੀ ਕਰਨਾ। ਅੱਛਾ ਵੀਡੀਓ ਚੱਲਣ ਲੱਗ ਪਈਆਂ, ਚੁੱਕ ਵੀਡੀਓ, ਬੰਦਿਆਂ ਦਾ ਮੈਨੂੰ ਪਤਾ ਵੀ ਆ ਕਿੰਨਾ ਨੇ ਕੱਟ ਪਾਈਆਂ ਵੀਡੀਓ, ਚੁੱਕ ਵੀਡੀਓ ਕੱਟ ਪਾਤੀਆਂ, ਇਹਨੂੰ ਇੰਨੇ ਜੱਫੇ ਹੋ ਗਏ, ਇਹਨੂੰ ਇੰਨਾ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਨਾਕਾਮ ਹੋ ਗਿਆ, ਫਰਕ ਹੋ ਗਿਆ, ਐਂਡ ਹੋ ਗਿਆ। ਮੈਂ ਨਾ ਖੈਰ ਮੈਨੂੰ ਇੱਕ ਬੰਦੇ ਦੀ ਇਹੀ ਕਾਲ ਹੈ, ਯਾਸਰ ਚੱਠਾ, ਇੱਥੋਂ ਆਪਣੇ 75 ਲੋਕਾਂ ਤੋਂ, ਤੇ ਉਹ ਥੋੜਾ ਜਿਹਾ ਨਾ ਉਹਨੇ ਕਾਫੀ ਗਾਈਡ ਕੀਤਾ ਨਾ, ਉਹ ਗੱਲ ਮੂੰਹ ਤੇ ਕਰ ਦਿੰਦਾ। ਮੈਨੂੰ ਫੋਨ ਕੀਤਾ, ਉਹਨੇ ਕਹਿੰਦਾ ਭਲਵਾਨ ਟੈਨਸ਼ਨ ਕਿਉਂ ਲੈਣਾ, ਭਲਵਾਨ ਤੂੰ ਅਗਲਾ ਕੱਪ ਤੂੰ ਮਿਹਨਤ ਲਾ, ਤੂੰ ਅਗਲੇ ਕੱਪ ਸਿਰਾ ਐਂਡ ਕਰਾਉਣਾ, ਤੂੰ ਖੇਲਣਾ ਵਧੀਆ। ਮੈਨੂੰ ਭਾਈ ਮਾਨਲਾ ਦੀ ਘਰੋਂ ਕਾਲ ਲਈ, ਇਹਨੂੰ ਕਿਹਾ ਟੈਨਸ਼ਨ ਨਹੀਂ ਲੈਣੀ, ਇਹ ਤਾਂ ਸਾਰਾ ਕੁਝ ਹੁੰਦਾ ਹੀ ਰਹਿੰਦਾ। ਫਿਰ ਜਿਹੜੀ ਹੈ ਸੀ ਸਾਰਿਆਂ ਦੀ, ਤੇ ਮੈਂ ਉੱਠ ਕੇ ਤੇ ਮੈਂ ਉਹ ਚਾਂਦ ਦੀ ਕਾਲ ਹੁੰਦੀ ਮੈਨੂੰ, ਤੂੰ ਮਤਲਬ ਟੈਨਸ਼ਨ ਨਹੀਂ ਲੈਣੀ, ਤੂੰ ਯਾਰ ਜਿਹੜਾ ਜਿੰਨਾ ਰਿਸ਼ਤਾ ਸੀ ਜਿਹੜਾ ਸੀ ਸਾਰਿਆਂ ਨੇ ਉਹ ਹੌਸਲਾ ਦਿੱਤਾ। ਉੱਠਿਆ ਮੈਂ ਅਗਲਾ ਕੱਪ ਖੇਲਿਆ, ਉਸੇ ਖੇਲਿਆ, ਮੈਂ ਟੌਪ 10 ਦੇ ਵਿੱਚ ਆਇਆ ਰੇਡਰਾਂ 'ਚ ਤਈਆ ਖੇਲ ਕੇ। ਸਿਰਫ ਕੀ ਹੌਸਲਾ ਤੇ ਥੱਪ ਵੀ ਲੱਗੀ ਕਿ ਨਹੀਂ? ਹਾਂ ਯਾਰ ਅਸਾਂ ਕੀ ਚੀਜ਼ ਹੁੰਦੀ ਆ ਕਿ ਆਪਾਂ ਇੱਥੋਂ ਮੈਨੂੰ ਇਹ ਸਾਬਤ ਹੁੰਦਾ ਕਿ ਜਿਹੜੇ ਉਹ ਇੰਡੀਆ ਦੇ ਲੋਕ ਆ ਨਾ, ਉਹ ਕਬੱਡੀ ਨਾਲ ਪੰਜਾਬ ਦੇ ਲੋਕ ਪਿਆਰ ਕਰਦੇ, ਪਲੇਅਰਾਂ ਦਾ ਰਿਸਪੈਕਟ ਕਰਦੇ ਕਿ ਯਾਰ ਮਾੜਾ ਚੰਗਾ ਮੈਚ ਖੇਡਿਆ ਜਾਣਾ, ਇਹ ਪਾਰਟ ਆਫ ਗੇਮ ਆ। ਇਦਾਂ ਦੇ ਅਸੀਂ ਤੇ ਕੋਈ ਯਾਰ ਹੈ ਨਹੀਂ ਆ ਕਿ ਅੱਗੇ ਵੀ ਜਿਹੜੇ ਜਾਤੀ ਖਲੋਤੇ ਉਹ ਕਿਹੜੇ ਇਦਾਂ ਹੀ ਖਲੋਤੇ ਆ ਕੇ ਨੱਥੂ ਖੱਤੂ ਹਨਾ, ਉਹ ਵੀ ਮਿਹਨਤ ਕੀਤੀ ਉਹਨਾਂ ਨੇ ਵੀ 10 ਸਾਲ 6 ਸਾਲ, ਉਹਨਾਂ ਦੀਆਂ ਮਾਵਾਂ ਪਿੱਛੇ ਬੈਠੀਆਂ ਦੁਆਵਾਂ ਕਰਨ ਡੀਆਂ ਕਿ ਸਾਡਾ ਪੁੱਤ ਵਧੀਆ ਖੇਲੇ, ਉਹਨਾਂ ਦੀਆਂ ਮਿਹਨਤਾਂ ਕਿੰਨੀਆਂ ਸਾਲਾਂ ਦੀਆਂ। ਤੇ ਜੱਫੇ ਹੋ ਜਾਂਦੇ ਖੇਲ ਲੈਣ, ਜਿਹਨਾਂ ਨੇ ਖੇਲਣਾ ਉਹਨਾਂ ਜੱਫੇ ਹੋ ਜਾਣੇ ਹਨਾ। ਤੇ ਸਾਡੇ ਲੋਕ ਏਦਾਂ ਕਹਿੰਦੇ ਆ ਕਿ ਜੱਫਾ ਨਾ ਹੋਵੇ ਸਾਡੇ ਪਲੇਅਰ ਨੂੰ, ਠੀਕ ਹੈ। ਤੇ ਇਹ ਚੀਜ਼ਾਂ ਗਲਤ ਆ। ਮੇਰਾ ਤੇ ਇਹਨਾਂ ਨੂੰ ਇਹ ਹੀ ਆ ਕਿ ਖਦਾਰਾ ਜਿਹੜੀ ਸਾਡੀ ਕਬੱਡੀ ਆ ਇਹਨੂੰ ਉੱਤੇ ਆ ਲੈਣ ਦੋ, ਉੱਤੇ ਆ ਲੈ। ਅੱਛਾ ਇੱਕ ਚੀਜ਼ ਹੋਰ, ਇੰਡੀਆ ਦੇ ਜਿਵੇਂ ਕ੍ਰਿਕਟ ਦੇ ਇੱਕ ਨਾ ਖਿਡਾਰੀ ਨੇ ਇੰਟਰਵਿਊ ਦਿੱਤਾ ਤਾਂ ਉਹਨੇ ਕਿਹਾ ਜੀ ਕਿ ਪਾਕਿਸਤਾਨੀ ਪਲੇਅਰ ਜਿਹੜੇ ਨਾ ਜਦੋਂ ਸਾਨੂੰ ਮਿਲਦੇ ਨੇ ਤੇ ਕੋਠੀਆਂ ਤੇ ਗੱਡੀਆਂ ਤੇ ਬੰਗਲਿਆਂ ਤੇ ਆਪਣੀਆਂ ਜਿਹੜੀਆਂ ਇਮਾਰਤ ਦੀ ਅਮੀਰੀ ਦੀਆਂ ਸਟੋਰੀਆਂ ਸੁਣਾਉਂਦੇ ਨੇ। ਇਹ ਵਜ੍ਹਾ ਕਿ ਪਾਕਿਸਤਾਨੀ ਕ੍ਰਿਕਟ ਟੀਮ ਬੜੀ ਥੱਲੇ ਜਾ ਚੁੱਕੀ ਹੈ। ਕਿਆ ਕਬੱਡੀ ਦੇ ਵਿੱਚ ਵੀ ਇਦਾਂ ਦੇ ਮਾਮਲਾਤ ਨੇ ਕਿ ਸਾਡੇ ਕਬੱਡੀ ਦੇ ਪਲੇਅਰ ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਨੇ, ਉਹ ਮਿਹਨਤ ਕਰਦੇ ਨੇ? ਨਹੀਂ, ਆਪਾਂ ਕਬੱਡੀ ਦੇ ਪਲੇਅਰਾਂ ਦੀ ਆਲਮੋਸਟ ਪਾਕਿਸਤਾਨੀ ਦੀ ਗੱਲ ਕਰਦਾ। ਮੈਂ ਇੱਕ ਜਗ੍ਹਾ ਤੇ ਨਾ ਕੈਲਗਰੀ ਅਸੀਂ ਬੈਠੇ ਖਾਣਾ ਖਾਣ ਦੇ, ਤੇ ਇੱਕ ਬੰਦਾ ਸੀਗਾ ਪਿੱਛੇ ਨਾ ਬੈਠਾ, ਖਾਣਾ ਖਾਦਾ, ਉਹਨੂੰ ਪਤਾ ਲੱਗਾ ਸੀ ਪਾਕਿਸਤਾਨੀ ਆ ਗਿਆ ਬੈਠਾ। ਉਸਤਾਦ ਜੀ ਉਹਨਾਂ ਨੇ ਸ਼ੁਰੂ ਕੰਮ ਇਸ ਤੋਂ ਕੀਤਾ, ਮੇਰੀ ਆ ਇੰਨੀਆਂ ਗੱਡੀਆਂ ਇੱਥੇ, ਮੇਰੀ ਇੱਥੇ ਕੰਪਨੀ ਆ ਕੈਨੇਡਾ ਤੇ ਮੇਰੀ ਅਮਰੀਕਾ ਇੰਨਾ ਕੰਮ ਆ ਤੇ ਮੇਰਾ ਏਦਾਂ ਤੇ ਏਦਾਂ, ਸਾਨੂੰ ਸੁਣਾਉ ਕੇ ਤੇ ਸੁਣਾਵਾ ਲੱਗ ਠੀਕ। ਹਾਲਾਂਕਿ ਸਾਨੂੰ ਉਹਦਾ ਕੋਠੀ ਦਾ ਸਾਨੂੰ ਕੀ, ਉਹਦੀਆਂ ਕੰਪਨੀ ਦਾ ਸਾਨੂੰ ਕੀ, ਉਹਦੇ 400 ਟਰਾਲੇ ਦਾ ਸਾਨੂੰ ਕੀ ਹੈ ਕੁਛ ਹੈ, ਜਾਂ ਤੇ ਤੂੰ ਕਿਸੇ ਇੰਡੀਆ ਦਾ ਸੀ ਪਾਕਿਸਤਾਨੀ। ਅੱਛਾ ਪਾਕਿਸਤਾਨ। ਤੇ ਬਾਕੀ ਉਹਨਾਂ ਦੀ ਇੱਕ ਚੀਜ਼ ਆ, ਉਹ ਬੰਦੇ ਤੁਸੀਂ ਨਹੀਂ ਭਾਜੀ, ਤੁਸੀਂ ਨਹੀਂ ਰਹੇ, ਤੁਸੀਂ ਉੱਥੇ ਜਾ ਕੇ ਨਾ ਜਦੋਂ ਉਹਨਾਂ ਦੇ ਲਾਗੇ ਰਹਿਣਾ ਨਾ, ਉਹ ਬਿਲੀਅਨ ਦੇ ਮਾਲਕ ਆ, ਤੁਹਾਨੂੰ ਨਹੀਂ ਪਤਾ ਲੱਗਣਾ ਕਿ ਇਹ ਮਜ਼ਦੂਰ ਆ ਕਿ ਮਾਲਕ ਆ। ਉਹਨਾਂ ਦਾ ਤੁਹਾਨੂੰ ਪਤਾ ਨਹੀਂ ਲੱਗਣਾ। ਜੇ ਕੋਈ ਇੰਟਰੋ ਕਰਾਉਣ ਨਹੀਂ ਲੱਗੂਗਾ ਉਹਨਾਂ ਨੇ ਉੱਥੇ ਰੋਕ ਦੇਣਾ, ਨਾ ਕਰਾਇਆ ਸਾਡੀ ਇੰਟਰੋ ਨਾ ਕਰਾਇਆ, ਉਹਦਾ ਪਤਾ ਹੀ ਨਹੀਂ ਲੱਗਦਾ। ਉਹ ਬਾਅਦ ਜਦੋਂ ਉੱਠ ਕੇ ਜਾਂਦਾ ਦੱਸਦੇ ਆ ਸੀਗਾ ਫਲਾਣਾ ਬੰਦਾ ਹੀ, ਫਲਾਣਾ ਪ੍ਰਮੋਟਰ ਇਹਦੇ, ਫਲਾਣੀ ਜੇ ਉਹ ਏਦਾਂ ਉਦਾਂ, ਇੰਨੇ ਸੌ ਟਰਾਲਾ ਏਦਾਂ। ਉਹ ਫਿਰ ਪਤਾ ਲੱਗਦਾ ਕਿ ਯਾਰ ਅਸੀਂ ਲੋਕ ਆ, ਅਸੀਂ ਭਾਜੀ ਛੱਡਣ ਆ ਪੈਂਦੇ। ਇਹ ਮਜਬੂਰੀ ਰਵੱਈਆ ਸਾਡਾ। ਇਹਨਾਂ ਨੂੰ ਥੋੜਾ ਜਿਹਾ ਆਪਣੇ ਆਪ ਨੂੰ ਨਾ ਚੇਂਜ ਕਰਨਾ ਚਾਹੀਦਾ ਸਾਨੂੰ ਨਾ। ਸਾਨੂੰ ਆਪਾਂ ਕੋਈ ਵੀ ਹੈ ਨਾ, ਸਾਰਿਆਂ ਨੂੰ ਨਹੀਂ ਕਹਿਣਾ, ਤਕਰੀਬਨ 50% ਲਾ ਲਓ ਲੋਕ ਜਿਹੜੇ। ਅੱਛਾ ਇੱਕ ਮੈਚ ਦੇ ਵਿੱਚ ਬਹੁਤੇ ਤੋਂ ਬਹੁਤਾ ਤੁਸੀਂ ਜ਼ਾਰੀ ਬਹੁਤ ਹੁਣ ਬਾਹਰ ਖੇਡਦੇ ਹੋ, ਕਿੰਨਾ ਕੁ ਪੈਸਾ ਇਹਦਾ ਪੁੱਛਣਾ ਤਾਂ ਕਹਿੰਦੇ ਨਾ ਮਰਦ ਦੀ ਕਮਾਈ ਪੁੱਛਣੀ ਨਹੀਂ ਚਾਹੀਦੀ, ਲੇਕਿਨ ਇੱਕ ਮੈਚ ਦਾ ਕਿੰਨਾ ਕੁ ਪੈਸਾ ਤੋਂ ਕਮਾ ਲੈਂਦੇ ਹੋ? ਤਕਰੀਬਨ ਤੁਸੀਂ ਲਾ ਲਓ ਕਿ ਹਰ ਕੰਟਰੀ ਦਾ ਅਲੱਗਾ ਰੇਟ ਹੁੰਦਾ। ਆਸਟ੍ਰੇਲੀਆ ਕਬੱਡੀ ਥੋੜੀ ਜਿਹੀ ਲੋ ਹੁੰਦੀ, ਜਿਹੜੀ ਆ ਕੈਨੇਡਾ ਤੇ ਅਮਰੀਕਾ ਉਹ ਟਾਪ ਦੀਆਂ ਕਬੱਡੀਆਂ ਦੀਆਂ ਇਹਨਾਂ ਦਾ ਬਹੁਤ ਬਣ ਜਾਂਦੇ। ਤਕਰੀਬਨ ਲਾ ਲਓ
15 15 18 18 20 ਲੱਖ ਜੇ match? ਜੇ ਫਾਈਨਲ ਤੱਕ ਪਹੁੰਚੋ ਤੁਹਾਡੇ 25 ਨੂੰ ਵੀ ਜਾ ਸਕਦੇ, ਉੱਤੋਂ ਇੰਨੇ ਨੇ ਬਣ ਸਕਦੇ 3-3 ਹਜ਼ਾਰ 4-4 ਡਾਲਰ ਘੁੰਮਣ ਨਾਲ। ਇਹ ਤੁਹਾਡੇ ਤੇ ਡਿਪੈਂਡ ਕਰਦਾ ਨਾ। ਅੱਛਾ, ਇਹੀ ਵਜ੍ਹਾ ਹੈ ਬਾਹਰ ਜਾ ਕੇ ਫਿਰ ਸਾਰੇ ਤੁਸੀਂ ਲੋਕ ਖੇਡਦੇ ਹੋ ਕਿ ਪੈਸਾ ਉੱਥੇ ਖੁੱਲਾ ਹੈ? ਸਾਰਿਆਂ ਨੂੰ ਪਹਿਲੋਂ ਪੈਸਾ, ਹਰ ਬੰਦਾ, ਆਪਾਂ ਕੋਈ ਵੀ ਇਨਸਾਨ ਆ, ਉਹ ਤੁਸੀਂ ਆ, ਤੁਸੀਂ ਪੈਸੇ ਤੋਂ ਬਗੈਰ ਕੁਝ ਕਰ ਸਕਦੇ ਜੇ ਨਹੀਂ ਕਰ ਸਕਦੇ, ਪੈਸੇ ਤੋਂ ਬਗੈਰ ਤੁਸੀਂ ਬਾਜ਼ਾਰ ਨਹੀਂ ਜਾ ਸਕਦੇ, ਸਹੀ ਆ। ਫਿਰ ਤੁਸੀਂ ਸਾਰਾ ਕੁਝ, ਅਸੀਂ ਤੇ ਪੈਸਾ ਖੇਲਣਾ ਉੱਥੇ, ਤੇ ਜੇ ਮੌਜ ਕੀਤੀ ਪਿੱਛੋਂ ਘਰਦੇ ਨੇ ਕਰਨੀ, ਅਸੀਂ ਤੇ ਉੱਥੇ ਖੇਲਣਾ, ਆਪਣੇ ਗਿੱਟੇ ਗੋਡੇ ਦੜਵਾਲੇ ਆ, ਸਹੀ ਆ। ਗੋਡੇ ਦਾ ਮੈਂ ਇੱਕ ਦਿਨ ਨਾ ਏਦਾਂ ਸੋਚਣਿਆ ਸੀ, ਮੈਂ ਕਿਹਾ ਉੱਠ ਕੇ ਨਾ ਕਬੱਡੀ ਵਾਲੇ ਪਲੇਅਰ ਨੂੰ ਗੱਲਾਂ ਕਰਨ ਲੱਗ ਪੈਂਦਾ, ਫਲ ਬੰਦਾ ਨਾ ਕਬੱਡੀ ਵਾਲਾ ਪਲੇਅਰ। ਮੈਂ ਇੱਕ ਦਿਨ ਆਪਣੇ ਪੈਰ ਦੀ ਅੰਗੂਠੇ ਤੋਂ ਲੱਗ ਕੇ ਸਿਰ ਤੱਕ ਕੋਈ ਮੇਰਾ ਅੰਗ ਐਸਾ ਨਹੀਂ ਜਿੱਥੇ ਸੱਟ ਨਹੀਂ ਵੱਜੀ। ਕਿੰਨਾ ਹਿੱਸਾ ਬੋਡੀ ਦਾ, ਐਸਾ ਕੋਈ ਚੀਜ਼ ਨਹੀਂ, ਇੱਥੇ ਮੱਥੇ 'ਚ ਟਾਂਕੇ ਲੱਗੇ, ਅੱਖਾਂ, ਸਾਰਾ ਐਸਾ, ਨੱਕ ਦੀ ਹੱਡੀ ਟੁੱਟੀ, ਜੋ ਤੁਸੀਂ ਕਰ ਲਓ ਨਾ, ਜੋ ਵੀ ਤੁਸੀਂ ਕਰੋ, ਆਹ ਮੇਰੀਆਂ ਉਂਗਲੀਆਂ, ਹੱਥਾਂ ਦੀਆਂ ਉਂਗਲੀਆਂ, ਪੈਰ, ਗੋਡੇ ਦਾ ਆਪਰੇਸ਼ਨ, ਕੋਈ ਐਸੀ ਬੋਡੀ ਦਾ ਹਿੱਸਾ ਨਹੀਂ ਹੋਣਾ ਤੁਹਾਡਾ ਕਿ ਜਿੱਥੇ ਸੱਟ ਨਹੀਂ ਵੱਜੀ ਹੋਣੀ। ਤੇ ਮਿਹਨਤ ਫਿਰ ਵੀ ਨਹੀਂ ਛੱਡੀ ਤੁਸੀਂ? ਫਿਰ ਵੀ ਨਹੀਂ ਛੱਡੀ? ਗੇਮ ਨਹੀਂ ਛੋੜਦੀ, ਇਹ ਕਹਿੰਦੇ ਨਾ ਕਿ ਕਬੱਡੀ ਦਾ ਨਸ਼ਾ ਹੀ ਐਸਾ, ਤੇ ਯਾਰ ਮੈਂ ਨਾ ਇਹ ਛੋੜ ਹੀ ਨਹੀਂ ਸਕਦਾ ਨਸ਼ਾ। ਅੱਛਾ, ਤੁਸੀਂ ਵੱਡੇ ਵੱਡੇ ਟਾਇਰ ਪਾ ਕੇ ਤੁਸੀਂ ਦੌੜ ਰਹੇ ਹੁੰਦੇ ਹੋ, ਅਕਸਰ ਅਸੀਂ ਤੁਹਾਡੀ ਵੀਡੀਓ ਦੇਖਦੇ ਆ ਕਿ ਤੁਸੀਂ ਐਡੀ ਕਿਸਮ ਦੀ, ਤੇ ਖਾਂਦੇ ਕੀ ਹੋ? ਖੁਰਾਕ ਵੀ ਨਾ ਇੱਕ ਚੀਜ਼ ਆ, ਪਹਿਲੋਂ ਤੇ ਚਲੋ ਜਦੋਂ ਤੁਸੀਂ ਉੱਠਦੇ ਜੇ ਨਾ, ਚੱਲ ਅਸੀਂ ਸ਼ੁਕਰ ਰਿਹਾ ਰੱਬ ਦਾ ਕਿ ਆਪਣਾ ਵਧੀਆ ਤੋਂ ਸ਼ੁਰੂ ਤੋਂ ਸਟਾਰਟਿੰਗ ਤੋਂ ਵਧੀਆ ਰਹੇ ਨਾ। ਮੇਰੇ ਵਾਲਦ ਸੀ ਨਾ, ਜਿਹੜਾ ਆਪੂ ਸੀ, ਉਹਨੇ ਮੇਰੀ ਬੜੀ ਲਾ ਲਓ ਕਿ ਮੈਨੂੰ ਸਾਂਭਿਆ, ਉਹਨੇ ਜਿੱਦਾਂ ਕਹਿੰਦੇ ਨੀ ਕਿਸੇ ਨੂੰ ਮੁੰਡਾ ਸਾਂਭਣਾ ਹੁੰਦਾ ਆਪਣਾ ਨਾ, ਉਹਨੇ ਮੇਰਾ ਮੈਨੂੰ ਸਾਂਭਿਆ ਜਿੱਦਾਂ ਸਾਂਭਣਦਾ ਹੁੰਦਾ, ਸਹੀ ਆ। ਮੈਂ ਨਾ ਅਕਸਰ ਚਾਹ ਨਾਲ ਰੋਟੀ ਖਾ ਲੈਂਦਾ ਹੁੰਦਾ ਸੀ, ਤੇ ਮੈਨੂੰ ਕਹਿੰਦਾ ਹੁੰਦਾ ਸੀ, ਭਲਵਾਨ ਵੇਖੋ, ਕਹਿੰਦਾ ਅੰਮੀ ਨੂੰ, ਉਹਨੇ ਕਹਿਣਾ, ਕਹਿੰਦਾ ਵੇਖ ਇਹਨੇ ਭਲਵਾਨੀ ਕਰਨੀ, ਕਹਿੰਦਾ ਇਹ ਤੇ ਖਾਂਦਾ ਹੀ ਕੁਛ ਨਹੀਂ, ਸਹੀ ਆ। ਮੈਂ ਬਹੁਤ ਘੱਟ ਸੀ ਮੇਰੀ ਨਾ ਖੁਰਾਕ, ਉਹਨੇ ਘਰ ਘੁਰ ਕੇ, ਇਹ ਸੀ ਵਿੱਚ ਹਿੰਮਤ ਹੈਗੀ ਸੀ ਸਟਾਰਟਿੰਗ ਤੋਂ ਹੀ, ਤੇ ਉਹਨੇ ਛੋਟਾ ਸੀ ਮੈਂ ਸਾਰਿਆਂ ਤੋਂ, ਆਪੂ ਨੇ ਖਵਾਉਣਾ ਪਿਉਣਾ। ਮੈਂ ਸੁਬਾਹ ਨੂੰ ਮੈਨੂੰ ਨਾ ਏਦਾਂ ਮੱਖਣ ਤਲੀ ਤੇ ਰੱਖ ਕੇ ਨਾ ਮੇਰੀ ਤੇ ਮੈਂ ਛਟਾਂਗ ਮੱਖਣ ਜਿਹੜਾ ਤਲੀ ਤੇ ਰੱਖ ਕੇ ਤੇ ਏਦਾਂ ਖਾ ਜਾਂਦਾ ਹੁੰਦਾ। ਛੋਟਾ ਸੀ ਉਦੋਂ, ਮੈਂ 9-9 ਸਾਲਾਂ ਦਾ, ਤੇ ਵਧੀਆ ਸਾਂਭਿਆ ਵਾਲਦਾ ਸੀ ਉਹਨੇ। ਸਵੇਰ ਨੂੰ ਮੱਖਣ ਹੀ ਦੇਣਾ, ਵਿੱਚ ਬਦਾਮ ਹੁੰਦੇ ਸੀ, ਸਾਰਾ ਕੁਛ ਹੀ ਵਧੀਆ, ਸ਼ੁਰੂ ਤੋਂ ਵਧੀਆ ਖੁਰਾਕ ਕਰਦੀ। ਹੁਣ ਕੀ ਖਾਂਦੇ ਹੋ? ਐਸਾ ਜਿਵੇਂ ਕਿ ਐਡੇ ਟਾਇਰ ਲੈ ਕੇ ਭੱਜਣਾ, ਦੌੜਨਾ, ਔਰ ਸਭ ਤੋਂ ਹਾਰਡ ਐਕਸਰਸਾਈਜ਼ ਤੁਸੀਂ ਕਰਦੇ ਹੋ, ਕਿਉਂਕਿ ਮੈਂ ਤਾਂ ਜਿਮ ਵਿੱਚ ਵੀ ਤੁਹਾਨੂੰ ਵੇਖਣਾ ਵਾ, ਏਡਾ ਪਲੇਅਰ ਕੋਈ ਏਡੀ ਬਹੁਤੀ ਮਿਹਨਤ ਕਰਦਾ ਕੋਈ ਨਹੀਂ, ਤੇ ਫਿਰ ਇੰਨੀ ਮਿਹਨਤ ਦੇ ਬਾਵਜੂਦ ਵੀ ਤੁਹਾਡੇ ਤੋਂ ਲੋਕ ਨੁਕਤਾਚੀਨੀ ਤੇ ਕਰਨ ਹਟਦੇ, ਉਹ ਨਹੀਂ ਹਟ ਸਕਦੇ। ਤੇ ਲੇਕਿਨ ਇਹ ਕੀ ਖੁਰਾਕ ਕਿਹੜੀ ਖਾਂਦੇ ਹੋ? ਅੱਛਾ, ਖੁਰਾਕ ਸੁਬਾਹ ਨੂੰ ਜਦੋਂ ਆਉਣਾ ਹੁੰਦਾ ਨਾ, ਮੈਂ ਮਿਹਨਤ ਕੀਤੀ, ਐਕਸਰਸਾਈਜ਼ ਕੀਤੀ ਆ, ਤੇ ਪਹਿਲਾਂ ਤੇ ਆਂਡੇ ਹੁੰਦੇ 10 ਤੋਂ 12 ਆਂਡੇ ਹੁੰਦੇ, ਉਹਨਾਂ ਦਾ ਵਾਈਟ ਜਿਹੜਾ ਯੈਲੋ ਨਹੀਂ ਖਾਣਾ, ਜਿਹੜਾ ਯੋਕ ਨਾ ਉਹ ਨਹੀਂ ਖਾਣਾ, ਵਾਈਟ ਖਾਣਾ ਉਹਦਾ, ਤੇ ਨਾਲ ਖਜੂਰਾਂ ਹੁੰਦੀਆਂ, ਤੇ ਦੁੱਧ ਦਾ ਪਨੀਰ ਨਹੀਂ, ਜਿਹੜਾ ਆਪਾਂ ਜਿੰਨਾ ਰਸਗੁੱਲੇ ਬਣਦੇ ਪਨੀਰ, ਉਹ 2 ਕਿਲੋ ਦੁੱਧ ਦਾ ਪਨੀਰ ਬਣਿਆ ਹੁੰਦਾ ਸਵੇਰ ਨੂੰ, ਉਹ ਇਹ ਨਾਸ਼ਤਾ ਵਾ। ਨਾਲ ਦੁੱਧ ਹੁੰਦਾ ਅੱਧਾ ਕਿਲੋ, ਤੇ ਫਿਰ ਆਪਾਂ ਖਾ ਕੇ ਤੇ ਸੌਂ ਜਾਣਾ। ਫਿਰ ਰੋਟੀ ਕਿੰਨੇ ਦਿਨ? ਰੋਟੀ ਇੱਕ ਟਾਈਮ ਖਾਣੀ ਆ। ਅੱਛਾ, ਉਹ ਸ਼ਾਮ ਨੂੰ ਖਾਣੀ ਆ, ਤੇ ਖਾਣੀ ਵਧੀਆ ਰੱਖ ਕੇ। ਦੇਸੀ ਚਿਕਨ ਆ, ਮੋਸਟਲੀ ਤਕਰੀਬਨ ਮਹੀਨਾ ਨਾ, ਮਹੀਨੇ ਚੋਂ 20 ਦਿਨ ਚਿਕਨ ਹੋਊਗਾ, 4 ਚੂਚੇ ਖਾਂਦੇ ਹੋ? ਦੇਸੀ ਚੂਚੇ। ਤੇ 4 ਤੋਂ 5 ਦਿਨ ਦਾ ਵਿੱਚ ਰੈਸਟ ਹੋਊਗੀ, 4-5 ਦਿਨ ਮਟਨ ਵਗੈਰਾ, ਫਿਸ਼ ਵਗੈਰਾ ਜਿਹੜੀ। ਹਾਂ, ਬਾਕੀ ਇਹ ਹੁੰਦਾ। ਅੱਛਾ, ਕੋਈ ਸਪੈਸੀਫਿਕ ਖੁਰਾਕ ਨਹੀਂ ਹੈ? ਨਹੀਂ ਬਈ ਏਦਾਂ ਨਹੀਂ ਕਿ ਬਹੁਤ ਬਈ 3 ਕਿਲੋ ਖਾ ਲਿਆ, ਉਹ ਖਾ ਲਿਆ। ਤੇ ਮੈਂ ਦੱਸਦਾ, ਤੁਸੀਂ ਨਾ ਜਿਹੜਾ ਕਿਲੋ ਵੀ ਖਾ ਲਓ ਨਾ ਇੱਕ ਟਾਈਮ, ਤੁਹਾਡੀ ਬਾਡੀ ਨੇ ਜਿੰਨੀ ਪ੍ਰੋਟੀਨ ਲੈਣੀ ਓਨੀ ਲੈਣੀ, ਬਾਕੀ ਤੇ ਵੇਸਟ ਕਰ ਦੇਣਾ ਬੋਡੀ ਨੇ ਤੁਹਾਡੀ। ਇੱਕ ਟਾਈਮ 'ਚ ਕਿੰਨਾ ਲੈ ਲੂ ਬੋਡੀ ਤੁਹਾਡੀ ਪ੍ਰੋਟੀਨ? ਤੁਸੀਂ ਭਾਵੇਂ 5 ਕਿਲੋ ਖਾ ਲਓ, ਉਹਨੇ ਲੈਣਾ 2-3, ਜਿੰਨੀ ਪ੍ਰੋਟੀਨ ਲੈਣੀ ਮਕਦਾਰ, ਉਹਨੇ ਕਿੰਨੀਆਂ ਕੈਲਰੀਆਂ ਲੈਣੀਆਂ ਉਹ ਹੀ ਲੈਣੀਆਂ, ਬਾਕੀ ਤੇ ਵੇਸਟ ਕਰ ਦੇਣੀ। ਬਾਕੀ ਤੁਸੀਂ ਆਪਣੇ ਮਿਹਦੇ ਤੇ ਜ਼ੋਰ ਪਾਉਣਾ, ਆਪਣੇ ਆਪ ਤੇ ਜ਼ੋਰ ਪਾਉਣਾ, ਭਾਵੇਂ ਤੁਸੀਂ 2 ਕਿਲੋ ਖਾ ਲਓ। ਅੱਛਾ, ਪੰਜਾਬ ਦੇ ਵਿੱਚ ਮੈਂ ਪਹਿਲੇ ਵੀ ਤੁਹਾਨੂੰ ਪੁੱਛਿਆ ਸੀ, ਤੁਸੀਂ ਗੱਲ ਬੜੀ ਅੱਛੀ ਕੀਤੀ ਸੀ, ਲੇਕਿਨ 1 ਸਾਲ ਤੁਹਾਡਾ ਮੇਰਾ ਪ੍ਰੋਗਰਾਮ ਹੋ ਗਿਆ, ਉਦੋਂ CM ਸਾਹਿਬ ਨਵੇਂ ਆਏ ਸਨ, ਤੁਸੀਂ ਕਿਹਾ ਸੀ ਕਿ ਇੱਦਾਂ ਨੂੰ ਪ੍ਰਮੋਟ ਕੀਤਾ ਜਾਵੇ, ਇਸ ਤਰ੍ਹਾਂ ਤੁਸੀਂ ਕੁਝ ਸੁਜੈਸ਼ਨਾਂ ਵੀ ਦਿੱਤੀਆਂ ਸੀ, ਔਰ ਅਸੀਂ ਕੋਸ਼ਿਸ਼ ਵੀ ਕੀਤੀ ਸੀ ਕਿ ਉਹਨੂੰ ਪਹੁੰਚਾਇਆ ਜਾਵੇ। ਅਜੇ ਤੱਕ ਕਬੱਡੀ ਦੇ ਹਵਾਲੇ ਨਾਲ ਪੰਜਾਬ ਹੁਕੂਮਤ ਦੇ ਕੋਈ ਜਿਸ ਤਰ੍ਹਾਂ ਐਕਸ਼ਨ ਲੈਣਾ ਚਾਹੀਦਾ, ਜਿਸ ਤਰ੍ਹਾਂ ਨੂੰ ਪ੍ਰਮੋਟ ਕਰਨਾ ਚਾਹੀਦਾ, ਜਿਸ ਤਰ੍ਹਾਂ ਲੀਗਾਂ ਬਾਹਰ ਹੁੰਦੀਆਂ ਨੇ, ਤੇ ਪੰਜਾਬ ਨੇ ਜਿਸ ਤਰ੍ਹਾਂ PSL ਹੁੰਦਾ ਸਾਡੇ ਮੁਲਕ ਦੇ ਵਿੱਚ, ਇਸ ਤਰ੍ਹਾਂ ਕਬੱਡੀ ਦੇ ਵੱਲ ਅਜੇ ਤੱਕ ਕੋਈ ਨਹੀਂ ਫੈਸਲਾ ਹੋਇਆ।
ਤੁਸੀਂ ਕੀ ਕਹੋਗੇ ਕਿ ਇਹਨੂੰ ਪ੍ਰਮੋਸ਼ਨ ਵਾਸਤੇ ਕਬੱਡੀ ਦੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਕੀ ਸੀਐਮ ਸਾਹਿਬਾਨ ਨੂੰ ਕਰਨਾ ਚਾਹੀਦਾ? ਯਾਰ ਇਹਨਾਂ ਨੂੰ ਇਵੈਂਟ ਕਰਾਉਣੇ ਚਾਹੀਦੇ, ਨੈਸ਼ਨਲ ਇੰਟਰਨੈਸ਼ਨਲ ਇਵੈਂਟ ਕਰਾਉਣੇ ਚਾਹੀਦੇ। ਤੇ ਐਵੇਂ ਕਰਦੇ ਆ, ਇਹਨਾਂ ਨੂੰ ਤੇ ਚਾਹੀਦਾ ਕਿ 2-4 ਇਵੈਂਟ ਕਰਾਤੇ ਨਾ ਸੀਐਮ ਪੰਜਾਬ ਨੇ ਸਾਹਿਬਾਂ ਨੇ ਨਾ 2-4 ਇਵੈਂਟ ਕਰਾਤੇ ਤੇ ਉਹਨਾਂ ਦੀਆਂ ਬਹੁਤ ਵਾਇਰਲ ਹੋ ਜਾਣੀਆਂ, ਵੀਡੀਓ ਵੀ ਵਾਇਰਲ ਹੋ ਜਾਣੀਆਂ, ਉਹਨਾਂ ਨੂੰ ਬਹੁਤ ਫੇਮ ਮਿਲ ਜਾਣਾ। ਉਹਨਾਂ ਨੂੰ ਇੰਨਾ ਨਹੀਂ ਪਤਾ ਕਬੱਡੀ 'ਚ ਫੇਮ ਕਿੰਨਾ, ਬਹੁਤ ਜ਼ਿਆਦਾ। ਆਪਾਂ 13 ਕਰੋੜ ਪੰਜਾਬੀ ਆ, ਸਹੀ ਆ। ਤੇ ਜਿਹੜੇ ਪੰਜਾਬੀ ਆ, ਪੰਜਾਬ ਦੇ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਕਬੱਡੀ, ਸਹੀ ਆ। ਪੰਜਾਬੀਆਂ ਦੀ ਆ ਖੇਡ, ਸਹੀ ਆ। ਤੇ ਪੰਜਾਬੀ ਤੇ ਕੁਛ ਵੀ ਨਾ ਹੋਊਗਾ ਨਾ, ਤੇ ਜਿਹੜਾ ਪੰਜਾਬੀ ਹੋਊਗਾ ਉਹਨੇ ਖੇਡੀ ਨਾ ਵੀ ਹੋਊਗੀ ਨਾ, ਕਿ ਘਸੁੰਨ ਮੁੱਕੇ ਮਾਰੇ ਹੀ ਹੋਣਗੇ ਛੋਟੇ ਹੁੰਦਿਆਂ ਕਬੱਡੀ, ਸਹੀ ਆ। ਤੇ ਇਸ ਤੋਂ ਉਹਨਾਂ ਨੂੰ ਚਾਹੀਦਾ ਕਿ ਇੱਥੇ ਥੋੜਾ ਜਿਹਾ ਵਰਕ ਕਰਨ ਤੇ ਜੇ ਕਬੱਡੀ ਨੂੰ ਪ੍ਰਮੋਟ ਕਰਨ, ਨੈਸ਼ਨਲ ਇੰਟਰਨੈਸ਼ਨਲ ਇਵੈਂਟ ਹੋਣ। ਅੱਛਾ, ਲੋਕਲੀ ਤੁਸੀਂ ਜਿਸ ਤਰ੍ਹਾਂ ਕਿ ਗੱਲ ਕਰ ਰਹੇ ਸੀ, ਮੈਂ ਕਿ ਪ੍ਰੋਗਰਾਮ ਦੇ ਜਾਂਦੇ ਜਾਂਦੇ ਕਿਉਂਕਿ ਮੇਰੇ ਜ਼ਿਹਨ 'ਚ ਸਵਾਲ ਬੁਲਾ ਰਿਹਾ ਹੈ ਕਿ ਮੈਂ ਤੁਹਾਡੇ ਕੋਲ ਪੁੱਛਾਂ ਜ਼ਰੂਰ ਕਿ ਤੁਸੀਂ ਕਿਹਾ ਜੀ ਕਿ ਆਪਣਾ ਜਿਹੜਾ ਪਾਕਿਸਤਾਨ ਦੇ ਵਿੱਚ ਨਾ, ਜਿਵੇਂ ਮਿਸਾਲ ਤੌਰ ਤੇ ਜਿਵੇਂ ਵੇਲਾਂ ਕਰਾਈਆਂ ਜਾਂਦੀਆਂ, ਜਿਵੇਂ ਔਰ ਅਸੀਂ ਇਹ ਕੰਮ ਮਿਸਾਲ ਤੇ ਜਿਵੇਂ ਅਸੀਂ ਕੋਈ ਡਾਂਸ ਹੋ ਰਿਹਾ ਤੇ ਪੈਸੇ ਸਿੱਟ ਰਹੇ ਹਾਂ, ਕਿਆ ਤੁਸੀਂ ਉਸ ਤਰ੍ਹਾਂ ਪੈਸਾ ਤੁਹਾਨੂੰ ਕੋਈ ਦੇਵੇ ਤਾਂ ਤੁਸੀਂ ਲੈਂਦੇ ਹੋ ਜਾਂ ਨਹੀਂ ਲੈਂਦੇ? ਲੈਂਦਾ ਸੀ ਮੈਂ ਨਾ ਇੱਕ ਦਫਾ ਮੈਚ, ਹੁਣ ਮੈਂ ਉਹਦਾ ਜਗ੍ਹਾ ਦਾ ਨਾਮ ਨਹੀਂ ਲੈਂਦਾ, ਕਿਹੜੀ ਜਗ੍ਹਾ ਮੈਨੂੰ ਯਾਦ ਆ, ਪਿੰਡ ਕਿਹੜਾ ਸੀ, ਮੈਂ ਥੋੜਾ ਜਿਹਾ ਨਾ ਨਹੀਂ ਉਹਦਾ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਨਾਮ। ਤੇ ਸ਼ੱਕਰਗੜ੍ਹ ਸੀ ਮੈਚ ਨਾ, ਮੈਚ ਖੇਲਿਆ ਉੱਥੇ ਮੈਂ। ਤੇ ਮੈਚ ਖੇਲ ਕੇ ਨਾ ਤੇ ਰੇਡ ਕਰਕੇ ਸਟੇਜ ਤੋਂ ਪੈਸੇ ਲੈਣ ਜਾਣੇ ਸੀ। ਮੈਂ ਨਾ ਏਦਾਂ ਸਟੇਜ ਤੋਂ ਪਹਿਲੋਂ ਪਾਣੀ ਲਾਇਆ ਸੀ ਉਹਨਾਂ ਨੇ ਨਾ, ਖਾਲੀ ਬਣਾ ਕੇ, ਕੋਈ ਪਬਲਿਕ ਅੱਗੇ ਨਾ ਜਾਵੇ, ਸਹੀ ਆ। ਤਕਰੀਬਨ ਹੁਣ 10 ਫੁੱਟ ਜਗ੍ਹਾ ਹੋਣੀ ਜਿਹੜੀ ਏਦਾਂ ਸਿੱਧੀ ਹੋਣੀ, ਉਹਦੇ ਚ ਪਾਣੀ ਲੱਗਾ। ਮੈਂ ਹੁਣ ਸਟੇਜ ਤੋਂ ਪੈਸੇ ਫੜਨੇ, ਸਟੇਜ ਤੇ ਕੁਰਸੀ ਵੀ ਕੋਈ ਨਹੀਂ ਚੜਨ ਦੀ, ਮੈਂ ਪਾਣੀ ਦੇ ਵਿੱਚੋਂ ਤੁਰਿਆ ਫਿਰਾਂ ਏਦਾਂ, ਮੈਂ ਪੈਸੇ ਤੇ ਫੜ ਲਏ ਖੈਰ ਉਸਤਾਦ ਨੇ। ਜਦੋਂ ਮੈਂ ਵਾਪਸ ਆਇਆ ਨਾ ਤੇ ਮੈਂ ਆ ਕੇ ਸੋਸ਼ਲ ਮੀਡੀਆ ਤੇ ਵੀਡੀਓ ਵੇਖੀ, ਮੈਂ ਆਪਣੇ ਆਪ ਨੂੰ ਬੜੀ, ਮੈਂ ਕਿਹਾ ਯਾਰ ਏਦਾਂ ਦੇ ਪੈਸਿਆਂ ਨਾਲ ਤੇ ਬੰਦਾ ਏਦਾਂ ਹੀ ਘਰ ਹੀ ਬੈਠਾ ਰਵੇ, ਉਹ ਸਾਰਿਆਂ ਨੂੰ ਵਧੀਆ। ਉਸ ਤੋਂ ਬਾਅਦ ਆਪਾਂ ਸਟੇਜ ਤੇ ਨਹੀਂ ਗਏ। ਅੱਛਾ, ਨਹੀਂ, ਉਹ ਆਖਰੀ ਆਪਾਂ ਗਏ ਆ। ਉਸ ਤੋਂ ਬਾਅਦ ਆਪਾਂ ਤੇ ਹਰ ਇੱਕ ਨੂੰ, ਮੇਰੇ 2-3 ਇੰਟਰਵਿਊ ਹੋ ਗਏ ਇਹਦੇ ਤੇ ਕਿ ਖਿਡਾਰਾ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ, ਉਹ ਪਲੇਅਰਾਂ ਦੀ ਰਿਸਪੈਕਟ ਕਰਨ, ਬਸ। ਪਲੇਅਰਾਂ ਦੇ ਨਾਲ ਹੀ ਕਬੱਡੀ ਹੈ ਨਾ, ਜੇ ਪਲੇਅਰ ਆ ਤੇ ਕਬੱਡੀ ਆ, ਜੇ ਪਲੇਅਰ ਹੀ ਹੈ ਨਹੀਂ ਕਬੱਡੀ ਕੀ ਕਰਨਗੇ ਜਿਹੜੇ। ਤੇ ਇਸ ਤਰ੍ਹਾਂ ਪੈਸੇ ਮਿਸਾਲ ਤੌਰ ਤੇ ਜਿਵੇਂ ਕਹਿੰਦੇ ਨੇ ਕਿ ਮੁਖਾ ਜਿਵੇਂ ਵੇਲਾਂ ਕਰਾਉਣੀਆਂ, ਨਹੀਂ, ਉਹਦੀ ਪਲੇਅਰ ਦੀ ਡਿਸਰਿਸਪੈਕਟ ਕਰਦੇ ਨਾ, ਉਹਨੂੰ ਉਹਦੀ ਤਜ਼ਲੀਲ ਕਰਦੇ, ਉਹਨੂੰ ਇੱਜ਼ਤ ਥੋੜੀ ਦਿੰਦੇ ਆ, ਜਿਹੜੀ ਇੱਜ਼ਤ ਥੋੜੀ ਆ। ਮੈਂ ਸ਼ਾਇਦ ਜੇ ਮੇਰੇ ਕੋਲ ਕਿਤੇ ਵੀਡੀਓ ਨਿਕਲੇ ਮੈਂ ਤੁਹਾਨੂੰ ਸੈਂਡ ਵੀ ਕਰੂੰਗਾ, ਉਸ ਤੁਸੀਂ ਜੇ ਦਿਖਾਉਣੀ ਹੈ ਆਪਣੇ ਜਿਹੜੀ ਆਡੀਅנס ਆ ਨੂੰ ਦਿਖਾ ਕੇ ਚੈੱਕ ਵੀ ਕਰਾ ਸਕਦੇ। ਬੜੀ ਮੈਨੂੰ ਤੇ ਬਹੁਤ ਗਿਲਟੀ ਫੀਲ ਹੋਈ ਸੀ ਨਾ ਆਪਣੇ ਆਪ ਤੇ, ਕਿ ਮੈਂ ਇੱਕ ਪਲੇਅਰ ਆ, ਉਹਦੀ ਫੈਮਿਲੀ ਪਿੱਛੋਂ ਸੋਚਣ ਦੀ ਹੁੰਦੀ ਕਿ ਸਾਡੇ ਮੁੰਡੇ ਦਾ ਪੜਾ ਨਾ, ਤੇ ਉਹ ਜਿਹੜਾ ਪੈਸੇ ਪਾਣੀ ਦੇ ਵਿੱਚ ਵੜਿਆ ਤੇ ਉਹ ਕਿਸੇ ਕੋ 10 ਰੁਪਏ ਫੰਡ ਆ ਕੇ, ਕੋਈ 20 ਫੰਡ ਆ ਕੇ। ਨਹੀਂ ਯਾਰ, ਇਹ ਬਹੁਤ ਵੱਡੀ ਹੈ ਤੇ ਇੱਕ ਤੋਹੀਨ ਹੈ, ਪਲੇਅਰ ਦੀ ਤੋਹੀਨ ਹੈ ਕਿ ਇੱਕ ਵੱਡਾ ਨਾਮ ਤੁਸੀਂ ਉਹਨੂੰ ਇਸ ਤਰੀਕੇ ਨਾਲ ਪੈਸੇ। ਮੈਂ ਵੱਡਾ ਤੋਂ ਹਟ ਕੇ, ਵੱਡਾ ਨਾ ਹੋਵੇ ਛੋਟਾ ਹੋਵੇ ਕੋਈ ਵੀ ਆ, ਉਹ ਜਦੋਂ ਹੁਣ ਅੱਜ ਕੱਲ ਦਾ ਹਰ ਇੱਕ ਬੰਦਾ ਵੱਡਾ, ਸਹੀ ਆ, ਸੋਸ਼ਲ ਮੀਡੀਆ ਹਰ ਇੱਕ ਕੋਲ ਆ। ਉਹ ਮੈਂ ਕਿਹਾ ਤੁਸੀਂ ਕੋਈ ਏਦਾਂ ਦਾ ਕੰਮ ਵੀ ਨਹੀਂ ਕਰ ਸਕਦੇ ਕਿ ਤੁਹਾਡਾ ਕੈਮਰੇ ਦੀ ਜਿਹੜੀ ਅੱਖ ਨਾ ਉਹ ਤੁਹਾਡੇ ਦੇ ਉੱਤੇ ਕੋਈ ਏਦਾਂ। ਮੈਂ ਕਿਹਾ ਤੁਸੀਂ ਕਰਕੇ ਵੇਖੋ, ਤੁਸੀਂ ਸਾਹਮਣੇ ਸੋਸ਼ਲ ਮੀਡੀਆ ਤੇ ਆ ਕੇ ਇੱਕ ਦਿਨ ਦੇ ਵਿੱਚ ਤਾਰੇ ਨਜ਼ਰ ਆ ਜਾਣਗੇ। ਆਹੋ, ਤੇ ਉਹ ਬਾਕੀ ਫਿਰ ਥੋੜਾ ਜਿਹਾ ਇਹ ਵੀ ਆ ਕਿ ਇਹਨਾਂ ਨੂੰ ਸਾਡੀ ਅਪੀਲ ਹੀ ਆ, ਅਸੀਂ ਇਹਨਾਂ ਅੱਗੇ ਹੱਥ ਹੀ ਜੋੜ ਸਕਦੇ ਹਾਂ ਕਿ ਜਿਹੜੇ ਕਬੱਡੀ ਦੇ ਪਲੇਅਰ ਆ ਉਹਨਾਂ ਦੀ ਰਿਸਪੈਕਟ ਕਰਿਆ ਕਰੋ। ਅੱਛਾ, ਕਿਹੜੀ ਪਾਰਟੀ ਨੂੰ ਵੈਸੇ, ਕਿਉਂਕਿ ਸਵਾਲ ਤਾਂ ਬੜਾ ਪਰਸਨਲ ਜਿਹਾ, ਪਲੇਅਰ ਦੇ ਉੱਤੇ ਦੇ ਸਵਾਲ ਹੋਣਾ ਨਹੀਂ ਚਾਹੀਦਾ ਕਿਉਂਕਿ ਪਲੇਅਰ ਦੇ ਵਾਸਤੇ ਸਾਰੇ ਇਕੱਠੇ ਇੱਕੋ ਜਿਹੇ ਹੁੰਦੇ ਨੇ, ਤੇ ਲੇਕਿਨ ਕਿਹੜੀ ਪਾਰਟੀ ਨਾਲ ਜ਼ਿਆਦਾ ਮੁਹੱਬਤ ਕਰਦੇ ਹੋ? ਨੂਨ ਲੀਗ, ਪੀਟੀਆਈ ਜਾਂ ਸਾਰੇ? ਪਾਰਟੀ ਨਾਲ ਨਹੀਂ, ਆਪਾਂ ਇਮਰਾਨ ਖਾਨ ਨਾਲ ਮੁਹੱਬਤ ਆਪਣੀ। ਅੱਛਾ, ਉਹ ਫੋਰਐਵਰ। ਹਾਂ, ਉਹ ਤਾਂ ਹੈ ਹੀ ਨਹੀਂ, ਆਪਾਂ ਉਹਨੂੰ ਬਹੁਤ ਤਕਰੀਬਨ ਉਹਦੀਆਂ ਜਿਹੜੇ ਕਲਿੱਪ ਆ ਨਾ, ਅਕਸਰ ਹੀ ਕਲਿੱਪ ਜਿਹੜੇ ਉਹਦੇ ਆਉਂਦੇ ਹੁੰਦੇ, ਮੈਂ ਉਹਨੂੰ ਬੜਾ ਦੇਖਿਆ, ਉਹਨੂੰ ਸਟੱਡੀ ਕੀਤਾ ਉਹਦੇ ਬਾਰੇ ਨਾ, ਮੈਂ ਪੜ੍ਹਿਆ। ਲੇਕਿਨ ਮੈਨੂੰ ਤੇ ਇੱਕ ਨਾ ਇਮਾਨਦਾਰ ਇਨਸਾਨ ਲੱਗਾ ਬਹੁਤ। ਉਹਦੇ ਜਿੰਨੇ ਜੋ ਏਦਾਂ ਹੀ ਨਹੀਂ ਜਿੱਦਾਂ ਕੋਈ ਬੰਦਾ ਆਪਾਂ ਜਿਹਨੂੰ ਕਹਿ ਲੈਂਦੇ ਕਿ ਭੀੜ ਆ, ਉਹ ਜਿਹੜੀਆਂ ਗੱਲਾਂ ਪਹਿਲਾਂ ਦਸੀਆਂ ਨੇ ਉਹ ਸਾਰਾ ਕੁਝ ਹੁਣ ਤੱਕ ਸੱਚ ਹੋ ਰਿਹਾ। ਤੇ ਉਹਦੇ ਕਾਫੀ ਕਲਿੱਪ ਆ, ਮੈਂ ਤੇ ਉਹਦੀ ਕਾਫੀ ਸਾਊਂਡ ਜਿਹੜੇ ਆਵਾਜ਼ ਆ ਉਹਦੀ ਕਾਫੀ ਆਪਣੀਆਂ ਵੀਡੀਓ ਤੇ ਵੀ ਲਾਉਣਾ, ਤੇ ਉਹਦੀਆਂ ਇੱਕ ਜਿਹੜਾ ਇਮਾਨਦਾਰ ਇਨਸਾਨ ਆ ਆਪਣਾ, ਤੇ ਆਪਣਾ ਉਹਨੂੰ ਬਹੁਤ ਲਾਈਕ ਕਰਦੇ। ਅੱਛਾ ਮਲਿਕ ਸਾਹਿਬ, ਇੱਕ ਚੀਜ਼ ਦੱਸੋ, ਕਿਉਂਕਿ ਦੇਖੋ ਤੁਸੀਂ ਬਾਹਰ ਫ੍ਰੀਕੁਐਂਟਲੀ ਹੁਣ ਪਿਛਲੇ ਕਈ ਸਾਲਾਂ ਤੋਂ ਜਾ ਰਹੇ ਹੋ,
ਐਸਾ ਕਿਹੜਾ ਬੰਦਾ ਹੈ ਜਿਹੜਾ ਤੁਹਾਡਾ ਆਪਣਾ ਇਸ ਪੂਰੇ ਜਰਨੀ ਦੇ ਵਿੱਚ ਜਿਹੜਾ ਤੁਹਾਡਾ ਨਾਲ ਖਲੋਤਾ ਹੈ, ਜਿਹਨੇ ਤੁਹਾਡਾ ਸਾਥ ਦਿੱਤਾ ਬਾਹਰ ਤੁਹਾਡੇ ਵੀਜ਼ੇ ਦੇ ਪ੍ਰੋਸੈਸ ਜਾਂ ਬਾਕੀ ਸਾਰੀਆਂ ਚੀਜ਼ਾਂ, ਜਾਂ ਤੁਹਾਨੂੰ ਇੱਕ ਕਿਸਮ ਦੀ ਸਹੂਲਤ ਤੇ ਕੌਣ ਬੰਦਾ? ਆਪਣਾ ਨਾ ਇੱਕ ਤੇ ਹੈਗੇ ਤੇ ਕਾਫੀ ਆ ਜਿਨ੍ਹਾਂ ਨੇ ਕਾਫੀ ਰੋਲ ਪਲੇ ਕੀਤਾ ਨਾ, ਕਾਫੀ ਆ, ਲੇਕਿਨ ਆਪਣਾ ਸਾਰਿਆਂ ਤੋਂ ਕਲੋਜ਼ ਆ ਭਾ ਬੂਟਾ ਖੱਖ, ਇੰਡੀਆ ਤੋਂ ਆ। ਅੱਛਾ ਤੇ ਉਹ ਹੁੰਦਾ ਵੈਨਕੂਵਰ ਸਾਰੀ BC ਦੇ ਵਿੱਚ ਆ। ਅੱਛਾ। ਤੇ ਉਹ ਆਪਣੇ ਨੂੰ ਪਿਛਲੇ ਸਾਲ ਉਹਨੇ ਫੋਨ ਕੀਤਾ, ਉਹਨਾਂ ਕੋਈ ਪੈਸੇ ਨਹੀਂ ਮੁੱਕੇ ਕਿ ਕਿੰਨੇ ਚ ਮੈਚ ਖੇਲਣਾ ਕਿੰਨੇ ਚ ਨਹੀਂ, ਉਹਨੇ ਮੇਰੇ ਨਾਲ ਗੱਲ ਕੀਤੀ ਆ। ਗੱਲ ਕਰਕੇ ਤੇ ਮੇਰਾ ਭਤੀਜਾ ਨਾਲ ਪਾਇਆ, ਉਹ ਵੀਜ਼ਾ ਲੈ ਕੇ ਤੇ ਮੈਂ ਉਹਦੇ ਕੋਲ ਚਲ ਗਿਆ। ਮੈਂ ਨਹੀਂ ਉਹਨਾਂ ਗੱਲ ਕੀਤੀ ਮੈਨੂੰ ਕਿੰਨੇ ਪੈਸੇ ਦਊਂ ਕਿੰਨੇ ਪੈਸੇ ਨਹੀਂ। ਅੱਛਾ। ਇੱਥੋਂ ਤੱਕ ਕਿ ਮੈਨੂੰ ਨਾ ਲੋਕ ਅਕਸਰ ਨਾ ਕਹਿੰਦੇ ਕਿ ਬੂਟਾ ਜਿਹੜਾ ਨਾ ਬੂਟਾ ਖੱਖ ਬੰਦਾ ਨਹੀਂ ਚੰਗਾ, ਨੇ ਫਲਾਣੇ ਨੇ ਏਦਾਂ ਕੀਤੀ ਤੇ ਫਲਾਣੇ ਨਾਲ। ਮੈਂ ਉਹਨੂੰ ਇਹ ਦੱਸਦਾ ਕਿ ਮੈਂ ਕਹਿੰਦਾ ਕਿ ਉਹ ਨਹੀਂ, ਉਹ ਚੰਗਾ ਬਿਲਕੁਲ। ਮੈਂ ਇੱਥੋਂ ਤੱਕ ਕਿ ਮੇਰਾ ਨਾ ਇੱਕ ਦਿਨ ਫੋਨ ਖਰਾਬ ਹੋ ਗਿਆ, ਆਈਫੋਨ। ਮੈਂ ਨਾ ਉਹਨੂੰ ਫੋਨ ਕੀਤਾ, ਮੈਂ ਕਿਹਾ ਬੂਟੇ ਭਾ ਮੇਰਾ ਨਾ ਫੋਨ ਖਰਾਬ ਹੋ ਗਿਆ, ਫੋਨ ਸਹੀ ਕਰਾਉਣਾ। ਕਹਿੰਦਾ ਆਪਾਂ ਸਹੀ ਕਿਉਂ ਕਰਾਉਣਾ, ਆਪਾਂ ਨਵਾਂ ਲੈਣੇ। ਹੋ ਗਿਆ ਉਹਨੇ 16 ਆਇਆ ਨਹੀਂ, 15 Pro Max ਜਿਹੜਾ ਫੋਨ $2100-2200 ਦਾ ਆ, ਲਿਆ ਕੇ ਉਹਨੇ ਮੈਨੂੰ ਫੋਨ ਦੇਤਾ। ਵਾਹ। ਤੇ ਕੋਈ ਪੈਸਿਆਂ ਦਾ ਨਹੀਂ, ਹਾਲਾਂਕਿ ਨਹੀਂ ਤੇ ਪ੍ਰਮੋਟਰ ਕਰਦੇ ਤੁਹਾਡੇ ਨਾ ਤੇ ਖਰਚਾ ਰੁਪਈਆ ਵੀ ਬਾਅਦ ਚ ਕਰਦੇ ਕਿ ਤੁਹਾਡੇ ਮੈਂ ਇੰਨੇ ਪੈਸੇ ਖਰਚੇ, ਉਹਨੇ 1 ਰੁਪਈਆ ਨਹੀਂ। ਮੈਂ ਇਹ ਕਹੂੰਗਾ ਕਿ ਜਿਹੜੇ ਲੋਕ ਕਹਿੰਦੇ ਨਾ ਕਿ ਬੰਦਾ ਨਹੀਂ ਵਧੀਆ, ਉਹ ਖੁਦ ਨਹੀਂ ਵਧੀਆ ਆਪ ਨੂੰ। ਬੜੀ ਵੱਡੀ ਗੱਲ ਤੁਸੀਂ ਕੀਤੀ। ਉਹ ਖੁਦ ਨਹੀਂ ਵਧੀਆ। ਮੈਨੂੰ ਤੇ ਏਡਾ ਵਧੀਆ ਇਨਸਾਨ ਲੱਗਾ ਨਾ ਬੂਟਾ ਖੱਖ, ਤੇ ਮੇਰੇ ਨਾਲ ਤਾਂ ਬਹੁਤ ਵਧੀਆ, ਤੇ ਮੈਂ ਉਹਨੂੰ ਵਧੀਆ ਹੀ ਕਹੂੰਗਾ। ਤੇ ਉਹਨੇ ਬਹੁਤ ਰੋਲ ਪਲੇ ਕੀਤਾ ਮੇਰੇ ਨਾਲ ਨਾ। ਅੱਛਾ, ਜਿਹੜੇ ਤੁਹਾਡੇ ਸਾਰੇ ਬਾਅਦ ਦੇ ਟੂਰ ਨੇ ਉਹੀ ਉਹ ਯਾਰ ਉਹਨਾਂ ਮੈਂ ਇਹਨੂੰ ਕਿਹਾ ਤੂੰ ਜਿੱਥੇ ਕਹਿਤਾ ਬੂਟੇ ਪਾਪਾ ਤੇਰੇ ਨਾਲ ਖੜੇ, ਜੇ ਕਹਿਤਾ ਫਲਾਣੇ ਨੂੰ ਖੇਲਣਾ ਖੇਲਾਂਗੇ, ਜਿੱਧਰੋਂ ਕਿਹਾ ਨਹੀਂ ਖੇਲਾਂਗੇ। ਅੱਛਾ, ਇਹ ਤਾਂ ਇੰਡੀਆ ਦਾ ਬੰਦਾ ਹੋਵੇ। ਪਾਕਿਸਤਾਨ ਚ ਐਸਾ ਕਿਹੜਾ ਬੰਦਾ ਹੋਵੇ ਜਿਹੜਾ ਪਾਕਿਸਤਾਨ ਦੇ ਵਿੱਚ ਤੁਹਾਡੀ ਬੈਗ ਤੁਹਾਡੇ ਨਾਲ ਖਲੋਤਾ ਏਦਾਂ ਬਈ ਜਿਵੇਂ ਸ਼ਤੀਰ? ਹਾਂ, ਪਾਕਿਸਤਾਨ ਚੋਂ ਆਪਣਾ ਇੱਕ ਭਰਾ ਜ਼ਾਹਦ ਜੱਟ 290 ਟੋਬਾ ਰਜਾਣਾ, ਸਹੀ ਆ। ਉਹ ਮੈਂ ਨਾ 290 ਖੇਲਿਆ ਮੈਚ, ਤੇ ਉਹਨੇ ਮੈਨੂੰ ਕਿਹਾ ਨਾ ਤੇਰੇ ਲਈ ਉੱਥੇ ਐਲਾਨ ਕਰਾਤਾ ਕਿ ਤੇਰੇ ਲਈ ਨਾ ਦੁਬਈ ਦਾ ਜਿਹੜਾ ਟੂਰ ਫ੍ਰੀ ਆ। ਅੱਛਾ, ਪਿਛਲੇ ਦਿਨਾਂ ਚ ਇੱਕ ਵੀਡੀਓ ਦੇਖੀ ਤੁਹਾਨੂੰ ਇੱਕ ਬੰਦਾ ਦੇ ਰਿਹਾ। ਅੱਛਾ, ਮੈਨੂੰ ਕਹਿੰਦਾ ਟੂਰ ਫ੍ਰੀ। ਮੈਂ ਵੀ ਤੋਂ ਨਹੀਂ ਕਹਾਤਾ, ਮੈਂ ਕਿਹਾ ਇਦਾਂ ਨੇ ਪਤਾ ਨਹੀਂ ਕਿੰਨੇ ਟੱਕਰਦੇ ਰਹੋ। ਮੈਂ ਰਾਬਤਾ ਰੂਬਤਾ ਕੀਤਾ ਨਾ ਪੁੱਛਿਆ। ਮੈਨੂੰ ਹੁਣ ਆਸਾਨਾ ਤੇ ਪਤਾ ਨਹੀਂ ਕਿੰਨੇ ਕੁ ਲੋਕ ਟੱਕਰ ਦੇਣਾ, ਮੈਂ ਕਿਹਾ ਵੀ ਉਹਨਾਂ ਵਿੱਚੋਂ ਹੀ ਆ। ਪਰ ਨਹੀਂ, ਉਹ ਇੱਕ ਵਧੀਆ ਇਨਸਾਨ ਨਿਕਲਿਆ। ਉਹਨੇ ਫੋਨ ਲੱਭ ਕੇ ਨੰਬਰ ਫੋਨ ਕੀਤਾ। ਅੱਛਾ, ਮੈਂ ਆਜ਼ਾਦ ਜੱਟ ਕਹਿੰਦਾ, ਮੈਂ ਗੱਲ ਕੀਤੀ, ਮੈਂ ਤੁਹਾਡਾ ਵੀਜ਼ਾ ਲਵਾਉਣਾ ਦੁਬਈ ਦਾ। ਮੇਰਾ ਉਧਰੋਂ ਮੈਂ ਕਿਹਾ ਉਹਨੇ ਤੁਹਾਨੂੰ ਦੁਬਈ ਦੀ ਸੈਰ ਦਾ ਕਿਹਾ ਸੀ ਨਾ। ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਯਾਰ ਮੈਂ ਦੁਬਈ ਸੈਰ ਕੀ ਕਰਨੀ, ਅਸੀਂ ਉਮਰੇ ਤੇ ਜਾਂਦੇ ਹਾਂ। ਸਹੀ ਆ। ਉਹਨੇ ਕਿਹਾ ਉਮਰੇ ਤੇ ਆਇਓ, ਵਹੀਂ ਚਲ ਗਿਆ ਉਮਰੇ ਤੇ। ਉਹਨੇ ਦੁਬਈ ਦਾ ਵੀਜ਼ਾ ਕੀ ਦੇਣਾ ਸੀ, ਉਹਨੇ ਅਮਰੀਕਾ ਦਾ ਵੀਜ਼ਾ ਗਿਫਟ ਕੀਤਾ ਯਾਰ। ਅੱਲਾ, ਜ਼ਬਰਦਸਤ ਹੈ। ਤੇ ਮੈਂ ਇਹ ਦੱਸਦਾ ਕਿ ਉਹ ਆਪਣਾ ਭਰਾ ਵੀ ਆ, ਉਹਨੂੰ ਅੱਜ ਫੋਨ ਕਰੀਏ ਨਾ ਕਿ ਆਪਣਾ ਤੇ ਆ ਮੁਸੀਬਤ ਆ ਜਾਂ ਆਪਾਂ ਨੂੰ ਆ ਚੀਜ਼ ਚਾਹੀਦੀ, ਕਲੱਬ ਲਈ ਚਾਹੀਦੀ, ਕੁਛ ਚਾਹੀਦਾ, ਏਦਾਂ ਇਹ ਉਹ ਜੋ ਵੀ ਆਪਣਾ ਭਰਾ ਉਹ ਖੜਾ ਆਪਣੇ ਨਾਲ, ਤੇ ਆਪਾਂ ਉਹਦੇ ਨਾਲ ਖੜੇ ਆ। ਬੜੀ ਗੱਲ ਹੈ। ਸਹੀ ਆ। ਉੱਤੇ ਵੀ ਕਿਤੇ ਟਾਈਮ ਆਵੇ ਆਵਾਜ਼ ਦੇਵੇ, ਆਪਾਂ ਖੜੇ ਉਹਦੇ ਨਾਲ। ਤੇ ਇਹ ਚੀਜ਼ਾਂ ਹੁੰਦੀਆਂ ਕਿ ਤੁਹਾਨੂੰ ਜਿੱਦਾਂ ਦਾ ਇਨਸਾਨ ਆ ਨਾ, ਉਹ ਦੁਨੀਆ ਤੇ ਦੌੜ ਲੱਗੀ ਆ, ਚੰਗਾ ਚੰਗੇ ਨੂੰ ਲੱਭਣ ਡਿਆ ਤੇ ਮਾੜਾ ਮਾੜੇ ਨੂੰ। ਤੇ ਜੇ ਜਿਹੜਾ ਮਾੜਾ ਬੰਦਾ ਨਾ ਚੰਗੇ ਨੂੰ ਲੱਭ ਵੀ ਗਿਆ ਨਾ, ਮਾੜਾ ਬੰਦਾ ਚੰਗੇ ਨੂੰ ਲੱਭ ਗਿਆ, ਥੋੜਾ ਵੀ ਟਾਈਮ ਹੀ ਰਹਿਣਾ ਉਹ। ਬੇਸ਼ੱਕ ਉਹਨੇ ਆਪਣੀ ਫੀਲਡ ਆਪਣੀ ਤਰ੍ਹਾਂ ਦਾ ਲੋਕ ਲੱਭਣਾ ਉਹਦੇ ਨਾਲ। ਬੇਸ਼ੱਕ। ਤੇ ਉਹ ਇਦਾਂ ਹੀ ਆ, ਦੁਨੀਆ ਦੇ ਦੌੜ ਲੱਗੀ ਤੇ ਅਲਹਮਦੁਲਿਲਾ। ਬੇਸ਼ੱਕ ਤੁਸੀਂ ਖੁਸ਼ਕਿਸਮਤ ਆਦਮੀ ਹੋ। ਮੈਂ ਇਹ ਕਹਿੰਦਾ ਕਿ ਮੇਰੇ ਨਾਲ ਜਿਹੜਾ ਵੀ ਇਨਸਾਨ ਲੱਗਾ ਨਾ, ਮੈਂ ਉਹਦੇ ਤੋਂ ਹੈਪੀ ਆ। ਮੇਰੇ ਨਾਲ ਬਿਲਕੁਲ ਮੁਖਲਸ ਆ, ਮੈਂ ਉਹਨੂੰ ਕਦੀ ਮਾੜਾ ਨਾ ਕਹੂੰਗਾ। ਉਹਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਤੁਸੀਂ ਮੁਖਲਸ ਹੋ। ਸ਼ਾਇਦ ਮੈਂ ਆਪਣੇ ਆਪ ਨੂੰ ਮੁਖਲਸ ਨਹੀਂ ਕਹਿੰਦਾ, ਮੈਂ ਇੰਨਾ ਵੀ ਕਹਿੰਦਾ ਕਿ ਮੇਰੇ ਨਾਲ ਬੰਦੇ ਜਿਹੜੇ ਆ ਮੇਰੇ ਨਾਲ ਮੁਖਲਸ ਆ, ਕਦੀ ਮੈਨੂੰ ਪਿੱਛੋਂ ਮਾੜਾ ਨਾ ਕਹਿਣਗੇ। ਬੰਦਾ ਉਹੀ ਹੈ ਨਾ ਕਿ ਬੰਦੇ ਨੂੰ ਪਿੱਛੋਂ ਕੋਈ ਮਾੜਾ ਨਾ ਕਵੇ, ਜਿਹੜਾ ਪਿੱਛੋਂ ਮਾੜਾ ਕਹਿਣ ਵਾਲਾ ਹੁੰਦਾ ਆਪਾਂ ਉਹਨਾਂ ਸਲਾਮ ਦੁਆ ਵੀ ਹਟਾ ਦੇਈਦੀ। ਬੇਸ਼ੱਕ। ਉਹਨੂੰ ਬੁਲਾਈਦਾ ਵੀ ਨਹੀਂ, ਕਵਾਈਦਾ ਵੀ ਨਹੀਂ, ਉਹਨੂੰ ਉੱਥੇ ਛੱਡ ਦੇਈਦਾ। ਤੇ ਸ਼ਾਇਦ ਅੱਲਾਹ ਪਾਕ ਨੇ ਆਪਣੇ ਦੇਸ਼ ਵਜ੍ਹਾ ਤੋਂ ਕਰਮ ਕੀਤਾ। ਆਪਾਂ ਕਦੀ ਕਿਸੇ ਨੂੰ ਨਹੀਂ ਜਾ ਕੇ ਕਿਹਾ ਕਿ ਮੇਰਾ ਵੀਜ਼ਾ ਲਵਾ ਦੇ, ਸਹੀ ਆ, ਮੇਰੀ ਗੱਲ ਕਰਾ ਦੇ। ਆਪਾਂ ਆਪ ਉੱਠੇ ਉੱਠ ਪਿਆ, ਆਪਾਂ ਆਪਣੇ ਥਰੂ ਡਾਇਰੈਕਟ ਗੱਲ ਕੀਤੀ, ਜਿੱਥੇ ਵੀ ਕੀਤੀ ਬਾਹਰ ਆਪ ਕੀਤੀ, ਆਪਣੀ ਲਾਈਨ ਲਾਈ ਅਸੀਂ ਨਹੀਂ। ਅੱਛਾ, ਕੋਈ ਮੈਨੇਜਰ ਜਾਂ ਕੋਈ ਸੈਕਟਰੀ ਸੂਟ? ਮੈਂ ਕਿਹਾ ਅਕਸਰ ਬੰਦੇ ਜਾਂਦੇ ਹੁੰਦੇ ਸੀ ਫਲਾਣੇ ਕੋਚ ਕੋ ਚਲ ਜੇ, ਫਲਾਣਾ ਬਾਹਰ ਖਲਾ ਸਕਦਾ, ਫਲਾਣਾ। ਆਪਾਂ ਨਹੀਂ ਗਏ ਕਿਸੇ ਕੋ, ਆਪਾਂ ਕਿ ਜਾਣਾ ਤੇ ਆਪਣੇ ਦਮ ਤੇ ਜਾਣਾ। ਅੱਛਾ, ਕੀ ਯੂਥ ਨੂੰ ਕੀ ਪੈਗਾਮ ਦੇਵੋਗੇ? ਕਿਉਂਕਿ ਦੇਖੋ ਬਹੁਤ ਸਾਰੇ ਲੋਕ ਨੇ ਤੁਹਾਨੂੰ ਵੇਖ ਕੇ ਇਨਕਰੇਜ ਹੁੰਦੇ ਨੇ, ਆਉਂਦੇ ਨੇ, ਕਹਿੰਦੇ ਨੇ ਕਿ ਅਸੀਂ ਕਬੱਡੀ ਦੇ ਵਿੱਚ ਨਾਮ ਪੈਦਾ ਕਰਨਾ, ਨਾਮ ਬਣਾਉਣਾ।
ਤੇ ਕੀ ਪੈਗਾਮ ਦਿਓਗੇ ਉਹਨਾਂ ਸਾਰਿਆਂ ਨੂੰ, ਨੌਜਵਾਨਾਂ ਨੂੰ, ਔਰ ਖਾਸ ਤੌਰ ਤੇ ਆਡੀਅנס ਵਾਸਤੇ, ਜਿਹੜੀ ਆਡੀਅנס ਮਿਸਾਲ ਤੌਰ ਤੇ ਤੁਸੀਂ ਕਹਿੰਦੇ ਡਿਸਰਿਸਪੈਕਟ ਕਰਦੀ ਹੈ? ਕਿਉਂਕਿ ਮੈਂ ਕੁਝ ਚੀਜ਼ਾਂ ਦੇਖ ਰਿਹਾ ਹਾਂ ਜਿਹੜੀਆਂ ਕਿ ਮੁਸਲਸਲ ਹੁੰਦੀਆਂ ਨੇ, ਤੁਹਾਨੂੰ ਹਿੱਟ ਕੀਤਾ ਜਾਂਦਾ ਹੈ, ਤੇ ਉਹਨਾਂ ਦੇ ਬਾਰੇ ਕੀ ਕਹੋਗੇ? ਮੇਰਾ ਪਹਿਲੋਂ ਤੇ ਜਿਹੜੀ ਸਾਡੀ ਜਨਰੇਸ਼ਨ ਆ ਨਾ, ਆਉਣ ਵਾਲੀ ਜਨਰੇਸ਼ਨ ਆ ਕਬੱਡੀ ਦੇ ਵਿੱਚ ਆ, ਪਹਿਲੋਂ ਤੇ ਮੇਰਾ ਉਹਨਾਂ ਨੂੰ ਇੱਕ ਪੈਗਾਮ ਇਹ ਆ ਕਿ ਆਪਣੇ ਜਿਹੜੇ ਸੀਨੀਅਰ ਆ ਉਹਦੀ ਰਿਸਪੈਕਟ ਕਰੋ। ਜਿਹਦੇ ਕੋਲ ਸਿੱਖਦੇ ਜੇ ਉਹਦੀ ਰਿਸਪੈਕਟ ਕਰੋ, ਉਹਨੂੰ ਮੰਨੋ ਕਿ ਤੁਸੀਂ ਮੈਨੂੰ ਸਿਖਾਇਆ। ਸਹੀ ਆ। ਤੇ ਅੱਜ ਦੇ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਇੰਨੀ ਫਾਸਟ ਹੋ ਗਈ ਆ ਕਿ ਉਹ ਉਹਨੂੰ ਦੱਸਣ ਦੀ ਹੁੰਦੀ ਆ ਕਿ ਅਸੀਂ ਤੈਨੂੰ ਏਦਾਂ ਫੀਲ ਕਰਾਉਂਦੇ ਹੁੰਦੇ ਕਿ ਅਸੀਂ ਤੈਨੂੰ ਸਿਖਾਇਆ। ਸਹੀ ਆ। ਹਾਲਾਂਕਿ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਦਾ ਕੋਲ ਆ ਕਿ ਜਿਹਨੇ ਤੁਹਾਨੂੰ ਇੱਕ ਲਫ਼ਜ਼ ਵੀ ਉਹ ਤੁਹਾਡਾ ਉਸਤਾਦ ਆ। ਸਹੀ ਆ। ਵਾਕਾ ਵਾ ਤੇ ਮੈਂ ਉਹਦਾ ਗੁਲਾਮ ਆ ਨਾ। ਤੇ ਏਦਾਂ ਸਾਡੇ ਕਾਫੀ ਚੀਜ਼ਾਂ ਜਿਹੜੀਆਂ ਕਿ ਇਹਨਾਂ ਨੂੰ ਆਪਣੇ ਉਸਤਾਦਾਂ ਜਿਨ੍ਹਾਂ ਕੋਲ ਸਿੱਖਦੇ ਆ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ। ਸੀਨੀਅਰ ਪਲੇਅਰ ਆ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ। ਜਿਹੜਾ ਸ਼ਾਰਟਕਟ ਆ, ਮਤਲਬ ਕਿ ਸਟੀਰੋਇਡ ਡਰੱਗ ਬਹੁਤ ਲੈ ਰਿਹਾ ਦਿਆ ਜਾ ਰਿਹਾ ਤਕਰੀਬਨ ਹਰ ਗੇਮ ਦੇ ਵਿੱਚ ਨਾ। ਤੇ ਉਹ ਡਰੱਗ ਕਬੱਡੀ ਦੇ ਵਿੱਚ ਵੀ ਬਹੁਤ ਜ਼ਿਆਦਾ ਬਹੁਤ ਜਿਹੜਾ ਸਟੀਰੋਇਡ ਆ ਲਿਆ ਜਾ ਰਿਹਾ, ਉਹਦੇ ਤੋਂ ਸ਼ਾਰਟਕਟ ਨਾ ਚੱਲਣਾ। 2 ਸਾਲ ਮਿਹਨਤ ਕਰ ਲੈਣ, ਮਿਹਨਤ ਕਰਕੇ ਆ ਜਾਣ ਅੱਗੇ। ਇਹ ਨਾ ਕਿ ਕਹਿਣ ਕਿ ਅਸੀਂ ਸਾਲ ਦੇ ਵਿੱਚ ਆਉਣਾ ਤੇ ਤੁਸੀਂ 2 ਤੋਂ 3 ਸਾਲ 4 ਸਾਲ ਮਿਹਨਤ ਕਰੋ ਯਾਰ। ਮਿਹਨਤ ਕਰਕੇ ਅੱਗੇ ਆਓ। 4-5 ਪਲੇਅਰ ਦੀ ਕਿੰਨੀ ਲਾਈਫ ਹੁੰਦੀ ਹੈ ਕਬੱਡੀ ਦੇ ਪਲੇਅਰ ਦੀ? ਤੁਸੀਂ ਕੀ ਸਮਝਦੇ, ਕਿੰਨੇ ਸਾਲ ਉਹ ਖੇਡ ਸਕਦਾ ਜਾਂ ਕਿੰਨੇ ਸਾਲ ਦਾ ਉਹਦਾ ਇੱਕ ਦਾਇਰਾ ਕਾਰ ਜਿਹਦੇ ਤੋਂ ਪੂਰਾ ਆਪਣੇ ਟੌਪ ਤੇ? ਇਹ ਪਲੇਅਰ ਤੇ ਡਿਪੈਂਡ ਕਰਦਾ ਕਿ ਉਹ ਪਲੇਅਰ ਲੇਜ਼ੀ ਆ ਕਿ ਹਾਰਡ ਵਰਕਰ ਆ। ਜੇ ਤੇ ਹਾਰਡ ਵਰਕਰ ਆ ਉਹ 20 ਤੋਂ 25 ਸਾਲ ਕੱਢ ਜਾਂਦਾ ਅੱਛਾ ਗੇਮ ਦੇ ਵਿੱਚ। ਤੇ ਜੇ ਲੇਜ਼ੀ ਆ ਉਹ ਮਸਾਂ 4 ਸਾਲ 5 ਸਾਲ ਕੱਢਦਾ। ਮੈਂ ਹੁਣ ਤਾਂ ਇਹ ਵਜ੍ਹਾ ਦੱਸਦਾ ਕਿ ਮੇਰੇ 6 ਵੱਜੀ ਆ ਨਾ ਗੋਡੇ ਤੇ। ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਕਿ ਮੈਂ ਇਹਨੂੰ ਕਿੱਦਾਂ ਰਿਕਵਰ ਕੀਤਾ। ਹਰ ਬੰਦਾ ਨਾ ਤੁਹਾਨੂੰ ਪਿੱਛੇ ਅੱਛਾ ਇੱਕ ਮੈਂ ਦੱਸਦਾ ਕਿ ਮੈਂ ਇੰਗਲੈਂਡ ਖੇਲਿਆ, ਉੱਥੇ ਠੀਕ ਹੀ ਖੇਲੀ ਗਈ ਪਰਫਾਰਮ ਨਾ। ਤੇ ਲੋਕੀ ਵੀਡੀਓ ਲਾਉਣ ਲੱਗ ਪਏ ਕਿ ਮਿਸ ਯੂ ਮਲਕ ਬਿਨਯਾਮੀਨ, ਪਹਿਲੇ ਵਾਲਾ ਮਲਕ ਬਿਨਯਾਮੀਨ ਵਾਪਸ ਆ ਜੇ। ਮਲਕ ਬਿਨਯਾਮੀਨ ਪਹਿਲੇ ਵਾਲਾ ਵਾਸਤਾ ਟਾਈਮ ਨਾਲ ਵਾਪਸ ਆਊ ਨਾ ਗੋਡਾ ਉਹਦਾ। ਮੈਂ ਉੱਥੇ ਮੇਰੀ ਏਡੀ ਲੱਤ ਸੁੱਜ ਗਈ ਆ ਜਿਹੜੀ ਜਿਹਦਾ ਆਪਰੇਸ਼ਨ ਹੋਇਆ, ਬੁਖਾਰ ਮੈਨੂੰ ਚੜਿਆ। ਤੇ ਉੱਥੇ ਕਿਹੜੀ ਤੁਹਾਡੀ ਫੈਮਿਲੀ ਆ ਬੈਠੀ ਤੁਹਾਡੇ ਕੋਲ ਨਾ, ਕਿ ਤੁਸੀਂ ਤੇ ਇਕੱਲੇ ਜੇ ਤੇ ਤੁਸੀਂ ਸਰਵਾਈਵ ਕਰਨ ਦੇ ਜੇ। ਤੁਹਾਨੂੰ ਪਤਾ ਤੁਹਾਡੇ ਰੱਬ ਨੂੰ ਪਤਾ ਕਿੱਦਾਂ ਸਰਵਾਈਵ ਕਰਨ ਦੇ। ਸਹੀ ਆ। ਮੈਨੂੰ ਬੁਖਾਰ ਹੋ ਗਿਆ ਰਾਤ, ਮੈਨੂੰ ਠੰਡ ਕੇ ਕਾਂਬਾ ਲੱਗ ਕੇ ਬੁਖਾਰ, ਇੰਨਾ ਬੁਖਾਰ ਹੋਇਆ। ਤੇ ਮੇਰਾ ਪਹਿਲੋਂ ਦਿਨ ਸੀ ਮੈਂ ਮੈਚ ਮਿਸ ਕਰਾਂ। 6-7 ਕੱਪ ਰਹਿੰਦੇ ਮੈਂ ਵਾਪਸ ਚੱਲਦਾ। ਮੈਂ ਆਪਣੀ ਵਾਲਦਾ ਨੂੰ ਨਹੀਂ ਦੱਸਿਆ ਕਿ ਇਹਨਾਂ ਨੇ ਦੱਸਿਆ, ਇਹਨਾਂ ਨੇ ਕਹਿਣਾ ਆ ਜਾ ਵਾਪਸ। ਮੈਂ ਕਿਹਾ ਨਾ ਸਰਵਾਈਵ ਕੀਤਾ ਜਿੱਦਾਂ ਵੀ ਹੋ ਸਕਿਆ। ਮੈਂ ਜੋ ਕਰਕੇ ਜੋ ਮਰਜ਼ੀ ਕਰਕੇ ਮੈਂ ਸਰਵਾਈਵ ਕੀਤਾ। ਮੈਂ ਆਪਣੀ ਨਾ ਲੱਤ ਜਿੱਦਾਂ ਉਂਗਲ ਮਾਰਦਾ ਸੀ, ਇੰਨੀ ਲੱਤ ਚ ਨਾ ਉਂਗਲ ਖੁੱਭ ਜਾਂਦੀ ਸੀ ਇੰਨੀ। ਉਹ ਫਿਰ ਲੋਕਾਂ ਨੂੰ ਦੇ ਹੀ ਆ ਕਿ ਇਹ ਪਤਾ ਨਹੀਂ ਕੀ ਵਜ੍ਹਾ ਕੀ ਰੀਜ਼ਨ ਆ। ਹੁਣ ਮੈਂ ਸਰਵਾਈਵ ਕੀਤਾ, ਮੈਨੂੰ ਪਤਾ ਨਾ ਕਿੱਦਾਂ ਮੈਂ ਕੀਤਾ। ਹੁਣ ਮੈਂ ਆਪਰੇਸ਼ਨ ਕਰਾ ਕੇ ਮੇਰੀ ਗੋਡੇ ਦੇ ਵਿੱਚ ਜਿੰਨੇ ਸਰਜਰੀ ਕਰਾਈ, ਤੁਸੀਂ ਕਿਸੇ ਨੇ ਵੀ ਕਿਸੇ ਸ਼ਾਇਦ ਦੀ ਵੀ ਸਰਜਰੀ ਕਰਾਈ ਹੈ 2 ਸਾਲ ਤੇ ਉਹ ਜਿਹੜੀ ਚੱਲਦੀ ਰਹਿੰਦੀ ਤੁਹਾਡੇ ਨਾਲ ਉਹਦੇ ਛੋਟੀ ਮੋਟੀ ਪੇਨ ਜਿਹੜੀ ਉਹ ਤੁਹਾਡੇ ਹੁੰਦੀ ਰਹਿਣੀ ਆ। ਸਹੀ ਆ। ਹੁਣ ਮੈਂ ਟ੍ਰੇਨਿੰਗ ਕਰਨੀ ਇੱਕ ਵਾਰੀ ਤੇ ਗੋਡਾ ਹਾਰਡ ਹੋ ਜਾਣਾ। ਹੁਣ ਤੇ ਚਲ ਬਿਲਕੁਲ ਠੀਕ ਹੋ ਗਿਆ ਨਾ, ਤੇ ਉਹ ਹਾਰਡ ਹੋ ਜਾਣਾ। ਮੈਂ ਘਰ ਆਉਣਾ, ਮੈਂ ਆ ਕੇ ਸਟੈਚਿੰਗ ਕਰਨੀ। ਮੈਨੂੰ ਪਤਾ ਮੈਂ ਕਿੱਦਾਂ ਸਰਵਾਈਵ ਕੀਤਾ। ਮੈਂ ਫਿਰ ਵੀ ਐਕਸਰਸਾਈਜ਼ ਨਹੀਂ ਛੱਡੀ। ਮੈਂ 6 ਘੰਟੇ 5 ਘੰਟੇ 6 ਘੰਟੇ 24 ਘੰਟੇ ਆ ਜੋ ਐਕਸਰਸਾਈਜ਼ ਕੀਤੀ ਆ। ਸਹੀ ਆ। ਤੇ ਹੁਣ ਸਾਡੀ ਜਿਹੜੀ ਨਵੀਂ ਜਨਰੇਸ਼ਨ ਆਉਣ ਵਾਲੀ ਆ ਉਹ ਪਹਿਲੋਂ ਲੱਭਦੇ ਆ ਟੀਕਾ। ਸਹੀ ਆ। ਟੀਕੇ ਦਾ ਪੁੱਛਦੇ ਆ ਪਲੇਅਰ ਨੂੰ ਫੋਨ ਕਰਕੇ ਕਿ ਮੈਂ ਭਾਜੀ ਕਿਹੜਾ ਟੀਕਾ ਲਵਾਂ ਤੇ ਕਿਹੜਾ ਡੱਬਾ ਲਵਾਂ, ਹਾਂ ਤੇ ਕਿਹੜੀ ਪ੍ਰੋਟੀਨ ਲਵਾਂ ਲੈ ਕੇ। ਚਲੋ ਜਿੱਦਾਂ ਨੀ ਬੰਦੇ ਨੂੰ ਹੁੰਦਾ ਕਿ 3 ਚੀਜ਼ਾਂ ਤੁਹਾਨੂੰ ਕਬੱਡੀ ਖਿਲਾਉਂਦੀ ਆ, ਝੂਠ ਆ। ਇਹ ਜੇ ਹੋਵੇ ਤੇ ਬੰਦਾ ਲਾ ਕੇ ਸੁੱਤਾ ਰਹੇ। ਤੁਹਾਨੂੰ ਮਿਹਨਤ ਕਰਨੀ ਪੈਂਦੀ। ਉੱਠੋ ਮਿਹਨਤ ਕਰੋ, ਨਾਲ ਦੇਸੀ ਖੁਰਾਕ ਖਾਓ, ਘਿਓ ਘਿਆ ਦੁੱਧ ਆਪਣਾ ਪੀਓ ਪੋ ਆ ਕੇ ਫਿਰ ਗਰਾਊਂਡਾਂ ਜਾਓ। ਇਹ ਸਾਡੇ ਬੰਦੇ ਆ, ਇਹਨਾਂ ਨੂੰ ਇਹੀ ਮੇਰਾ ਮੈਸੇਜ ਆ ਕਿ ਮਿਹਨਤ ਨਾਲ ਅੱਗੇ ਆਓ, ਨਾ ਕਿ ਸਟੀਰਾਇਡ ਆ ਇੱਕ ਸ਼ਾਰਟ ਰਸਤਾ ਤੇ ਇਹ ਤੁਹਾਡੇ ਲਈ ਇੱਕ ਨਾ ਮੌਤ ਆ। ਸਹੀ ਆ। ਅੱਛਾ ਇੱਕ ਹੋਰ ਕੰਟਰੋਵਰਸੀ ਸਾਡੀ ਸੋਸ਼ਲ ਮੀਡੀਆ, ਤੁਸੀਂ ਕਿਉਂਕਿ ਬਹੁਤ ਤੁਹਾਡੀ ਮਿਲੀਅਨਸ ਦੇ ਵਿੱਚ ਲੋਕ ਤੁਹਾਨੂੰ ਫੋਲੋ ਕਰਦੇ ਨੇ। ਰਜਬ ਭੱਟ ਦੀ ਕੰਟਰੋਵਰਸੀ ਲੈ ਲਓ, ਪਿੱਛੇ ਰਿਆਨ ਮਲਕ ਦੀ ਸੀ, ਫਿਰ ਪਤਲੋ ਦੀ। ਤੇ ਇਹ ਸਾਰੀ ਕੰਟਰੋਵਰਸੀਜ਼ ਦੇ ਵਿੱਚ ਤੁਹਾਡਾ ਕੀ ਸਟੈਂਡ, ਤੁਸੀਂ ਕੀ ਕਹਿੰਦੇ ਹੋ? ਕਿ ਮੇਰਾ ਇਹ ਆ ਕਿ ਮੈਂ ਇਹਨਾਂ ਨੂੰ ਕਦੀ ਦੇਖਿਆ ਵੀ ਨਹੀਂ। ਅੱਛਾ। ਨਹੀਂ, ਕਦੀ ਮੇਰੇ ਅੱਗੇ ਵੀਡੀਓ ਵੀ ਆਵੇ ਮੈਂ 2 ਸੈਕਿੰਡ ਵੀ ਨਹੀਂ ਖੋਲ ਕੇ ਦੇਖੀ ਨਹੀਂ। ਕੀ ਵਜ੍ਹਾ? ਵੈਸੇ ਹੀ ਨਹੀਂ ਅੱਛਾ ਲੱਗਦਾ ਕਿ ਇਹ ਚੀਜ਼ਾਂ ਵਾ ਥੋੜੀ ਜਿਹੀ ਏਦਾਂ ਕਰਦੇ ਕਿ ਪਹਿਲਾਂ ਹੁਣ ਸਾਨੂੰ ਯਕੀਨ ਹੀ ਨਹੀਂ ਰਿਹਾ। ਬਿਲਕੁਲ ਯਕੀਨ ਹੀ ਉੱਡ ਗਿਆ ਕਿ ਰੀਅਲ ਲੜਨ ਦੇ ਆ
ਕਿ ਫੇਕ ਫੇਮ ਲਈ ਲੜਨ ਦੇ ਆ, ਕਾਹਦੇ ਲਈ ਲੜਨ ਦੇ ਸਾਨੂੰ ਯਕੀਨ ਹੀ ਨਹੀਂ। ਇੱਕ ਦੂਸਰੇ ਨੂੰ ਗਾਲਾਂ ਤੇ ਇਹ ਤੇ ਉਹ। ਯਾਰ ਹੁਣ ਸਾਨੂੰ ਇਹ ਨਹੀਂ ਪਤਾ, ਉਹ ਬਾਅਦ ਚ ਥੋੜੇ ਕਿ ਟਾਈਮ ਬਾਅਦ ਪਤਾ ਲੱਗਦਾ ਇਕੱਠੇ ਬੈਠੇ ਹੁੰਦੇ। ਮੈਨੂੰ ਤਾਂ ਬਹੁਤ ਇਹਨਾਂ ਚੀਜ਼ਾਂ, ਮੈਂ ਨਾ ਅਕਸਰ ਇਹ ਚੀਜ਼ਾਂ ਕਹਿੰਦਾ ਕਿ ਤੁਸੀਂ ਆਪਾਂ ਉਹਨਾਂ ਨਾਲ ਮੁਕਾਬਲਾ ਕਰਦੇ ਇੰਡੀਆ ਵਾਲੇ ਲੋਕਾਂ ਨਾਲ, ਉਹ ਆਪਣੇ ਟੈਲੈਂਟ ਨਾਲ ਅੱਗੇ ਹੁੰਦੇ ਉਹ ਲੋਕ ਨਾ, ਸਹੀ ਆਪਣੇ ਟੈਲੈਂਟ ਨਾਲ। ਸਾਡੇ ਬੰਦੇ ਕੀ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਅੱਗੇ ਆ ਜਾਂਦੇ, ਤੇ ਫਿਰ ਉਹ ਆਪਣੇ ਆਪ ਨੂੰ ਵੀ ਸਟਾਰ ਕੀ ਆ ਵੀਡੀਓ ਬਣਾਉਣ ਡਿਆ ਹੁੰਦਾ। ਅਲਹਮਦੁਲਿਲਾ, ਅੱਲਾਹ ਪਾਕ ਨੇ ਬੜੀ ਇੱਜ਼ਤ ਦਿੱਤੀ। ਤੁਸੀਂ ਰਜਬ ਬੱਟ ਦੀ ਕੰਟਰੋਵਰਸੀ ਵੇਖ ਲਓ ਕਿ ਇਹਦੇ ਵਿੱਚ ਵੀ ਉਹ ਵਸਾਤ ਤੇ ਜੀ ਮੈਂ ਫਰਕ ਕੋਕਰ ਕਹਿ ਰਿਹਾ ਜੀ ਮੈਂ ਘਸੀਟ ਕੇ ਲਿਆਵਾਂਗਾ। ਅੱਛਾ, ਉਹ ਆਪਣਾ ਹਰ ਬੰਦੇ ਦਾ ਕਿਰਦਾਰ ਵੇਖੋ ਤੇ ਫਿਰ ਉਹਦਾ ਇਤਵਾਰ ਵੇਖੋ। ਲੇਕਿਨ ਇਹ ਸਾਰੀ ਕੰਟਰੋਵਰਸੀ ਦੇ ਵਿੱਚ ਕਿਆ ਮਲਕ ਬਿਨਯਾਮੀਨ ਨਹੀਂ, ਆਪਾਂ ਮੈਂ ਨਹੀਂ ਦੇਖਿਆ ਹੁੰਦੀ ਇਹਨਾਂ ਨੂੰ। ਯਾਰ ਤੁਸੀਂ ਇੱਕ ਆਪਣਾ ਟਾਈਮ ਵੇਸਟ ਕਰਨਾ, ਉਹ ਜਿੰਨਾ ਮਰਜ਼ੀ ਕਰ ਲਓ, ਤੁਸੀਂ ਉਹ ਟਾਈਮ ਕਿਸੇ ਹੋਰ ਕਿਸੇ ਟੈਲੈਂਟਡ ਬੰਦੇ ਨੂੰ ਵੇਖੋ। ਟੈਲੈਂਟਡ ਹਾਂ ਯਾਰ ਮੇਰਾ ਸੋਸ਼ਲ ਮੀਡੀਆ ਦੇ ਦੁਨੀਆ ਨੂੰ ਕੀ ਪੈਗਾਮ ਹੈ? ਸੋਸ਼ਲ ਮੀਡੀਆ ਜਿਹੜੇ ਤੇ ਲੋਕ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਆ ਨਾ, ਮੇਰਾ ਤੇ ਇਹਨਾਂ ਨੂੰ ਇਹ ਆ ਕਿ ਤੁਸੀਂ ਤੁਹਾਡੇ ਚ ਕੋਈ ਨਾ ਕੋਈ ਟੈਲੈਂਟ ਹੋਣਾ ਚਾਹੀਦਾ। ਮਤਲਬ ਕਿ ਤੁਸੀਂ ਕੋਈ ਕੰਟੈਕਟ ਆ ਨਾ ਤੁਹਾਡਾ, ਕੰਟੈਂਟ ਆ, ਤੁਸੀਂ ਉਹ ਮੀਨ ਕਿ ਮੈਂ ਸਪੋਰਟਸਮੈਨ ਆ, ਮੈਂ ਐਕਸਰਸਾਈਜ਼ ਅਪਲੋਡ ਕਰਦਾ ਨਾ, ਤੇ ਮੈਂ ਐਕਸਰਸਾਈਜ਼ ਹੀ ਅਪਲੋਡ ਕਰਨੀ ਆ, ਸਹੀ ਆ। ਤੇ ਜਿਹੜਾ ਕੋਈ ਕਰਦਾ ਬਲੌਗਿੰਗ ਕਰਦਾ, ਉਹਨੇ ਬਲੌਗਿੰਗ ਹੀ ਕਰਨੀ ਆ, ਸਹੀ ਆ। ਉਹ ਆਪਣੇ ਨੂੰ ਉੱਤੇ ਜ਼ਿਆਦਾ ਫੋਕਸ ਕਰਕੇ ਨਾ ਕਿ ਗਾਲਮ ਗਲੋਚ। ਮੈਂ ਅਕਸਰ ਲੋਕ ਲੈਣ ਲੱਗ ਪਏ ਨਾ, ਤੁਸੀਂ ਬੈਠੇ ਹੋ ਨਾ, ਤੁਹਾਨੂੰ ਇੰਡੀਆ ਦੇ ਲੋਕ ਅਕਸਰ ਬੈਠੇ ਹੋ ਨਾ ਲਾਗੇ, ਥੋੜਾ ਜਿਹਾ ਦੱਸਦੇ, ਉਹ ਫਿਰ ਬੰਦੇ ਨੂੰ ਥੋੜੀ ਜਿਹੀ ਨਾ, ਜਦੋਂ ਬਾਹਰ ਬੈਠਾ ਹੁੰਦਾ ਨਾ, ਥੋੜਾ ਜਿਹਾ ਆਪਣੇ ਆਪ ਨੂੰ ਨਾ, ਆਪਣੇ ਥੋੜਾ ਜਿਹਾ ਥੱਲੇ ਉਹਨਾਂ ਤੋਂ ਸਮਝਦਾ ਕਿ ਯਾਰ ਜਦੋਂ ਵੀਡੀਓ ਆਉਣ ਦੀ ਕੋਸ਼ਿਸ਼ ਕਰੀ ਦੀ, ਉਹਨਾਂ ਨੂੰ ਕਹਿੰਦੇ ਨਗਾ ਦੂਗਾ, ਸਹੀ ਆ। ਉਹ ਇਹ ਚੀਜ਼ਾਂ ਕਿ ਤੁਸੀਂ ਨਾ ਕੋਈ ਪੈਸੇ ਸਿੱਟ ਕੇ ਆ ਜਾਂਦਾ ਜੀ, ਮੈਂ ਬਹੁਤੇ ਪੈਸੇ ਸਿੱਟ ਲੈਣੇ, ਮੈਂ ਬਹੁਤੇ ਪੈਸੇ ਸਿੱਟ ਲੈਣੇ, ਮੈਂ ਉਹ ਤੋਂ ਬਹੁਤੇ ਸਿੱਟ ਲੈਣੇ, ਮੈਂ ਏਦਾਂ ਕਰ ਲੈਣਾ। ਤੇ ਇਹ ਚੀਜ਼ਾਂ ਨਹੀਂ ਇਹਨਾਂ ਚ ਹੋਣੀਆਂ ਚਾਹੀਦੀਆਂ। ਆਪਣੇ ਟੈਲੈਂਟ ਨਾ ਉਹ ਅੱਗੇ ਤੁਹਾਡੇ ਚ ਹਿੰਮਤ ਆ ਤੇ ਟੈਲੈਂਟ ਆਪਣੇ ਨਾਲ। ਅੱਛਾ, ਆਖਰੀ ਸਵਾਲ, ਮਲਕ ਬਿਨਯਾਮੀਨ ਅਗਲੇ ਕਿੰਨੇ ਸਾਲ ਤੱਕ ਕਬੱਡੀ ਟੀਮ ਦੀ ਜਾਂ ਕਬੱਡੀ ਵਾਸਤੇ ਕਿਰਦਾਰ ਅਦਾ ਕਰ ਸਕਦਾ ਹੈ? ਜਾਂ ਮੈਂ ਕਿਰਦਾਰ ਦੱਸਦਾ, ਆਪਾਂ ਇੱਕ ਵੱਡੀ ਨੀ ਇੱਥੋਂ ਤੱਕ ਆ ਕਿ ਆਪਾਂ ਜਿਹੜੀ ਗਰਾਊਂਡ ਆ ਨਾ, ਸਾਡੀ ਘਰ ਦੀ ਗਰਾਊਂਡ ਆ, ਆਪਣੀ ਪੈਲੀ ਚੋਂ ਦਿੱਤੀ ਆ, ਸਹੀ ਆ। ਸਰਕਾਰੀ ਗਰਾਊਂਡ ਨਹੀਂ ਆ, ਆਪਣੀ ਪੈਲੀ, ਆਪਣਾ ਰਕਬਾ ਮੁੱਲ ਲਿਆ ਰਕਬਾ, ਉਹਦੇ ਵਿੱਚ 1 ਵਿਗਾ ਜਿਹੜਾ ਗਰਾਊਂਡ ਨੂੰ ਛੱਡਿਆ। ਅੱਜ 4 ਸਾਲ ਹੋ ਗਏ, 3-4 ਸਾਲ ਹੋ ਗਏ। ਤੇ ਉੱਠ ਕੇ ਲੋਕ ਜਿਹੜੇ ਆ, ਮੈਂ ਲੋਕਾਂ ਨੂੰ ਇਹ ਕਹਿੰਦਾ, ਲੋਕ ਉੱਠ ਕੇ ਗੱਲਾਂ ਕਰਨ ਲੱਗ ਪੈਂਦੇ ਨਾ, ਅਸੀਂ ਸਾਰਾ ਕੁਝ ਆਪ ਖੁਦ ਸਰਵਾਈਵ ਕੀਤਾ, ਸਾਰਾ ਕੁਝ ਹੀ, ਸਹੀ ਆ। ਸਾਰਾ ਕੁਝ ਅਲੀਫ ਤੋਂ ਲੈ ਕੇ ਜੇ ਤੱਕ ਸਾਰਾ ਕੁਝ ਹੀ ਉੱਥੇ ਗਰਾਊਂਡ 'ਚ ਮੁੰਡੇ ਹੁੰਦੇ, ਟ੍ਰੇਨਰ ਕਰਦੇ, ਸਾਰਾ ਕੁਝ। ਕੌਣ ਆ ਬੰਦਾ ਯਾਰ, ਅਸੀਂ ਵੀ ਏਡੇ ਤੇ ਰੀਚ ਫੈਮਿਲੀ ਤੋਂ ਹੈ ਨਹੀਂ, ਨਵਾਬ ਹੈ ਨਹੀਂ ਨਾ ਕਿ ਸਾਡੇ ਬਹੁਤ ਰਕਬਾ 1 ਵਿਗਾ ਕੋਈ ਛੱਡ ਕੇ ਦੱਸਿਆ ਏਦਾਂ ਗਰਾਊਂਡ ਲਈ ਮਰਲਾ ਨਹੀਂ ਦਿੰਦਾ, ਕੋਈ ਨਹੀਂ ਦਿੰਦਾ। ਅਸੀਂ ਪੁੱਛ ਕੇ ਵੀ ਵੇਖਿਆ ਸੀ, ਸਹੀ ਆ। ਸਾਡੇ ਕੋਲ ਨਾ ਆਪਣਾ ਰਕਬਾ ਤੇ ਅਸੀਂ ਬਾਅਦ 'ਚ ਹੀ ਲਿਆ ਨਾ ਰਕਬਾ, ਤੇ ਬਾਕੀ ਅਸੀਂ ਕਬੱਡੀ ਨੂੰ ਆਪਣਾ ਸਾਰਾ ਕੁਝ ਸਮਝਦੇ ਕਿ ਸਾਡੇ ਲਈ ਕਬੱਡੀ ਆ, ਕਿ ਉਹਨੇ ਇੰਨੀ ਇੱਜ਼ਤ ਦੇਤੀ, ਜਿਹੜੀ ਸ਼ਾਇਦ ਸੋਚੀ ਵੀ ਨਹੀਂ ਸੀ, ਉਹਨੇ ਸਾਨੂੰ ਪਵਾਤੀ, ਉਹਨੇ ਪੂਰਾ ਬਿਠਾਤਾ ਉਹਦੇ ਵਿੱਚ, ਉੱਥੋਂ ਤੱਕ ਪਹੁੰਚਾਤਾ ਕਿ ਕਬੱਡੀ ਆ। ਤਕਰੀਬਨ ਕਬੱਡੀ ਨੇ ਸਾਨੂੰ ਸਾਰਾ ਕੁਝ ਹੀ। ਅਸੀਂ ਤੇ ਉਸ ਕਬੱਡੀ ਦੇ ਨਾ ਆਪਣੀ ਜਿਹੜੀ ਆਉਣ ਵਾਲੀ ਨਸਲ ਆ ਨਾ, ਉਹਨੂੰ ਵੀ ਕਵਾਂਗੇ ਕਿ ਕਬੱਡੀ ਨੂੰ ਕੋਈ ਤੁਹਾਡੇ ਲਾਗੇ ਮਾੜਾ ਵੀ ਕਹਦੇ ਨਾ, ਤੇ ਉਹਨਾਂ ਲੜ ਪਓ, ਲੇਕਿਨ ਕਬੱਡੀ ਨੂੰ ਥੱਲੇ ਨਹੀਂ ਡਿੱਗਣ। ਨਾਜ਼ਰੀਨ, ਤੁਸੀਂ ਸੁਣ ਰਹੇ ਸੀ ਮਲਕ ਬਿਨਯਾਮੀਨ। ਦੇਖੋ, ਇੱਕ ਪਲੇਅਰ ਵਾਸਤੇ ਸਭ ਤੋਂ ਵੱਡੀ ਜਿਹੜੀ ਇੱਕ ਪਰੇਸ਼ਾਨੀ ਹੁੰਦੀ ਹੈ, ਮੈਂ ਪੂਰੇ ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਫੀਲ ਕੀਤੀ ਕਿ ਪਲੇਅਰ ਹਮੇਸ਼ਾ ਆਪਣੀ ਰਿਸਪੈਕਟ ਚਾਹੁੰਦਾ ਹੈ, ਆਨਰ ਚਾਹੁੰਦਾ ਹੈ। ਉਹ ਚਾਹੁੰਦਾ ਕਿ ਉਹਦੀ ਆਵਾਮ ਉਹਦੇ ਨਾਲ ਬੇਲੌਸ ਉਹਦੇ ਨਾਲ ਮੁਹੱਬਤ ਕਰੇ, ਨਾ ਕਿ ਕਿਸੇ ਇੱਕ ਮੈਚ ਦੇ ਉੱਤੇ ਅਗਰ ਖੁਦਾ ਨਾ ਖਾਸਾ ਕਿਸੇ ਵਜ੍ਹਾ ਤੋਂ, ਬਿਮਾਰੀ ਤੋਂ, ਕਿਸੇ ਟੈਨਸ਼ਨ ਤੋਂ ਜਾਂ ਕਿਸੇ ਇੰਜਰੀ ਤੋਂ ਅਗਰ ਉਹ ਨਾਕਾਮ ਹੁੰਦਾ ਹੈ, ਤੇ ਅਸੀਂ ਉਹਨੂੰ ਇੱਕ ਪੂਰੇ ਦਾ ਪੂਰਾ ਇੱਕ ਕਿਸਮ ਦਾ ਸੋਸ਼ਲ ਮੀਡੀਆ ਤੇ ਉਹਦੀ ਹਾਹਾਕਾਰੀ ਪਾ ਦਿੰਦੇ ਹਾਂ। ਤੇ ਇਸ ਚੀਜ਼ ਤੋਂ ਜਿਹੜਾ ਪਾਕਿਸਤਾਨੀ ਕੌਮ ਦੇ ਅੱਗੇ ਇੱਕ ਕਿਸਮ ਦੀ ਬੇਨਤੀ ਹੈ ਕਿ ਆਪਣੇ ਇਹਨਾਂ ਸਟਾਰਾਂ ਦਾ ਇਹਤਰਾਮ ਕਰੋ, ਇਹਨਾਂ ਸਟਾਰਾਂ ਨੂੰ ਪ੍ਰਮੋਟ ਕਰਨ ਵਾਸਤੇ ਜਾਂ ਇਹਨਾਂ ਦੀ ਇੱਜ਼ਤ ਵਾਸਤੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਪਰੋਮਾਈਜ਼ ਨਾ ਕਰੇ। ਅੱਜ ਅਗਰ ਇੰਡੀਆ ਸਾਡੇ ਤੋਂ ਹਰ ਗੇਮ ਦੇ ਵਿੱਚ ਅੱਗੇ, ਉਹਦੀ ਵਜ੍ਹਾ ਸਿਰਫ ਇੱਕੋ ਹੀ ਹੈ ਕਿ ਉਹ ਆਪਣੇ ਪਲੇਅਰ ਦੀ ਇੱਜ਼ਤ ਕਰਦੇ ਨੇ, ਉਹਦਾ ਪੂਰਾ ਮਾਨ ਸਨਮਾਨ ਰੱਖਦੇ ਨੇ, ਉਹਨੂੰ ਪੂਰੀ ਤਰ੍ਹਾਂ ਉਹਨੂੰ ਇੱਕ ਕਿਸਮ ਦੀ ਉਹਦੀ ਪੂਜਾ ਕਰਦੇ ਨੇ। ਲੇਕਿਨ ਅਸੀਂ ਇੱਕ ਪਲੇਅਰ ਸਿਰਫ ਇੱਕ ਮੈਚ ਜਾਂ ਇੱਕ ਰੇਡ ਦੇ ਉੱਤੇ ਨਾਕਾਮ ਹੋ ਜਾਵੇ ਤੇ ਅਸੀਂ ਉਹਦਾ ਪੂਰੇ ਦਾ ਪੂਰਾ ਸੋਸ਼ਲ ਮੀਡੀਆ ਤੇ ਤਵਾ ਤਾਂ ਲਾਉਂਦੇ ਹੀ ਲਾਉਂਦੇ ਹਾਂ, ਲੇਕਿਨ ਉਹਨੂੰ ਪੂਰੇ ਦਾ ਪੂਰਾ ਇੱਕ ਕਿਸਮ ਦਾ ਉਹਨੂੰ ਪੂਰੀ ਗੇਮ ਚੋਂ ਬਾਹਰ ਕੱਢ ਦਿੰਦੇ ਹਾਂ। ਤੇ ਇਹੋ ਜਿਹੇ ਰਵੱਈਏ ਦੇ ਨਾਲ ਕਦੀ ਵੀ ਕਬੱਡੀ ਅੱਗੇ ਨਹੀਂ ਜਾ ਸਕਦੀ। ਤਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਸਾਡਾ ਪਹਿਲਾ ਪੰਜਾਬੀ ਪੋਡਕਾਸਟ ਤੁਹਾਨੂੰ ਪਸੰਦ ਜ਼ਰੂਰ ਆਇਆ ਹੋਵੇਗਾ। ਤੁਹਾਡੇ ਫੀਡਬੈਕ ਦਾ ਵੀ ਇੰਤਜ਼ਾਰ ਰਹੇਗਾ। ਅਗਲੇ ਪ੍ਰੋਗਰਾਮ ਵਾਸਤੇ ਸਰਦਾਰ ਅਮੀਨ ਜਤੋਈ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।